कोई भी पोलिटिकल पार्टी का राज पंजाब च रहा, उन्होंने सत्ता के नशे च और पैसा कमाउण दी जिहड़ी एक फितरत कि पैसा सब कुछ है दुनिया च, उहदे नाल इह सफ़र कीता असीं। हुण तां एक एक दाणा संभालण दी लोड़ है, ये हालात बन गए। बादल साहब, बरनाला साहब, 2 बारी कैप्टन साहब, फिर भगवंत मान साहब, चन्नी साहब, किन्ने बंदे मुख्य मंत्री रहे। की उस रिपोर्ट नूं उन्होंने रद्दी दी टोकरी सिੱਟਤਾ ਸੀ ਜਾਂ ਅੱਜ भी ਉਹੀ हालात ने कि इंटलैक्चुअल बंदे की गल सुन के सियासी बंदा राजी नहीं। 99.9% पॉलिटिशियन जिहड़े आ वो नहीं पढ़ते। अज जिस खूह की मंग ते जवां डिग चुके हैं ऑलमोस्ट, ਉਹਦਾ यही कारण है कि ਅਸੀਂ ਇਹਨਾਂ ਸਬਜੈਕਟਸ ਦੇ ਉੱਤੇ ਸੀਰੀਅਸਨੈਸ ਜਿਹੜੀ ਹੈ ਉਹ ਨਹੀਂ ਦਿਖਾਈ। ਐਡੇ ਵੱਡੇ ਮਸਲੇ ਨੂੰ ਜਿਹੜਾ ਪੰਜਾਬ ਦੀ ਫਿਊਚਰ ਜਨਰੇਸ਼ਨਸ ਦੇ ਨਾਲ ਸੰਬੰਧਿਤ ਹੈ, ਆਈ ਐਮ ਸੌਰੀ ਟੂ ਸੇ ਵੀ ਹੈਵ ਆਲ ਫੇਲਡ। ਜਗਮੀਤ ਸਿੰਘ ਬਰਾੜ ਹੋਰੀ ਇੱਕ ਪੰਜਾਬੀ ਹੋਣ ਦੇ ਨਾਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ? ਮੈਂ ਭਗਵੰਤ ਸਿੰਘ ਮਾਨ ਨੂੰ ਬਹੁਤ ਅੰਡਰਡੌਗ ਪੋਲਿਟਿਕਸ ਦਾ ਸਮਝਦਾ। ਜਦੋਂ ਉਹ ਮੀਟਿੰਗ ਤੋਂ ਬਾਹਰ ਆਏ, ਉਹਨਾਂ ਨੇ ਪ੍ਰੈਸ ਨੂੰ ਐਡਰੈਸ ਕੀਤਾ, ਮੈਂ ਉਹ ਸੁਣੀ। ਮੈਂ ਖੱਟਰ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਸੁਣੀ। ਬਹੁਤ ਬਾਖੂਬੀ ਗੁੱਡ ਕੇਸ ਭਗਵੰਤ ਸਿੰਘ ਮਾਨ ਨੇ ਪੇਸ਼ ਕੀਤਾ। ਜੇ ਉਦੋਂ ਕਿਤੇ ਸਾਂਭਿਆ ਹੁੰਦਾ ਕੰਮ ਤਾਂ 42 ਸਾਲ ਬਾਅਦ ਹਾਲਾਤ ਆ ਨਾ ਹੁੰਦੇ। दिल से जो बात निकलती है असर रखती है। लोग बहुत हैरान हुए सी, बहुत ज़्यादा हैरान हुए सी ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਗਏ। ਅਕਾਲੀ ਦਲ 'ਚ ਐਸਾ ਕੀ ਦੱਸਿਆ ਸੀ ਜਿਹੜੇ ਇਲਜ਼ਾਮ ਪਹਿਲਾਂ ਲਾਉਂਦੇ ਰਹੇ ਸੀ ਕਿ ਉਹ ਧੋਤੇ ਗਏ ਸੀ ਜਾਂ ਉਹਦੇ ਵਿੱਚੋਂ ਸਾਰਾ ਕੁਝ ਠੀਕ ਹੋ ਗਿਆ ਸੀ? ਮੈਂ ਕਿਹਾ ਜੀ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਨਾ ਚਾਹੁੰਦਾ। ਸਿੱਧਾ ਕਹਿ ਗਿੱਦੜਬਾਹ ਤੋਂ ਸਿੱਧਾ। ਹਾਂ, ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲ ਬੜੇ ਗੋਲਡਨ ਈਰਾ ਔਰ ਪੀਰੀਅਡ ਦੀ ਲਿਖੀ ਜਾਏਗੀ ਜਦੋਂ ਪੰਜਾਬ ਨੇ ਆਪਦਾ ਸਭ ਤੋਂ ਵੱਡੇ ਰਿਸੋਰਸਿਸ ਨੂੰ ਹਿੰਦੁਸਤਾਨ ਦੀ ਬਿਹਤਰੀ ਲਈ ਸ਼ੇਅਰ ਕੀਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਸਿਆਸੀ ਦ੍ਰਿਸ਼ ਹਮੇਸ਼ਾ ਬਦਲਦਾ ਰਹਿੰਦਾ, ਪਰ ਮੈਨੂੰ ਸਿਆਸੀ ਦ੍ਰਿਸ਼ ਤੋਂ ਵੀ ਵੱਧ ਦਿਲਚਸਪੀ ਇਸ ਗੱਲ ਦੇ ਵਿੱਚ ਹੁੰਦੀ ਹੈ ਕਿ ਸਾਡੀ ਲੜਾਈ ਕਿਸ ਚੀਜ਼ ਦੀ ਹੈ। ਅਸੀਂ ਘਰ 'ਚ ਲੜਨਾ, ਅਸੀਂ ਪਿੰਡ 'ਚ ਲੜਨਾ, ਅਸੀਂ ਜ਼ਿਲ੍ਹੇ 'ਚ ਲੜਨਾ, ਅਸੀਂ ਮਾਝਾ ਮਾਲਵਾ ਦੁਆਬੇ ਦੇ ਹਾਂ, ਕਿਹਦੇ ਹਾਂ, ਅਸੀਂ ਉਹਦੇ ਵਿੱਚ ਲੜਨਾ, ਜਾਂ ਅਸੀਂ ਇੱਕ ਸਿਆਸੀ ਪਾਰਟੀ ਦੇ ਵਿੱਚ ਹਾਂ, ਸਿਆਸੀ ਪਾਰਟੀ ਦੇ ਅੰਦਰ ਲੜਨਾ, ਜਾਂ ਵੱਖ-ਵੱਖ ਸਿਆਸੀ ਧਿਰਾਂ ਨੇ ਪੰਜਾਬ ਦੀਆਂ ਨੇ, ਅਸੀਂ ਆਪਸ 'ਚ ਲੜਨਾ, ਜਾਂ ਇਹਨਾਂ ਸਾਰੀਆਂ ਲੜਾਈਆਂ ਤੋਂ ਬਿਨਾਂ ਕਿ ਅਸੀਂ ਪੰਜਾਬ ਲਈ ਲੜਨਾ। ਪੰਜਾਬ ਲਈ ਇਹ ਨਹੀਂ ਕਿ ਪੰਜਾਬ ਦੇ ਹੱਕ ਕਿਤੇ ਧੂ ਕੇ ਲੈ ਕੇ ਆਉਣੇ ਆ। ਸਾਡਾ ਪਾਣੀ ਹੈ, ਸਾਡੀ ਹਵਾ ਹੈ, ਸਾਡੀ ਖੇਤੀ ਹੈ, ਸਾਡੇ ਬੱਚਿਆਂ ਦੀ ਪੜ੍ਹਾਈ ਹੈ, ਸਾਡੀ ਸਿਹਤ ਹੈ, ਸਾਡਾ ਵਿਰਸਾ, ਸਾਡਾ ਬਹੁਤ ਕੁਛ ਹੈ, ਸਾਡਾ ਇਤਿਹਾਸ ਹੈ ਜਦੋਂ ਬਹੁਤ ਕੁਝ ਸਾਂਭਣ ਵਾਲਾ, ਕਿ ਅਸੀਂ ਕਾਹਦੇ ਲਈ ਲੜਨਾ, ਸਾਨੂੰ ਪਤਾ ਲੱਗੇ। ਤੇ ਅੱਜ ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ, ਸਿਆਸੀ ਪਾਰਟੀਆਂ ਦੇ ਵਿੱਚ ਉਹਨਾਂ ਦਾ ਲੰਬਾ ਤਜਰਬਾ ਹੈ, ਮੈਂਬਰ ਪਾਰਲੀਮੈਂਟ ਰਹੇ ਨੇ। ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਦੀ ਆਵਾਜ਼ ਜਿਹੜੀ ਹੈ ਪੰਜਾਬ ਦੇ ਮੁੱਦੇ ਚੁੱਕਦਿਆਂ ਗੂੰਜਦੀ ਹੁੰਦੀ ਸੀ। ਸਿਆਸੀ ਤੌਰ 'ਤੇ ਬਹੁਤ ਸਾਰੀਆਂ ਧਿਰਾਂ ਦੇ ਨਾਲ ਬਖਰੇਵੇਂ ਹੋਣਗੇ, ਪਰ ਕਿਉਂਕਿ ਲੰਬਾ ਚੌੜਾ ਸਿਆਸੀ ਤਜਰਬਾ, 1957 ਦਾ ਜਨਮ ਹੈ। ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਤੇ ਫਿਰ ਮੈਂ ਸਿੱਧਾ ਸੋਚਿਆ ਕਿ ਜਦੋਂ ਹਰੀ ਕ੍ਰਾਂਤੀ ਦਾ ਬਿਗਲ ਵੱਜਿਆ 9 ਸਾਲ ਦੇ ਆ ਵੀ, ਜਾਣੀ ਉਹਨਾਂ ਨੇ ਉਹ ਸਾਰਾ ਕੁਝ ਦੇਖਿਆ ਜਿਹਦੇ ਪੰਜਾਬ ਨੂੰ ਚੰਗੇ ਮਾੜੇ ਸਿੱਟੇ ਜਿਹੜੇ ਭੁਗਤਣੇ ਪਏ। ਪਰ ਪੰਜਾਬ ਕਿੱਧਰਲੇ ਪਾਸੇ ਨੂੰ ਜਾ ਰਿਹਾ, ਕਿੱਧਰਲੇ ਪਾਸੇ ਨੂੰ ਜਾਊਗਾ, ਕਿਹਦੀ ਗਲਤੀ ਰਹੀ, ਕੁਛ ਨਾ ਕੁਛ ਤਾਂ ਕੱਢ ਕੇ ਲਿਆਈਏ। ਬਰਾੜ ਸਾਹਿਬ ਨਾਲ ਗੱਲਬਾਤ ਆਪਾਂ ਕਰਦੇ ਹਾਂ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਬਹੁਤ ਮਿਹਰਬਾਨੀ ਪਰਮਜੀਤ ਜੀ। ਬਾਠ ਸਾਹਿਬ, ਤੁਹਾਨੂੰ ਬੜੇ ਲੰਬੇ ਅਰਸੇ ਤੋਂ ਸੁਣਦੇ ਆ ਰਹੇ ਹਾਂ। ਤੁਸੀਂ ਪੰਜਾਬੀਅਤ ਦੀ ਔਰ ਦੇਸ਼ ਦੀ ਔਰ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਦੀ ਬਹੁਤ ਖਿਦਮਤ ਕੀਤੀ ਹੈ। ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਔਰ ਅੱਜ ਬੁਲਾਉਣ ਲਈ ਤੁਹਾਡਾ ਧੰਨਵਾਦ ਹੈ। ਸ਼ੁਕਰੀਆ ਜੀ। ਬਰਾੜ ਸਾਹਿਬ, ਕਿਉਂਕਿ ਜਦੋਂ ਬਹੁਤ ਛੋਟੇ ਹੁੰਦੇ ਸੀ ਅਖਬਾਰ ਪੜ੍ਹਨ ਦਾ ਸ਼ੁਰੂ ਤੋਂ ਚਾਅ, ਅਤੇ ਤੁਹਾਡੀਆਂ ਤਾਂ 4-4 ਕਾਲਮ ਦੀਆਂ ਖਬਰਾਂ ਉਦੋਂ ਦੀਆਂ ਛਪਦੀਆਂ, ਅਤੇ ਅਸੀਂ ਤਾਂ ਬਹੁਤ ਦੇਰ ਬਾਅਦ ਜਿਹੜੇ ਆ ਉਹ ਥੋੜ੍ਹਾ ਜਿਹਾ ਇੱਧਰਲੇ ਪਾਸੇ ਨੂੰ ਹੋਏ ਆ। ਬਰਾੜ ਸਾਹਿਬ, ਮੈਂ ਨਾ ਕੁਛ ਚੀਜ਼ਾਂ, ਇੱਕ ਖੌਰੂ ਸ਼ਬਦ ਹੁੰਦਾ ਕਿ ਦਿਮਾਗ 'ਚ ਕਈ ਚੀਜ਼ਾਂ ਖੌਰੂ ਪਾਉਂਦੀਆਂ ਰਹਿੰਦੀਆਂ ਜੀ,
ਕਿ ਤੁਸੀਂ ਸਿਆਸਤਦਾਨਾਂ ਦੇ ਨਾ ਰੋਜ਼ 70% ਦੀ ਅਖਬਾਰਾਂ ਸਾਡੇ ਚੈਨਲਾਂ ਵਾਲਿਆਂ ਦੀਆਂ ਖਬਰਾਂ ਇਸੇ ਗੱਲ ਤੇ ਕਿ ਇਸ ਲੀਡਰ ਨੇ ਇਹਦੇ ਤੇ ਦੋਸ਼ ਲਾਤਾ, ਆਹ ਪਾਰਟੀ ਦੇ ਲੀਡਰ ਨੇ ਇਹਨੂੰ ਜਿਹੜਾ ਕਹਿਤਾ ਕਿ ਭਾਈ ਇਹ ਬੰਦਾ ਭ੍ਰਿਸ਼ਟ ਹੈ, ਆਹ ਕਰਦਾ ਹੈ। ਜਦੋਂ ਪੰਜਾਬ ਡਿੱਗਦਾ ਜਾਂਦਾ ਹੋਵੇ, ਜਦੋਂ ਸਾਡਾ ਪਾਣੀ ਸਾਨੂੰ ਪਤਾ ਨਹੀਂ ਲੱਗਦਾ ਕਿ ਬੋਰ ਕਰਾਂਗੇ ਪਾਣੀ ਹੁਣ ਨਿਕਲਣਾ ਕਦੋਂ ਤੱਕ ਹੈ, ਜਦੋਂ ਬੱਚੇ ਸਾਡਿਆਂ ਨੂੰ ਸਾਹ ਦੀਆਂ ਬਿਮਾਰੀਆਂ, ਕੈਂਸਰ ਐਕਸਪ੍ਰੈਸ ਥੋੜੇ ਵਾਲੇ ਮਾਲਵੇ 'ਚੋਂ ਚੱਲਦੀ ਹੋਵੇ, ਉਦੋਂ ਕਿੱਦਾਂ ਲੜ ਸਕਦੇ ਆ ਲੀਡਰ? ਬਹੁਤ ਅੱਛਾ ਸਵਾਲ ਹੈ ਪਰਮਵੀਰ। ਔਰ ਸਮੇਂ ਦੀ ਮੰਗ ਵੀ ਔਰ ਸਮੇਂ ਦੀ ਜ਼ਰੂਰਤ ਔਰ ਸਮੇਂ ਦੀ ਲੋੜ ਵੀ ਇਹ ਹੈ ਕਿ ਅਸੀਂ ਘੱਟੋ ਘੱਟ ਜਿਹੜੀ ਸਾਡੀ ਸਿਵਲਾਈਜੇਸ਼ਨ ਦਾ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਜ਼ਿੰਦਗੀ ਦਾ ਔਰ ਦੇਸ਼ ਦਾ ਵੀ ਮੈਂ ਕਹਾਂਗਾ ਕਿ ਜਿਸ ਪ੍ਰਕਾਰ ਵੀਟ ਦੀ ਔਰ ਸ਼ਾਰਟੇਜ ਹੋ ਰਹੀ ਹੈ ਦੁਨੀਆ ਦੇ ਵਿੱਚ ਫੂਡ ਗ੍ਰੇਨਸ ਦੀ, ਔਰ ਜਿਸ ਪ੍ਰਕਾਰ ਆਲਮੀ ਜਿਹੜਾ ਇੰਡੈਕਸ ਹੈ ਫੂਡ ਦੇ ਉੱਤੇ ਸਾਡਾ ਭੁੱਖਮਰੀ ਦੇ ਉੱਤੇ 117 ਮੁਲਕਾਂ 'ਚ 107ਵਾਂ ਨੰਬਰ ਹੈ। ਅਸੀਂ ਪਾਕਿਸਤਾਨ ਤੋਂ, ਅਸੀਂ ਨੇਪਾਲ ਤੋਂ ਔਰ ਬੰਗਲਾਦੇਸ਼ ਤੋਂ ਥੱਲੇ ਆ ਗਏ ਹੈ। ਕਿੱਡੀ ਇਹ ਇੱਕ ਤਰ੍ਹਾਂ ਨਾਲ ਨਮੋਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਵਰਗੀ ਕੰਟਰੀ ਜਿਹਨੂੰ 5ਵੀਂ ਵਰਲਡ ਦੀ ਇਕੋਨਮੀ ਦੀ ਗੱਲ ਹੋ ਰਹੀ ਹੈ, ਉਹਨਾਂ ਦਾ ਇਸ ਪ੍ਰਕਾਰ ਜਿਹੜਾ ਹੈਗਾ ਦੁਨੀਆ ਭਰ ਦੀਆਂ ਜਿਹੜੀਆਂ ਇਹ ਅੰਕੜੇ ਇਕੱਠੇ ਕਰਦੀਆਂ ਬੜੀਆਂ ਐਸਟੈਬਲਿਸ਼ਡ ਆਰਗੇਨਾਈਜੇਸ਼ਨਸ ਉਹ ਇਹ ਕਹਿ ਰਹੀਆਂ। ਮੈਂ ਇਹ ਮਹਿਸੂਸ ਕਰਦਾ ਕਿ ਸ਼ੁਰੂ ਤੋਂ ਜਦੋਂ ਤੋਂ ਸਰਦਾਰਾ ਸਿੰਘ ਜੌਹਲ ਮੈਨੂੰ 1980 ਵਿੱਚ ਉਹ ਵਾਈਸ ਚਾਂਸਲਰ ਸਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਅਸੀਂ ਉਹਨਾਂ ਦੇ ਸਟੂਡੈਂਟ ਰਹੇ ਹਾਂ, ਔਰ ਉਹਨਾਂ ਨੇ ਜਿਹੜੀ ਜੌਹਲ ਰਿਪੋਰਟ ਪਹਿਲੀ ਦਿੱਤੀ 1982-83 ਵਿੱਚ, ਉਹਦੇ ਵਿੱਚ ਪਾਣੀ ਕਿਵੇਂ ਘਟਦਾ ਜਾ ਰਿਹਾ ਹੈ, ਕਿਸ ਪ੍ਰਕਾਰ ਨਹਿਰੀ ਪਾਣੀ ਦੀ ਘਾਟ ਹੋਣੀ ਹੈ, ਕਿਸ ਪ੍ਰਕਾਰ ਸਾਡਾ ਅਖੀਰ ਤੇ ਪਹੁੰਚ ਗਈ ਹੈ ਪ੍ਰੋਡਕਸ਼ਨ। ਜੌਹਲ ਸਾਹਿਬ ਨੇ ਇੱਕ ਬੜੀ ਤਿਆਰੀ ਨਾਲ ਉਹ ਰਿਪੋਰਟ ਦਿੱਤੀ ਔਰ ਸਾਡੇ ਜਿਵੇਂ ਕੰਨ ਫੜ ਕੇ ਸਮਝਾਈਦਾ ਹੈ, ਇਸ ਪ੍ਰਕਾਰ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੀ ਐਗਰੋ ਇਕਨੋਮਿਕਸ ਦਾ ਔਰ ਨਾਲ ਦੀ ਨਾਲ ਇਹਨਾਂ ਵਿਸ਼ਿਆਂ ਤੇ ਸਾਨੂੰ ਜਾਣਕਾਰੀ ਦਿੱਤੀ। ਤਾਂ ਮੈਂ ਇਸ ਭਾਵਨਾ ਨੂੰ ਬਹੁਤ ਪਵਿੱਤਰ ਔਰ ਮੈਂ ਸਮਝਦਾ ਹੈ ਬਹੁਤ ਉਸਾਰੂ ਭਾਵਨਾ ਮੰਨਦਾ ਹੈ ਕਿ ਘੱਟੋ ਘੱਟ ਜਦੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਪੰਜਾਬ ਦੇ ਪਾਣੀਆਂ ਤੇ, ਜੋ ਪੰਜਾਬ ਦਾ 70% ਪਾਣੀ ਚਲਾ ਗਿਆ ਹੈ ਔਰ ਥਲੜਾ ਪਾਣੀ ਓਵਰ ਯੂਟੀਲਾਈਜ਼ ਸਾਰਿਆਂ ਬਲੋਕਾਂ ਦਾ ਹੋ ਗਿਆ ਹੈ, ਔਰ ਸਾਡਾ ਜਿਸ ਪ੍ਰਕਾਰ ਕੈਂਸਰ, ਪੀਲੀਆ, ਹੈਪੇਟਾਈਟਿਸ ਜੋ ਬਿਮਾਰੀਆਂ ਦਾ ਪ੍ਰਕੋਪ ਪੰਜਾਬ ਦੇ ਉੱਪਰ ਹੈ, ਸਾਨੂੰ ਇਸ ਮੁੱਦੇ ਤੇ ਕੰਸੈਂਸਸ ਜ਼ੀਰੋ ਟੋਲਰੈਂਸ ਦਾ ਪੈਦਾ ਕਰਨਾ ਚਾਹੀਦਾ, ਕਿਉਂਕਿ ਅਸੀਂ ਗੱਲ ਇੱਕੋ ਹੀ ਕਹਿ ਰਹੇ ਹਾਂ। ਚਾਰੇ ਪਾਰਟੀਆਂ ਜਿਹੜੀਆਂ 5 ਪਾਰਟੀਆਂ ਪੰਜਾਬ ਦੀਆਂ ਪੋਲੀਟੀਕਲ ਹਨ, ਚਲੋ ਜਿਹਦੇ 'ਚ ਬਹੁਜਨ ਸਮਾਜ ਪਾਰਟੀ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ, ਔਰ ਆਮ ਆਦਮੀ ਪਾਰਟੀ, ਕਾਂਗਰਸ ਔਰ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ, ਔਰ ਨਾਲ ਦੀ ਨਾਲ ਚਲੋ ਖੱਬੀਆਂ ਪਾਰਟੀਆਂ ਵੀ ਇੱਕ ਧਿਰ ਨੇ, ਕਿਸਾਨ ਯੂਨੀਅਨਾਂ ਵੀ ਹੁਣ ਇੱਕ ਵੱਡੀ ਧਿਰ ਨੇ ਔਰ ਪਹਿਲਾਂ ਵੀ ਧਿਰ ਰਹੇ ਨੇ, ਔਰ ਉਹਨਾਂ ਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਟਰੀਬਿਊਸ਼ਨ ਵੀ ਹੈ। ਸੋ ਮੈਂ ਸਮਝਦਾ ਰਾਈਟ ਟਾਈਮ ਹੈਜ਼ ਕਮ ਕਿ ਜੇ ਵਿਧਾਨ ਸਭਾ ਦੇ ਟਰਮੀਨੇਸ਼ਨ ਅਕੋਰਡ ਵੇਲੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਗਵਰਨਰ ਕੋਲ ਇਕੱਠੇ ਜਾ ਸਕਦੇ ਹੈ, ਤਾਂ ਫਿਰ ਵਾਈ ਨਾਟ ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਇਹ ਕਹਿਣ ਕਿ ਸਾਡੇ ਕੋਲ ਕੋਈ ਸਰਪਲਸ ਵਾਟਰ ਨਹੀਂ ਹੈ ਔਰ ਆਲਟਰਨੇਟਿਵ ਪ੍ਰੋਵਾਈਡ ਕਰਨ। ਕੱਲੀ ਇਹ ਗੱਲ ਕਹਿਣੀ ਕਿ ਅਸੀਂ ਨਿਕਲ ਨਹੀਂ ਦੇਣੀ, ਬੂੰਦ ਨਹੀਂ ਦੇਣਾ, ਚਲੋ ਇਹ ਤਾਂ ਇੱਕ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਹੈਗੀਆਂ ਉਹ ਪਲੇਇੰਗ ਟੂ ਦਾ ਗੈਲਰੀਜ਼ ਹੁੰਦੀਆਂ, ਲੇਕਿਨ ਸੀਰੀਅਸ ਕੰਸਰਨ ਪਾਣੀ ਤੇ ਬਾਦ ਸਾਹਿਬ ਕਿ ਅਗਰ ਸ਼ਾਰਦਾ ਯਮਨਾ ਲਿੰਕ ਨਹਿਰ ਜੋ ਪੈਟ ਪ੍ਰੋਜੈਕਟ ਹੈ ਪ੍ਰਾਈਮ ਮਿਨਿਸਟਰ ਦਾ, ਕਿਉਂਕਿ ਉਹ 252 ਕਿਲੋਮੀਟਰ ਨੇਪਾਲ ਤੋਂ ਆ ਕੇ ਔਰ ਉੱਤਰਾਖੰਡ ਤੋਂ ਵਾਪਸ ਜਾ ਕੇ ਬਿਹਾਰ ਨੂੰ ਫਲੱਡ ਕਰਦੀ ਹੈ, ਉਹ ਪਾਣੀ ਹਰਿਆਣਾ, ਰਾਜਸਥਾਨ ਔਰ ਗੁਜਰਾਤ ਨੂੰ ਮਿਲ ਸਕਦਾ ਹੈ। ਔਰ ਉਹਦੇ ਨਾਲ ਜਿੰਨਾ ਪਾਣੀ ਹਰਿਆਣਾ ਪੰਜਾਬ ਤੋਂ 1.88 ਦਾ ਰੌਲਾ ਹੈ ਕੇਵਲ ਹੁਣ ਸਤਲੁਜ ਯਮਨਾ ਲਿੰਕ ਨਹਿਰ ਦੇ ਰਾਹੀਂ, ਆਲਰੇਡੀ ਯਮਨਾ ਚੋਂ ਉਹ 573 ਮਿਲੀਅਨ ਏਕੜ ਫੁੱਟ ਪਾਣੀ ਆਲਰੇਡੀ ਹਰਿਆਣਾ ਯੂਜ਼ ਕਰ ਰਿਹਾ ਔਰ ਬਾਕੀ ਪੰਜਾਬ ਦੇ ਦਰਿਆਵਾਂ ਚੋਂ ਕਰ ਰਿਹਾ, ਰਾਜਸਥਾਨ ਵੀ ਕਰ ਰਿਹਾ। ਇਨ ਫੈਕਟ ਮੈਂ ਇਹ ਕਹਿਣਾ ਚਾਹੁੰਦਾ ਦੇਸ਼ ਵਾਸੀਆਂ ਨੂੰ, ਹਰਿਆਣਾ ਦੇ ਸਾਡੇ ਭਰਾਵਾਂ ਨੂੰ, ਰਾਜਸਥਾਨ ਦੇ ਭਰਾਵਾਂ ਨੂੰ ਔਰ ਖ਼ਾਸ ਕਰਕੇ ਦੇਸ਼ ਤੇ ਦੁਨੀਆ ਦਾ ਜਿਨ੍ਹਾਂ ਦਾ ਕਿੱਤਾ ਕਿਸਾਨੀ ਨਾਲ ਜੁੜਿਆ ਹੋਇਆ ਹੈ, ਮੈਂ ਇਹ ਸਮਝਦਾ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਗੱਲ ਬੜੇ ਗੋਲਡਨ ਈਰਾ ਔਰ ਪੀਰੀਅਡ ਦੀ ਲਿਖੀ ਜਾਏਗੀ ਜਦੋਂ ਪੰਜਾਬ ਨੇ ਆਪਦਾ ਸਭ ਤੋਂ ਵੱਡੇ ਰਿਸੋਰਸਿਸ ਨੂੰ ਹਿੰਦੁਸਤਾਨ ਦੀ ਬਿਹਤਰੀ ਲਈ ਸ਼ੇਅਰ ਕੀਤਾ ਔਰ
ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ ਔਰ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੀ 78 79 80 ਧਾਰਾ ਜੋੜ ਕੇ ਪੰਜਾਬ ਦਾ ਪਾਣੀ ਖੋਇਆ ਗਿਆ, ਦਬਾਅ ਪਾ ਕੇ ਹਾਈ ਕੋਰਟ ਸੁਪਰੀਮ ਕੋਰਟਾਂ 'ਚੋਂ ਕੇਸ ਵਾਪਸ ਜਿਹੜੇ ਆ ਉਹ ਕਰਵਾਏ ਗਏ ਤੇ ਨਾਲ ਦੀ ਨਾਲ ਇਹ ਕਿਹਾ ਗਿਆ ਕਿ ਪੰਜਾਬ ਤਾਂ ਬਹੁਤ ਖੁਸ਼ਹਾਲ ਹੈ, ਪੰਜਾਬ ਨੂੰ ਕੋਈ ਲੋੜ ਨਹੀਂ ਹੈ, ਜਿਹਨੇ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ, ਉਹਦੇ ਨਾਲ ਬੇਇਨਸਾਫੀ। ਇਹ ਸਾਰਾ ਕੋਈ ਜੁਡੀਸ਼ੀਅਸ ਫੈਸਲਾ, ਕੋਈ ਸਿਆਣਾ ਬੰਦਾ ਇਹਦੇ ਅੰਕੜੇ ਲੇਟੈਸਟ ਇਕੱਠੇ ਕਰ ਲੇ, ਉਹਦੇ ਮੁਤਾਬਕ ਪੰਜਾਬ ਦੇ ਨਾਲ ਬਹੁਤ ਵੱਡਾ ਅਨਿਆਏ ਜੀ, ਔਰ ਮੈਂ ਕਹਾਂਗਾ ਇਹਨੂੰ ਅਤਿਆਚਾਰ ਮੈਂ ਤਾਂ ਕਹਾਂਗਾ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਖੇਤੀ ਦੇ ਧੰਦੇ ਤੋਂ ਵਿਹਲੀ ਹੁੰਦੀ ਜਾ ਰਹੀ ਹੈ ਲੱਖਾਂ ਦੀ ਤਾਦਾਦ ਵਿੱਚ, ਉਹਦਾ ਦੇਸ਼ ਨੂੰ ਘਾਟਾ ਪੈਣਾ ਹੈ। ਔਰ ਇਹਦੀਆਂ ਪ੍ਰੈਡਿਕਸ਼ਨਸ ਵੀ ਕੀਤੀਆਂ ਜਾ ਰਹੀਆਂ ਕਿ ਇੱਕ ਇੱਕ ਦਾਣਾ ਸੰਭਾਲ ਲਓ। ਬਹੁਤ ਸਿਆਣੇ ਇੰਟੈਲੈਕਚੁਅਲਸ ਨੇ ਆਰਟੀਕਲਸ ਲਿਖੇ ਹੈ ਕਿ ਹੁਣ ਤਾਂ ਇੱਕ ਇੱਕ ਦਾਣਾ ਸੰਭਾਲਣ ਦੀ ਲੋੜ ਹੈ। ਇਹ ਹਾਲਾਤ ਬਣ ਗਏ। ਬਰਾੜ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਨੇਪਾਲ ਤੋਂ ਸ਼ਾਰਦਾ ਜੀ ਇੰਨੇ 100 ਕਿਲੋਮੀਟਰ ਆਉਂਦੀ ਹੈ, ਫਿਰ ਉਧਰਲੇ ਪਾਸੇ ਬਿਹਾਰ ਨੂੰ ਚਲੇ ਜਾਂਦੀ ਹੈ ਜੀ। ਬਹੁਤ ਸਾਰੇ ਰਾਜਨੀਤਿਕ ਲੀਡਰ ਨੇ, ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਜੀ, ਜਿਨ੍ਹਾਂ ਨੂੰ SYL ਦਾ ਇਤਿਹਾਸ ਵੀ ਨਹੀਂ ਪਤਾ। ਉਹ ਕਿਤੇ ਮਾੜਾ ਜਿਹਾ ਸੁਣਦੇ ਆ, ਉਨੀ ਇੱਕ ਗੱਲ ਕਹਿੰਦੇ ਆ, ਜ਼ਿੰਦਾਬਾਦ ਮੁਰਦਾਬਾਦ ਤੇ ਆ ਜਾਂਦੇ ਆ। ਜੇ ਤੁਹਾਨੂੰ ਇੰਨਾ ਪਤਾ, ਤੁਸੀਂ ਲਿਖਦੇ ਵੀ ਰਹਿੰਦੇ ਹੋ, ਤੁਹਾਡੀ ਲਿਖਣ ਸ਼ੈਲੀ ਵੀ ਚੰਗੀ ਹੈ, ਤੁਹਾਡੀ ਇੰਗਲਿਸ਼ ਵੀ ਚੰਗੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਪਤਾ ਹੈ, ਇੱਕ ਚਿੱਠੀ ਲਿਖ ਦਿਓ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਹੈੱਡ ਨੇ, ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲਿਖ ਦਿਓ, ਰਾਸ਼ਟਰਪਤੀ ਸਾਹਿਬ ਨੂੰ, ਕਿ ਭਾਈ ਇਹ ਹਾਲ ਹੈਗਾ। ਉੱਦਾਂ ਤਾਂ ਬਿਆਨਾਂ 'ਚ ਗੱਲਾਂ ਰਹਿ ਜਾਣਗੀਆਂ, ਆਪਣਾ ਪ੍ਰੋਗਰਾਮ ਸ਼ਾਇਦ ਉਹਨਾਂ ਨੇ ਸੁਣਨਾ ਕਿ ਨਹੀਂ ਸੁਣਨਾ। ਬਹੁਤ ਮੈਂ ਤੁਹਾਡਾ ਮਸ਼ਕੂਰ ਹੈ ਕਿ ਤੁਹਾਡੀ ਇੰਨੀ ਡੀਪ ਰੂਟਡ ਪੰਜਾਬ ਦੇ ਹਿੱਤਾਂ ਲਈ ਇਹ ਤੁਸੀਂ ਜਿਹੜਾ ਖਿਆਲ ਪ੍ਰਗਟ ਕੀਤਾ ਹੈ। ਮੈਂ ਇਹਦੇ 'ਤੇ ਕੰਮ ਆਲਰੇਡੀ ਕਰ ਰਿਹਾ ਹੈਗਾ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਏਕਤਾ ਦਾ ਮੈਂ ਯਤਨ ਆਰੰਭਿਆ ਤੇ ਕੁਝ ਲੀਡਰ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਨਾਅਰਿਆਂ ਦੇ ਵਿੱਚ ਇੱਕ ਤਰ੍ਹਾਂ ਨਾਲ ਆਪਣਾ ਰਾਜਨੀਤਿਕ ਪੋਲੀਟੀਕਲ ਆਊਟਫਿਟਸ ਨੂੰ ਚਲਾਉਂਦੇ ਹੈ, ਜਦੋਂ ਮੈਂ ਉਹਨਾਂ ਨਾਲ ਇਹ ਗੱਲਾਂ ਸ਼ੇਅਰ ਕੀਤੀਆਂ ਹੈ ਕਿ ਅਨੰਦਪੁਰ ਸਾਹਿਬ ਦਾ ਮਤਾ ਨਾਲ ਦੀ ਨਾਲ ਮੋਰ ਪਾਵਰਸ ਦਾ ਮਤਾ ਹੈ, ਜਿਹੜੀ ਗੱਲ ਅਸੀਂ ਕੰਕਲੇਵ ਮੋਰ ਪਾਵਰਸ ਦਾ ਅੱਜ ਤੋਂ 40 ਸਾਲ ਪਹਿਲਾਂ ਕੀਤਾ ਪੰਜਾਬ ਦੇ ਵਿੱਚ, ਅਸੀਂ ਕਰੁਣਾਨਿਧੀ ਸੱਦਿਆ, ਅਸੀਂ ਪ੍ਰਕਾਸ਼ ਸਿੰਘ ਜੀ ਬਾਦਲ ਹੋਰਾਂ ਨੇ ਉਦੋਂ ਸ਼ੇਖ ਅਬਦੁੱਲਾ ਨੂੰ ਸੱਦਿਆ ਔਰ ਅਨੇਕਾਂ ਲੀਡਰ NTR ਨੂੰ ਸੱਦਿਆ ਕਿ ਮੋਰ ਪਾਵਰਸ ਦਿੱਤੀਆਂ ਜਾਣ। ਅਸੀਂ ਫੈਡਰਲ ਢਾਂਚੇ 'ਤੇ ਵੀ ਬੁਰੀ ਤਰ੍ਹਾਂ ਮਾਰ ਖਾਧੀ ਜਦੋਂ 370 ਦਾ ਕਸ਼ਮੀਰ ਦਾ ਫੈਸਲਾ ਹੋਇਆ। ਨਾਗਰਿਕਤਾ ਬਿੱਲ 'ਤੇ ਅਸੀਂ ਮਾਰ ਖਾਧੀ ਕਿਉਂਕਿ ਸਮਝੌਤਾ ਜਿਹੜਾ ਹੈ ਇਸ ਖੇਤਰੀ ਪਾਰਟੀ ਦਾ ਉਦੋਂ ਭਾਰਤੀ ਜਨਤਾ ਪਾਰਟੀ ਨਾਲ ਸੀ। ਇਸ ਕਰਕੇ ਮੈਂ ਇਹਦੇ 'ਤੇ ਪਰਮਵੀਰ ਜੀ ਇਹ ਸਿੰਗਲ ਇਸ਼ੂ 'ਤੇ ਕਿ ਇਕੋਲੋਜੀਕਲ ਡਿਜ਼ਾਸਟਰ ਹੁਣ ਪੰਜਾਬ ਵਿੱਚ ਹੋਣ ਨਾਲ ਬਾਰਡਰ ਸਟੇਟ ਹੈ ਔਰ ਮੁਲਕ ਨੂੰ ਤੇ ਕੰਟਰੀ ਨੂੰ ਇਹ ਕੋਈ ਇਹਦੀ ਕੀਮਤ ਦਿੱਤੀ ਨਹੀਂ ਜਾਣੀ, ਉਹਨਾਂ ਤੋਂ ਐਡਾ ਵੱਡਾ ਖਤਰਾ ਪੈਦਾ ਹੋ ਜਾਣਾ। ਇਸ ਕਰਕੇ ਮੈਂ ਕੋਈ ਝਿਜਕ ਨਹੀਂ ਕਰਨੀ, ਕੋਈ ਆਊਟਫਿਟ ਦਾ ਲੀਡਰ ਹੈ ਘਰੋਂ ਘਰੀ ਜਾ ਕੇ ਮੈਂ ਇਹ ਮਹਿਸੂਸ ਕਰਦਾ ਕਿ ਇੱਕ ਲੈਟਰ ਪੱਤਰ ਔਰ 100 MPs ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਪੰਜਾਬ ਹੈਜ਼ ਆਲਰੇਡੀ ਸ਼ੇਅਰਡ ਇਟਸ ਰਿਸੋਰਸਿਸ, ਸਭ ਤੋਂ ਵੱਧ 70% ਰਿਸੋਰਸਿਸ ਆਪਦੇ ਦਰਿਆਈ ਪਾਣੀਆਂ ਦੇ ਦੇ ਚੁੱਕਿਆ। ਮੈਂ ਤੁਹਾਨੂੰ ਇਹਦੇ 'ਤੇ ਗੱਲ ਕਹਿਣੀ ਚਾਹੁੰਦਾ, ਦੇਖੋ ਉਹਦਾ ਜ਼ਿਕਰ ਨਹੀਂ ਹੋਇਆ ਕਦੇ। ਇਹ ਫਿਰ ਮੈਂ ਦੁਬਾਰਾ ਜਿਹਨੇ ਪਾਣੀਆਂ ਦੇ ਮਾਰ ਪਾਲ ਸਿੰਘ ਢਿੱਲੋਂ, ਕੁੰਮੇਦਾਨ ਜਿਹਨੂੰ ਐਰਿਸਟੋਟਲ ਕਿਹਾ ਗਿਆ ਪੰਜਾਬ ਦੇ ਪਾਣੀਆਂ ਦਾ, ਉਹਨਾਂ ਨੇ ਮਤਲਬ ਇੰਨਾ ਪਿਆਰ ਕਰਦੇ ਸੀ ਮੈਨੂੰ, ਮਤਲਬ ਉਹ ਝਿੜਕਦੇ ਬਹੁਤ ਹੁੰਦੇ ਸੀ ਵੀ ਤੁਸੀਂ ਯਮੁਨਾ ਦੇ ਮੁੱਦੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਵੀ ਟੇਕ ਅਪ ਕਰੋ, ਉਹ ਆਪਣੀਆਂ ਹੱਦਾਂ ਸਰਹੱਦਾਂ ਨੂੰ ਲੰਘ ਕੇ ਯਮੁਨਾ ਜਾਂਦੀ ਹੈ, ਉਹਦੇ 'ਚੋਂ ਸਾਨੂੰ ਅਧਿਕਾਰ ਨਹੀਂ ਦਿੱਤਾ ਗਿਆ। ਅਨੇਕਾਂ ਉਹਨਾਂ ਨੇ ਜੋ ਵਾਕਫੀਅਤ ਦਿੱਤੀ। ਤਾਂ ਮੈਂ ਪਹਿਲੀ ਬਹਿਸ ਜਦੋਂ ਮਿਸਟਰ VC ਸ਼ੁਕਲਾ ਵਾਟਰ ਰਿਸੋਰਸਿਸ ਮਿਨਿਸਟਰ ਸੀਗੇ 1994 ਦੇ ਵਿੱਚ, ਤਾਂ ਪਹਿਲੀ ਵਾਰ ਪਾਰਲੀਮੈਂਟ 'ਚ ਪੰਜਾਬ ਦਾ ਕੇਸ ਮੈਂ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਨੂੰ, ਜਿਨ੍ਹਾਂ ਨੇ ਇੰਡੀਆ ਕਮਿਟ ਸੁਸਾਈਡ ਕਿਤਾਬ ਲਿਖੀ ਸੀ, ਵਿਜੇ ਪਾਲ ਮਾਨ ਨੂੰ, ਕੁੰਮੇਦਾਨ ਨੂੰ, ਪਾਲ ਸਿੰਘ ਢਿੱਲੋਂ ਨੂੰ, ਨਾਲ ਦੀ ਨਾਲ ਸਰਦਾਰ ਸਾਹਿਬ ਹਾਈਡਲ ਦੇ ਚੀਫ ਹੁੰਦੇ ਸੀ ਉਦੋਂ ਮਨਮੋਹਨ ਸਿੰਘ, ਬਹੁਤ ਸਿਆਣੇ ਬੰਦੇ ਸੀ ਔਰ ਉਹਨਾਂ ਦੇ ਸਾਰਿਆਂ ਦੇ ਵਿਚਾਰ ਤੇ ਉਹ ਡਿਬੇਟ ਮੈਂ ਉੱਥੇ ਪ੍ਰਗਟ ਕੀਤੀ। ਤਾਂ ਮੈਂ ਇਹ ਸਮਝਦਾ ਕਿ ਜਿਹੜਾ ਟਰਮੀਨੇਸ਼ਨ ਆਫ ਵਾਟਰ ਰਿਕਾਰਡਸ ਅਮਰਿੰਦਰ ਸਿੰਘ ਨੇ 2002 ਦੇ ਵਿੱਚ ਕੀਤਾ, 3 ਦੇ ਵਿੱਚ, ਉਹ ਸਾਰਾ ਖਰੜਾ
ਹਿੰਦੁਸਤਾਨ ਦੀ ਪਾਰਲੀਮੈਂਟ ਜਿਹੜਾ ਮੈਂ 10 ਵਰੇ ਪਹਿਲਾਂ ਪੰਜਾਬ ਦੇ ਪਾਣੀਆਂ ਦਾ ਪੱਖ ਰੱਖਿਆ, ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੈਂ ਤਿਆਰੀ ਨਾਲ ਔਨ ਰਿਕਾਰਡ ਹੈ ਔਰ ਉਹਦੀ ਡੇਟ ਉਹਦਾ ਟਾਈਮ ਔਨ ਰਿਕਾਰਡ ਹੈ। ਔਰ ਉਦੋਂ ਕਿਉਂਕਿ ਆ ਨਹੀਂ ਹੁੰਦਾ ਸੀਗਾ ਟੈਲੀਵਿਜ਼ਨ ਦਾ ਸਿਸਟਮ, ਉਦੋਂ ਰਿਕਾਰਡਿੰਗ ਸੀਗੀ ਔਰ ਡਿਬੇਟਸ ਰਿਕਾਰਡ ਹੁੰਦੀਆਂ ਸੀਗੀਆਂ। ਸੋ ਮੈਂ ਡਿਬੇਟਸ ਦਾ ਮੇਰੇ ਕੋਲੇ ਉਹ ਸਾਰਾ ਖਰੜਾ ਮੇਰੇ ਕੋਲੇ ਮੌਜੂਦ ਹੈ। ਸੋ ਮੈਂ ਇਹ ਸਮਝਦਾ ਕਿ ਪੰਜਾਬ ਦੇ ਬਹੁਤ ਵਡੇਰੇ ਹਿੱਤਾਂ 'ਚ ਹੋਏਗਾ ਕਿ ਜਿਹੜੀ ਤੁਸੀਂ ਸ਼ਾਰਦਾ ਯਮਨਾ ਲਿੰਕ ਦੀ ਗੱਲ ਕੀਤੀ ਹੈ, ਇਹਨੂੰ ਕਾਲੀ ਨਦੀ ਕਿਹਾ ਗਿਆ, ਬਹੁਤ ਵੱਡਾ ਇਹਦੇ 'ਚ ਪਾਣੀ ਦੇ ਸੋਰਸਿਸ ਨੇ ਔਰ ਟਨਕਪੁਰ ਆ ਕੇ ਜਿਹੜਾ ਉੱਤਰਾਖੰਡ ਦੇ ਨਾਲ ਹੈ, ਉੱਥੋਂ ਫਿਰ ਇਹ ਪਾਣੀ ਜਿਹੜਾ ਹੈ ਉਹ ਅੱਗੇ ਹਰਿਆਣਾ ਨੂੰ ਔਰ ਰਾਜਸਥਾਨ ਔਰ ਗੁਜਰਾਤ ਨੂੰ ਜਾ ਸਕਦਾ ਹੈ। ਬਰਾੜ ਸਾਹਿਬ, ਤੁਸੀਂ 1980 ਦਾ ਜ਼ਿਕਰ ਕੀਤਾ ਕਿਉਂਕਿ ਮੇਰਾ ਕੰਮ ਹੈ ਕਿ ਤੁਹਾਡੀ ਗੱਲ 'ਚੋਂ ਗੱਲ ਫੜਨਾ। ਨਹੀਂ ਕੋਈ ਗੱਲ ਨਹੀਂ, ਤੁਹਾਡਾ ਹਰ ਅਧਿਕਾਰ ਹੈ ਪੰਵੀ, ਤੁਸੀਂ ਮੈਨੂੰ ਕੋਈ ਪ੍ਰਸ਼ਨ ਕਰ ਸਕਦੇ ਹੋ। ਮੈਨੂੰ ਫਖਰ ਹੈ ਪੰਜਾਬ ਦੇ ਉਹਨਾਂ ਸਹਾਫੀਆਂ ਤੇ ਜਿਨ੍ਹਾਂ ਅੰਦਰ ਦਰਦ ਹੈ, ਜਿਨ੍ਹਾਂ ਅੰਦਰ ਸੂਝ ਹੈ ਔਰ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਭਾਈਚਾਰੇ ਦੇ ਅੰਦਰ ਇੱਕ ਬਹੁਤ ਵੱਡੀ ਜਾਗਰੂਕਤਾ ਪੈਦਾ ਕੀਤੀ ਹੈ। ਸ਼ੁਕਰੀਆ ਜੀ। ਬਰਾੜ ਸਾਹਿਬ, 1980 'ਚ ਤੁਸੀਂ ਕਿਹਾ ਕਿ ਤਕਰੀਬਨ ਡਾਕਟਰ ਸਾਹਿਬ ਨੇ, ਤੁਸੀਂ ਸਟੂਡੈਂਟ ਹੁੰਦੇ ਸੀ ਤਾਂ ਤੁਹਾਨੂੰ ਜਾਂ ਤੁਹਾਡੇ ਵਰਗੇ ਹੋਰ ਵਿਦਿਆਰਥੀਆਂ ਨੂੰ ਦੱਸਿਆ ਕਿ ਭਾਈ ਆਹ ਸਮੱਸਿਆ ਆ ਜਾਣੀ ਹੈ। ਬਿਲਕੁਲ। 1980 ਤੋਂ ਲੈ ਕੇ ਹੁਣ ਤੱਕ 42 ਸਾਲ ਹੋ ਗਏ। ਬਿਲਕੁਲ। ਉਹਦੇ ਵਿੱਚ ਤੁਸੀਂ MP ਵੀ ਬਣੇ, ਤੁਸੀਂ ਵੱਖ-ਵੱਖ ਪਾਰਟੀਆਂ 'ਚ ਰਹੇ, ਤੇ ਮੈਂ ਜਾਣਨਾ ਇਹ ਚਾਹੁੰਦਾ ਕਿ ਜੇ ਉਦੋਂ ਤੁਹਾਡੇ ਤੱਕ ਗੱਲ ਅਪੜ ਗਈ ਸੀ, ਉਹ ਰਿਪੋਰਟ ਕਿਤੇ ਛਪੀ ਵੀ ਹੋਏਗੀ, ਉਹਨਾਂ ਦੀ ਗੱਲ ਚੱਲੀ ਵੀ ਹੋਏਗੀ। ਉਹਦੇ ਤੋਂ ਬਾਅਦ ਬਾਦਲ ਸਾਹਿਬ, ਬਰਨਾਲਾ ਸਾਹਿਬ, 2 ਵਾਰੀ ਕੈਪਟਨ ਸਾਹਿਬ, ਫਿਰ ਬਾਦਲ ਸਾਹਿਬ, ਫਿਰ ਭਗਵੰਤ ਮਾਨ ਸਾਹਿਬ, ਚੰਨੀ ਸਾਹਿਬ, ਕਿੰਨੇ ਬੰਦੇ ਮੁੱਖ ਮੰਤਰੀ ਰਹੇ। ਕੇਂਦਰ ਸਰਕਾਰ ਦੇ ਵਿੱਚ ਆਪਣੇ ਸੁੱਖ ਨਾਲ ਵਜ਼ੀਰ ਵੀ ਬਥੇਰੇ ਰਹੇ। ਬਿਲਕੁਲ ਰਹੇ। ਕੀ ਉਸ ਰਿਪੋਰਟ ਨੂੰ ਉਹਨਾਂ ਨੇ ਰੱਦੀ ਦੀ ਟੋਕਰੀ ਸਿੱਟਤਾ ਸੀ, ਜਾਂ ਅੱਜ ਵੀ ਉਹੀ ਹਾਲਾਤ ਨੇ ਕਿ ਇੰਟੈਲੈਕਚੁਅਲ ਬੰਦੇ ਦੀ ਗੱਲ ਸੁਣ ਕੇ ਸਿਆਸੀ ਬੰਦਾ ਰਾਜ਼ੀ ਨਹੀਂ? ਜੇ ਉਦੋਂ ਕਿਤੇ ਸਾਂਭਿਆ ਹੁੰਦਾ ਕੰਮ ਤਾਂ 42 ਸਾਲ ਬਾਅਦ ਹਾਲਾਤ ਆ ਨਾ ਹੁੰਦੇ। ਪਰਮਵੀਰ, ਜਿੰਨੇ 84 ਦੇ ਦੰਗਿਆਂ ਤੇ ਵੀ ਬਣੇ ਕਮਿਸ਼ਨ, ਜਿੰਨੇ ਕਾਂਗਰਸ ਨੂੰ ਰਿਵਾਈਵ ਕਰਨ ਲਈ, ਤੁਸੀਂ ਠੀਕ ਕਿਹਾ ਕਿ ਮੈਂ ਕਾਂਗਰਸ ਰਿਹਾ, ਕਾਂਗਰਸ ਚੋਂ ਅਕਾਲੀ ਦਲ 'ਚ ਆਇਆ, ਵਿਦਨ ਕਾਂਗਰਸ ਗਰੁੱਪਸ ਰਹੇ, ਉਹਨਾਂ ਨਾਲ ਮੇਰੀ ਐਫੀਲੀਏਸ਼ਨ ਰਹੀ, ਚਾਹੇ ਉਹ ਵਿਦਨ ਕਾਂਗਰਸ ਸੀ, ਅਰਜਨ ਸਿੰਘ ਹੋਰੀ ਰਹੇ, ਮਮਤਾ ਬੈਨਰਜੀ ਰਹੇ। ਮਗਰ ਉਦੋਂ ਵੀ ਜਦੋਂ ਕੋਈ ਰਿਪੋਰਟ ਆਉਣੀ, PS ਸੰਗਮਾ ਦੀ ਇੱਕ ਰਿਪੋਰਟ ਆਈ, ਹਾਊ ਟੂ ਰਿਵਾਈਵ ਦਾ ਕਾਂਗਰਸ, ਜਦੋਂ ਕਾਂਗਰਸ ਖਤਮ ਹੋ ਗਈ, ਉਹ ਮਿੱਟੀ ਦੀ ਧੂੜ, 25 ਸਾਲ ਕਿਸੇ ਨੇ ਉਹਦਾ ਇੱਕ ਅੱਖਰ ਨਹੀਂ ਪੜਿਆ। ਇੱਕ ਰਿਪੋਰਟ ਐਂਟਨੀ, ਜਿਨ੍ਹਾਂ ਨੂੰ ਹੁਣ ਬੁਲਾ ਕੇ ਸ਼੍ਰੀਮਤੀ ਸੋਨੀਆ गांधी ने, एडा सीनियर लीडर है ईमानदार, ये पूछा क्या किया जाए प्रेसिडेंट की इलेक्शन के बारे में, ਉਹਦੇ ਤੇ ਵੀ ਆਪਾਂ ਆਵਾਂਗੇ क्योंकि वो करंट टॉपिक है। और वो उन्होंने क्या कि भाई उन्होंने अपनी राय दी कि अगर दक्षिण से 2 आदमी हो गए तो फिर जिसको आप कहेंगे वो जीत जाएंगे। अगर दक्षिण से एक आदमी रहा, थरूर वर्गा लायक बंदा, सियाना बंदा और बड़ी 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 फ्रैश हवा ਕਾਂਗਰਸ ਦੇ ਵਿੱਚ ਆਉਣੀ ਸੀ ਅਗਰ ਇਹ ਜੇ ਬੰਦੇ ਨੂੰ ਓਪਰਚੁਨਿਟੀ ਮਿਲਦੀ। ਬ੍ਰਿਲੀਅੰਟ ਆਦਮੀ ਹੈ। ਚਲੋ ਐਨੀਵੇਜ਼, ਉਹ ਉਹਨਾਂ ਦਾ ਆਪਦਾ ਅੰਦਰੂਨੀ ਮਾਮਲਾ ਹੈ। ਲੇਕਿਨ ਸੰਗਮਾ ਰਿਪੋਰਟ ਲਾ ਲਓ, ਇਹ ਰਿਪੋਰਟਾਂ ਲਾ ਲਓ, ਝੂੰਦਾ ਕਮੇਟੀ ਰਿਪੋਰਟ ਲਾ ਲਓ ਲੇਟੈਸਟ ਆਪਣੀ, ਅਨੇਕਾਂ ਰਿਪੋਰਟਾਂ, ਜੌਲ ਕਮੇਟੀ ਰਿਪੋਰਟ ਲਾ ਲਓ, ਸ਼ੇਰਗਿੱਲ ਰਿਪੋਰਟ PAU ਦੀ ਲਾ ਲਓ, ਪੰਜਾਬ ਦੇ ਪਾਣੀਆਂ ਤੇ ਕਿੰਨਾ ਪਾਣੀ ਖਰਾਬ ਹੋਇਆ। ਸਾਡੀ ਪੰਜਾਬੀਆਂ ਦੀ ਇੱਕ ਸਮੁੱਚੇ ਤੌਰ ਤੇ ਐਡੀ, ਮੈਂ ਪੋਲੀਟੀਸ਼ੀਅਨਸ ਦੀ ਖਾਸ ਕਰਕੇ ਕਹਾਂਗਾ, 99.9% ਪੋਲੀਟੀਸ਼ੀਅਨ ਜਿਹੜੇ ਆ ਉਹ ਨਹੀਂ ਪੜ੍ਹਦੇ, ਨਾ ਉਹ ਸਟੱਡੀ ਕਰਦੇ ਹੈ, ਨਾ ਉਹ ਵਿਧਾਨ ਸਭਾ ਦੀਆਂ ਕੋਈ ਰਿਪੋਰਟਾਂ ਪੜ੍ਹਦੇ ਹੈ, ਨਾ ਕਦੇ ਉਹ ਤਿਆਰੀ ਨਾਲ ਜਾਂਦੇ ਹੈ। ਹਾਰਡਲੀ 1% ਜਿਹੜਾ ਲੈਜਿਸਲੇਚਰ ਔਰ ਪਾਰਲੀਮੈਂਟੇਰੀਅਨ ਹੈ, ਉਹਨੂੰ ਇਹ ਸ਼ੌਕ ਹੁੰਦਾ ਹੈ ਕਿ ਯਾਰ ਮੈਂ ਕੋਈ ਐਸੀ ਗੱਲ ਕਹਾਂ ਜਿਹੜੀ ਹਿਸਟਰੀ ਬਣੇ, ਜਿਹੜੀ ਮੇਰੇ ਗੱਲ 'ਚੋਂ ਗੱਲ ਨਿਕਲੇ ਤਾਂ ਉਹਦਾ ਕੋਈ ਅਸਰ ਬਣੇ। ਮੈਂ ਇੱਕ ਦਿਨ ਪਾਰਲੀਮੈਂਟ ਸੀ ਤੇ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ, ਔਰ ਮੈਂ 3-4 ਫੈਜ਼ ਅਹਿਮਦ ਫੈਜ਼ ਨੂੰ ਔਰ ਕੋਟ ਕੀਤੇ 2-3 ਪੋਇਟ, ਤਾਂ ਉਹ ਉਰਦੂ ਦੇ ਅਲਫਾਜ਼ ਜਿਹੜੇ ਨੇ, ਕਿਉਂਕਿ ਇਹ ਬੜਾ ਸੰਜੀਦਾ ਮਸਲਾ ਹੈ ਕਿ ਇਹ ਮਾੜੀ ਮੋਟੀ ਟਿੱਪੀ ਬਿੰਦੀ ਗਲਤ ਹੋਣ ਨਾਲ ਕੰਮ ਬਦਲ ਜਾਂਦਾ ਹੈ। ਨਹੀਂ खेल ये दाग जरा यारों को कह दो, आती है उर्दू जुबान आते आते। सो ਉਹਦੇ ਤੇ ਥੋੜਾ ਮੋਟਾ तो ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਜਿਹੜਾ ਉਹ ਸਤਲੁਜ ਯਮਨਾ ਲਿੰਕ ਨਹਿਰ ਦਾ ਰੌਲਾ ਚੱਲ ਰਿਹਾ ਹੈ, ਉਧਰੋਂ ਇਹ ਜਿਹੜਾ ਇੰਟਰਲਿੰਕਿੰਗ ਆਫ ਰਿਵਰਸ ਉਹਨਾਂ ਦਾ ਪੈਟ प्रोजेक्ट ਸੀਗਾ कि अगर ये शारदा यमुना लिंक का हो जाए तो सारी कहानी जो है वो मिट जाएगी। उन्होंने क्या, अटल बिहारी वाजपेयी समहाउ बहुत ज़्यादा जिवें इंसानियत, जमहूरीयत, कश्मीरीयत, ਜਿਵੇਂ ਪੰਜਾਬੀਅਤ ਨੂੰ, ਸਿੱਖਾਂ ਨੂੰ, ਕੌਮ ਨੂੰ, ਉਹਨਾਂ ਦਾ ਜਿਹੜਾ ਤਖਯਲ ਸੀ ਉਹ ਗਾਵਲਕਰ, ਹੈਡਗੇਵਾਰ ਜਾਂ ਸਾਵਰਕਰ ਵਾਲਾ ਜਾਂ ਉਹਨਾਂ ਦਾ ਕੱਟੜਵਾਦੀ ਨਹੀਂ ਸੀਗਾ, ਉਹ ਕਾਫੀ ਲਿਬਰਲ ਸੀਗੇ ਇਹਨਾਂ ਮਸਲਿਆਂ ਤੇ। ਔਰ ਮੇਰਾ ਖਿਆਲ ਹੈ ਕਿ ਦੇਸ਼ ਔਰ ਨਾਲ ਦੀ ਨਾਲ
ਪ੍ਰਦੇਸ਼ ਔਰ ਨਾਲ ਦੀ ਨਾਲ ਆਪਦੇ ਲੋਕਾਂ ਦਾ ਉਹਨਾਂ ਦੇ ਮਨ 'ਚ ਖਿਆਲ ਹੁੰਦਾ। ਇਹ ਮੈਂ ਜ਼ਿਕਰ ਤਾਂ ਕੀਤਾ ਹੈ ਰਿਪੋਰਟਾਂ ਦਾ ਕਿ ਜਿੰਨੀਆਂ ਰਿਪੋਰਟਾਂ 84 ਦੇ ਦੰਗਿਆਂ ਤੇ ਜਿਨ੍ਹਾਂ ਤੇ ਬੋਲਿਆ ਗਿਆ, ਮੈਂ ਇੱਕ ਦਿਨ ਪਾਰਲੀਮੈਂਟ ਵਿੱਚ ਕਹਿ ਦਿੱਤਾ ਕਿ ਜਿਹੜੇ ਰਿਸਪੌਂਸਿਬਲ ਲੋਕ ਹੈਗੇ ਆ, ਤੁਸੀਂ ਕਹਿੰਦੇ ਹੋ ਭੁੱਲ ਜਾਣਾ ਚਾਹੀਦਾ, ਇਹ ਨਹੀਂ ਭੁੱਲਿਆ ਜਾਏਗਾ, ਇਹ ਜ਼ਖਮ ਬੜਾ ਗਹਿਰਾ ਹੈ। ਔਰ ਨਾਲ ਦੀ ਨਾਲ ਮੇਰਾ ਕਹਿਣ ਦਾ ਮਤਲਬ ਵੀ ਉਹਨਾਂ ਰਿਪੋਰਟਾਂ ਦੇ ਮੈਂ ਸਾਰੇ ਜੈਨ ਕਮੇਟੀ, ਬੈਨਰਜੀ ਕਮੇਟੀ, ਸੀਕਰੀ ਕਮੇਟੀ, ਸਾਰੀਆਂ ਰਿਪੋਰਟਸ ਦੇ ਖਰੜੇ ਜਦੋਂ ਦਿੱਤੇ ਔਰ ਉਹਦੇ ਤੇ ਕੋਈ ਗੱਲ ਵੀ ਲਾਗੂ ਨਹੀਂ ਹੋਈ। ਇਹ ਰੈਡੀ ਟ੍ਰਿਬਿਊਨਲ ਪੰਜਾਬ ਤੇ ਤੁਹਾਡਾ ਰੈਲੇਵੈਂਟ ਸਵਾਲ ਹੈ। ਮਤਲਬ 28 ਸਾਲ ਪਰਮਵੀਰ ਸਿੰਘ ਬਾਟ ਉਹ ਵਿਅਕਤੀ ਸਾਰਾ ਸਰਕਾਰੀ ਖਜ਼ਾਨੇ ਚੋਂ ਐਜ਼ ਅ ਪਰਕਸ ਸਾਰੇ ਲੈਂਦੇ ਰਹੇ, ਲੇਕਿਨ ਦੇਰ ਵਾਜ਼ ਨੋ ਡਿਸੀਜਨ। ਅਜੇ ਤਾਈਂ ਕੁਆਂਟਮ ਆਫ ਵਾਟਰ ਡਿਸਾਈਡ ਨਹੀਂ ਹੋਇਆ। ਦੇਖੋ 1921-45 ਦੀਆਂ ਸੀਰੀਜ਼ 60 ਦੀਆਂ ਚੱਲ ਰਹੀਆਂ ਕਿ ਕੁਆਂਟਮ ਆਫ ਵਾਟਰ ਸਾਰੇ ਪੰਜਾਬ ਦੇ ਦਰਿਆਵਾਂ ਦਾ ਅਕੋਰਡਿੰਗ ਟੂ ਜੋ ਰਿਪੋਰਟਸ ਨੇ ਉਹ 28.5 ਮਿਲੀਅਨ ਏਕੜ ਫੁੱਟ ਪਾਣੀ ਹੈ। ਉਸ 28.5 ਚੋਂ 11.2 ਰਾਜਸਥਾਨ ਨੂੰ ਗਿਆ, 583 ਜਿਹੜਾ 7.73 ਸਮਥਿੰਗ ਮਿਲੀਅਨ ਏਕੜ ਫੁੱਟ ਹਰਿਆਣੇ ਕੋਲ ਗਿਆ, ਤੇ ਪੰਜਾਬ ਕੋਲੇ ਤਾਂ ਰਹਿ ਹੀ 8 ਜਾਂਦਾ ਹੈ। ਭਾਖੜਾ ਸਿਸਟਮ, ਗੰਗ ਕੈਨਾਲ ਤੇ ਨਾਲ ਦੀ ਨਾਲ ਇਹ ਸਾਰਾ ਜਿਹੜਾ ਪਾਣੀ ਹੈਗਾ ਸੀ ਰਾਜਸਥਾਨ ਹਰਿਆਣਾ ਨੂੰ ਮਤਲਬ ਵੱਧ ਦੇ ਚੁੱਕੇ ਆ ਪਾਣੀ ਸਹੀ ਮਾਇਨਿਆਂ 'ਚ। ਇਸ ਲਈ ਜਿਹੜੀਆਂ ਰਿਪੋਰਟਸ ਨੇ ਨਾ ਉਹ ਕੋਈ ਪੜ੍ਹਦਾ ਨਾ ਕਿਸੇ ਦਾ ਇੰਟਰਸਟ ਹੁੰਦਾ। ਹਕੂਮਤਾਂ ਜਦੋਂ ਬਣ ਜਾਂਦੀਆਂ, ਹਕੂਮਤਾਂ ਦੇ ਨਸ਼ੇ 'ਚ ਔਰ ਤਾਕਤ ਤੇ ਸੱਤਾ ਦੇ ਨਸ਼ੇ 'ਚ, ਮੈਂ ਇਸ ਗੱਲ ਨੂੰ ਇਕਬਾਲ ਕਰਦਾ ਕਿ ਚਾਹੇ ਕੋਈ ਵੀ ਪੋਲੀਟੀਕਲ ਪਾਰਟੀ ਦਾ ਰਾਜ ਪੰਜਾਬ 'ਚ ਰਿਹਾ, ਉਹਨਾਂ ਨੇ ਸੱਤਾ ਦੇ ਨਸ਼ੇ 'ਚ ਔਰ ਪੈਸਾ ਕਮਾਉਣ ਦੀ ਜਿਹੜੀ ਇੱਕ ਫਿਤਰਤ ਕਿ ਪੈਸਾ ਸਭ ਕੁਝ ਹੈ ਦੁਨੀਆ 'ਚ, ਉਹਦੇ ਨਾਲ ਇਹ ਸਫ਼ਰ ਕੀਤਾ ਅਸੀਂ। ਔਰ ਅਸੀਂ ਜੇ ਅੱਜ ਜਿਸ ਮੌਕੇ ਤੇ ਜਿਸ ਖੂਹ ਦੀ ਮੰਦ ਤੇ ਜਮਾਂ ਡਿੱਗ ਚੁੱਕੇ ਹਾਂ ਆਲਮੋਸਟ, ਉਹਦਾ ਇਹੀ ਕਾਰਨ ਹੈ ਕਿ ਅਸੀਂ ਇਹਨਾਂ ਸਬਜੈਕਟਸ ਦੇ ਉੱਤੇ ਸੀਰੀਅਸਨੈਸ ਜਿਹੜੀ ਹੈ ਉਹ ਨਹੀਂ ਦਿਖਾਈ। ਬਰਾੜ ਸਾਹਿਬ, ਜਦੋਂ ਕੇਸ ਚੱਲਦਾ ਸੀ ਸਤਲੁਜ ਯਮੁਨਾ ਲਿੰਕ ਵਾਲਾ, ਹਰਿਆਣੇ ਵਾਲੇ ਕਹਿੰਦੇ ਪਾਣੀ ਚਾਹੀਦਾ ਸੀ, ਕਹਿੰਦੇ ਨਹੀਂ ਦੇਣਾ, ਕੀ ਸੱਚੀ ਮੁੱਚੀ ਤੁਹਾਨੂੰ ਲੱਗਦਾ, ਤੁਸੀਂ ਦੇਖਿਆ ਹੋਣਾ ਕਿ ਅਸੀਂ ਤਿਆਰੀ ਕਰਕੇ ਅਦਾਲਤਾਂ ਦੇ ਵਿੱਚ ਨਹੀਂ ਗਏ? ਜੇ ਤਿਆਰੀ ਕਰਕੇ ਜਾਂਦੇ, ਜੇ ਵਕੀਲਾਂ ਦੀ ਟੀਮ ਇਮਾਨਦਾਰੀ ਦੇ ਨਾਲ ਕੰਮ ਕਰਦੀ, ਕਿਉਂਕਿ ਵਕੀਲਾਂ ਨੇ ਤਾਂ ਸਰਕਾਰੀ ਨੇ ਉਹ ਕਰਨਾ ਜੋ ਸਰਕਾਰਾਂ ਕਹਿੰਦੀਆਂ, ਤਾਂ ਅਸੀਂ ਇਹ ਕੇਸ ਨਹੀਂ ਸੀ ਹਰਨਾ, ਅੱਜ ਇਸ ਸਟੇਜ ਤੇ ਨਹੀਂ ਸੀ ਹੋਣਾ। ਡੈਫੀਨੇਟਲੀ ਬਿਲਕੁਲ ਨਹੀਂ ਹਰਨਾ ਸੀ। ਅਗਰ ਮੈਂ ਸਮਝਦਾ ਕਿ ਕੋਈ ਯੰਗ ਐਡਵੋਕੇਟ ਵੀ ਹੁੰਦਾ ਜਿਹਦੇ ਅੰਦਰ ਸੁਹਿਰਦਤਾ ਤੇ ਦਰਦਮੰਦੀ ਹੁੰਦੀ ਔਰ ਫੈਕਚੁਅਲ ਰਿਪੋਰਟਸ ਉਹ ਇਕੱਠੀਆਂ ਕਰਦਾ, ਪੰਜਾਬ ਦੇ ਸਾਰੇ ਪੀੜਤ ਕੈਂਸਰ ਔਰ ਅਨੇਕਾਂ ਜੋ ਕੁਝ ਪੰਜਾਬ 'ਚ ਵਾਪਰ ਰਿਹਾ, ਜੋ ਕੁਝ ਅੰਕੜੇ ਥੱਲੜੇ ਪਾਣੀ ਨਾਲ ਅਸੀਂ ਓਵਰ ਯੂਟੀਲਾਈਜੇਸ਼ਨ ਆਫ ਵਾਟਰ ਦਾ ਜੋ ਕਰ ਚੁੱਕੇ ਹਾਂ ਔਰ ਜੋ ਅਸੀਂ ਹੁਣ ਤੱਕ ਕੁਦਰਤੀ ਮਾਰਾਂ ਸਹੀਆਂ, ਅਗਰ ਕੋਈ ਅੱਛਾ ਐਡਵੋਕੇਟ, ਕਿਉਂਕਿ ਮੈਂ ਇਹਦੇ ਤੇ ਤਾਂ ਟਿੱਪਣੀ ਕਰਨਾ ਚਾਹੁੰਦਾ, ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਿਹੜਾ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਦਾ ਕੇਸ ਹੈ, ਜਿਹੜਾ ਪਹਿਲੀ ਵਾਰੀ ਐਡਮਿਟ ਹੋਇਆ, ਉਹ 2013 'ਚ ਸੰਜੇ ਕੌਲ ਜਿਹੜੇ ਉਸ ਵੇਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਜੱਜ ਸਨ, ਅੱਜ ਕੱਲ੍ਹ ਉਹ ਸੁਪਰੀਮ ਕੋਰਟ ਦੇ ਸੀਨੀਅਰ ਮੋਸਟ ਜੱਜ ਹੈ, ਔਰ ਉਹਨਾਂ ਨੇ ਮੇਰੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਵਿੱਚ ਮੈਂ ਇਹ ਕਿਹਾ ਕਿ ਸਾਡੀ ਜਨਰੇਸ਼ਨ ਤਬਾਹ ਹੋ ਰਹੀ ਹੈ, ਔਰ ਮੈਂ ਇੱਕ ਪੰਜਾਬੀ ਦੇ ਨਾਤੇ ਆਈ ਡੋਂਟ ਰਿਪਰੈਜ਼ੈਂਟ ਐਨੀ ਪੋਲੀਟੀਕਲ ਪਾਰਟੀ ਔਰ ਕਾਂਗਰਸ ਔਰ ਵਾਟ ਐਵਰ, ਮੈਂ ਰਿਪਰੈਜ਼ੈਂਟ ਕਰ ਰਿਹਾ ਪੰਜਾਬੀਅਤ ਨੂੰ। ਮੈਂ ਆਹ ਦੇਖ ਕੇ ਆਇਆ ਆਨਰੇਬਲ ਜੱਜ ਸਾਹਿਬ, ਔਰ ਮੈਨੂੰ ਐਸੋਸੀਏਟ ਕਰੋ, ਮੈਨੂੰ ਮੌਕਾ ਦਿਓ ਇਸ ਪਟੀਸ਼ਨ ਦੇ ਨਾਲ, ਔਰ ਉਹ ਬਹਿਸ ਚੱਲੀ, ਮੈਂ ਆਰਗਿਊ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਉਹ ਅਜੇ ਤਾਈਂ ਲੌਜੀਕਲ ਐਂਡ ਤੇ ਤਾਂ ਅਜੇ ਤੱਕ ਵੀ ਨਹੀਂ ਉਹ ਪਹੁੰਚਿਆ ਕੇਸ, ਲੇਕਿਨ ਉਹ ਸਟਿਲ ਦ ਕੇਸ ਇਜ਼ ਗੋਇੰਗ ਔਨ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਸ਼ਸ਼ੀਕਾਂਤ ਹੋਰਾਂ ਦੀ ਸ਼ਰਮਾ ਸਾਹਿਬ ਦੀ ਰਿਪੋਰਟ ਸੀਗੀ ਔਰ ਨਾਲ ਦੀ ਨਾਲ ਜੋ ਮੇਰੀ ਉੱਥੇ ਕੰਟਰੀਬਿਊਸ਼ਨ ਔਰ ਨਾਲ ਨਵਕਿਰਨ ਹੋਰਾਂ ਦੀ ਮੇਰੇ ਨਾਲੋਂ ਵੀ 10 ਗੁਣਾ ਵੱਧ ਜੋ ਕੰਟਰੀਬਿਊਸ਼ਨ ਰਹੀ ਇਸ ਮੁੱਦੇ ਤੇ, ਹੋਰ ਲੋਕਾਂ ਦੀ ਵੀ 2-3 ਦੀ ਰਹੀ, ਬੜੇ ਸੁਹਿਰਦ ਬੰਦਿਆਂ ਦੀ, ਸਮਹਾਓ ਅਸੀਂ ਮਤਲਬ ਇਹ ਐਡੇ ਵੱਡੇ ਮਸਲੇ ਨੂੰ ਜਿਹੜਾ ਪੰਜਾਬ ਦੀ ਫਿਊਚਰ ਜਨਰੇਸ਼ਨ ਦੇ ਨਾਲ ਸੰਬੰਧਿਤ ਹੈ, ਆਈ ਐਮ ਸੌਰੀ ਟੂ ਸੇ ਵੀ ਹੈਵ ਆਲ ਫੇਲਡ ਜੀ, ਵੀ ਹੈਵ ਆਲ ਫੇਲਡ। ਮੈਂ ਮਤਲਬ ਇਹਦੇ 'ਚ ਇਹ ਐਡਮਿਟ ਕਰੂੰਗਾ। ਦੇਖੋ, ਹਾਲਾਂਕਿ ਰੂਲਿੰਗ ਪਾਰਟੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ, ਸਰਦਾਰ ਬੇਅੰਤ ਸਿੰਘ ਚੀਫ ਮਿਨਿਸਟਰ, ਜਗਮੀਤ ਸਿੰਘ ਬਰਾੜ ਮੈਂਬਰ ਆਫ ਪਾਰਲੀਮੈਂਟ ਫਰੋਮ ਫਰੀਦਕੋਟ, ਪਰ ਮੈਂ ਗ੍ਰਿਫਤਾਰੀ ਇੱਥੇ ਦਿੱਤੀ ਸਤਲੁਜ ਯਮੁਨਾ ਲਿੰਕ ਨਹਿਰ ਦੀ ਚੰਡੀਗੜ੍ਹ ਆ ਕੇ। 3.5 ਮਹੀਨੇ ਅਸੀਂ ਬੁੜੈਲ ਜੇਲ੍ਹ 'ਚ ਰਹੇ। ਮੈਨੂੰ ਪਾਰਟੀ 'ਚੋਂ ਬਰਖਾਸਤ ਕੀਤਾ ਗਿਆ। ਕਿਹੜੇ ਸਾਲ? ਇਹ 1993 'ਚ, 1993। ਸਰਕਾਰਾਂ ਤੁਹਾਡੀਆਂ, ਸਰਕਾਰਾਂ ਆਪਣੀਆਂ, ਸਰ ਨਰਸਿਮਹਾ ਰਾਓ ਦਾ ਪ੍ਰਾਈਮ ਮਿਨਿਸਟਰ, ਔਰ ਮੈਨੂੰ ਕਿਹਾ ਗਿਆ, ਮੈਂ ਅੱਜ ਇੰਕਸ਼ਾਫ ਕਰਦਾ ਉਸ ਅਕਾਲ ਪੁਰਖ ਤੋਂ ਡਰ ਕੇ ਜਿਹੜਾ ਘਟ ਕੇ ਅੰਤਰ ਕੀ ਜਾਣਾ, ਜਿਹੜਾ ਖੁਦਾਵੰਦ ਸਾਰਿਆਂ ਨੂੰ ਆਪਾਂ ਨੂੰ ਦੇਖ ਰਿਹਾ ਹੈ ਜਾਂ ਜੋ ਆਪਾਂ ਮੰਨਦੇ ਹਾਂ, ਆਪਣਾ ਭਰੋਸਾ ਹੈ ਹਾਜ਼ਰਾ ਹਜ਼ੂਰ ਤੇ। ਮੈਨੂੰ ਗ੍ਰਿਫਤਾਰੀ ਤੋਂ ਬਾਅਦ ਬੁਲਾਇਆ ਗਿਆ, ਪ੍ਰਾਈਮ ਮਿਨਿਸਟਰ ਉਦੋਂ ਨਰਸਿਮਹਾ ਰਾਓ ਸੀ ਔਰ ਜਤਿੰਦਰ ਪ੍ਰਸਾਦ ਉਹਨਾਂ ਦੇ ਪੋਲੀਟੀਕਲ ਐਡਵਾਈਜ਼ਰ ਸੀ। ਮੈਨੂੰ ਘਰ ਬੁਲਾ ਕੇ ਕਿਹਾ ਗਿਆ ਕਿ ਜਗਮੀਤ, कैबिनेट एक्सपेंशन होने वाली है,
आपको कैबिनेट में, आप पार्लियामेंट में इंटरेस्ट लेते हो, आपका अपना कंट्रीब्यूशन है, मालवा से जीत के आए हो और आपको कैबिनेट में शामिल किया जाएगा, लेकिन आप इस मुद्दे के ऊपर और 84 के मुद्दे के ऊपर चुप कर जाओ। अच्छा, पानी तो 84 रहने दो, कैबिनेट रैंक ले लो। बाकी कैबिनेट ले लो। ये मतलब दिस इज ऑन रिकॉर्ड। नरसिम्हा राव, जितेंद्र प्रसाद, गुलाम नबी आज़ाद, ये सारे बंदे हाजिर सीगे ਜਦੋਂ ਮੈਨੂੰ ਇਹ ਕਿਹਾ ਗਿਆ ਔਰ ਮੈਂ ਉਹਦਾ ਇਸ ਕਰਕੇ ਦ੍ਰਿੜਤਾ ਨਾਲ ਜਵਾਬ ਦੇ ਸਕਿਆ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬਹੁਤ ਕੁਝ ਸੱਚਾ ਜਾਂ ਕੋਈ ਮੈਂ ਸੇਂਟ ਹੈ। ਆਈ ਨੈਵਰ ਕਾਲ ਮਾਈ ਸੈਲਫ ਅ ਸੇਂਟ, ਨੋਬਡੀ ਇਜ਼ ਅ ਸੇਂਟ ਇਨ ਪੋਲੀਟਿਕਸ, ਬਟ ਮੈਂ ਅਰਦਾਸਾਂ ਕੀਤੀਆਂ ਸੀ 8 ਗੁਰਦੁਆਰਾ ਇਤਿਹਾਸਕ ਜਿਹੜੇ ਮਾਲਵੇ ਦੇ ਹੈ ਕਿ ਹੇ ਸੱਚਾ ਪਾਤਸ਼ਾਹ, ਜੇ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ, ਜੇ ਉਹ ਪੌੜੀਆਂ ਚੜ੍ਹਨ ਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤਾਂ ਮੈਂ ਸੱਚ ਬੋਲੂੰਗਾ ਪੰਜਾਬ ਦੇ ਦੁਖਾਂਤ ਤੇ, ਪੰਜਾਬ ਦੀ ਪੀੜਾ ਤੇ। ਔਰ ਉਸ ਕਰਕੇ ਮੈਨੂੰ ਪਾਰਟੀ ਚੋਂ ਵਿਪ ਦੀ ਪੋਜੀਸ਼ਨ ਚੋਂ ਵੀ ਲਾਇਆ ਗਿਆ, ਪਾਰਟੀ ਚੋਂ ਐਕਸਪੈਲ ਵੀ ਕੀਤਾ ਗਿਆ। ਬੇਅੰਤ ਸਿੰਘ ਜੀ ਵੇਲੇ ਵੀ 6 ਈਅਰਸ ਦੀ ਐਕਸਪੈਲ ਕੀਤਾ ਗਿਆ। ਸੈਂਟਰਲ ਕਮੇਟੀ ਨੇ ਫਿਰ ਮੇਰਾ फैसला रोका जी। तो दिल से जो बात निकलती है असर रखती है, जो आवाज़ा आपके हिरदे चो कड्डो उहदा असर हुंदा है। पर नाउ द टाइम हैज़ कम जी, नाउ द टाइम हैज़ कम कि जयपुर का जिहड़ा कॉन्कलेव होया, दिस इज़ अ टर्निंग पॉइंट। मैनू उत्थों रिपोर्ट जिहड़ी मिली है कि गजेंद्र सिंह जिहड़े मंत्री और सारे पंजाब दे और सारे हिंदुस्तान दे या संबंधित शेखावत साहब सारे गए, इन्हां ने जिहड़ा उत्थे फैसला कीता है, ये तो हुण हरियाणे की इलैक्शन करके स्टंट है कि रौला रप्पा पाओ तो उत्थे वोटां लाओ, जिहड़ा कि ट्रेंड हुंदा है। बीजेपी का भी यही ट्रेंड है, लोक दल उन्हां दा भी यही ट्रेंड है, कांग्रेस का भी यही ट्रेंड है, हुड्डा साहब का भी SYL निकलनी चाहिए, उन्होंने पता है ये 100% कन्विंस्ड है लीडरशिप के कोई सतलुज जमुना लिंक नहर निकल नहीं सकती। ज़मीन वापस हो चुकी हैं, एडा दुखांत वापर चुके हैं, अनफॉर्चुनेट घटनावां भी हो चुकी हैं जिहदे च इनोसेंट लोगों दी जानां गईयां, क्योंकि इनोसेंट बंदियां दी जानां जानियां कोई पंजाब जिहड़ा पंजाब दा गौरवमई इतिहास है उहदे ते बहुता कोई चंगा साडा प्रभाव नहीं पाउंदा। तो इनू इस नू अज दी इस इंटरव्यू ने मैनू प्रेरित कीता है परमवीर कि मैं इस मुद्दे ते एक पॉलिटिकल कंसेंसस ऑफ पंजाब आप पिछे हट के भी, मैं किसी अहुदे का उम्मीदवार नहीं, कोई मैं इलैक्शन का उम्मीदवार नहीं, मैं किसी तुहाडी सरपरस्ती का उम्मीदवार नहीं, लेकिन लेट्स एटलीस्ट सिट टुगैदर और जे आप एक कंक्लूजन ते सारे एक ते पहुंचे हुए हैं कि असी पानी नहीं दे सकते, दैन व्हाट इज दी जे कॉफी के मुद्दे ते, जे काली मिर्च के मुद्दे ते, जे रबड़ के मुद्दे ते केरला का किसान, सारी पोलीटिकल खब्बियां सज्जियां पार्टियां जिन्हां दा राज है उत्थे इकट्ठियां हो सकदियां, वाई नॉट पंजाब। बराड़ साहब मैनूं एक चीज़ दस्सिओ, क्योंकि पंजाब छोटा जिहा 13 MP 117 MLA बहुते बड़े ज़्यादा बंदे नहीं है, इत्थे तो 450 MLA भी हैगा कई सूबे। बिल्कुल बिल्कुल। जानी सियासतदान किहड़ी मिट्टी दे बने हुंदे आ, की खांदे ने, किहड़ी चाह पींदे ने, किहड़ा दुੱਧ पींदे ने, किहड़ा सैलड खांदे आ कि ਜਦੋਂ ਪੰਜਾਬ ਗਰਕਣ ਤੇ ਆਇਆ ਫਿਰ ਵੀ ਇੱਕ ਬੱਸ 'ਚ ਬੈਠ ਕੇ ਦਿੱਲੀ ਤੱਕ ਜਾ ਕੇ ਮੈਂ ਸੋਚਦਾ ਸੀ ਕਿ 117 ਬੰਦੇ ਕਤਾਰ ਬੰਨ ਕੇ ਦਿੱਲੀ ਖੜੇ ਹੋਣ, ਪਿੱਛੇ ਜਾਂ ਅੱਗੇ 13 MP ਖੜੇ ਹੋਣ, ਪਿੱਛੇ ਬਾਕੀ ਸਾਰੇ ਲੀਡਰ ਖੜੇ ਹੋਣ ਕਿ ਭਾਈ ਅਸੀਂ ਪੰਜਾਬ ਤੋਂ ਆਏ ਹਾਂ, ਅਸੀਂ ਪੰਜਾਬ ਦੇ ਲੋਕਾਂ ਦੇ ਚੁਣਿਓ ਨੁਮਾਇੰਦੇ ਹਾਂ, ਆ ਸਾਡੇ ਪਿੱਛੇ ਬਾਕੀ ਲੀਡਰਸ਼ਿਪ ਹੈ, ਸਾਡੇ ਕੋਲ ਪਾਣੀ ਹੈ ਨਹੀਂ। ਜਾਣੀ ਉਹ ਦਿਨ ਕਦੋਂ ਆਊਗਾ? ਪੰਜਾਬ ਦੇ ਲੋਕ ਚਾਹੁੰਦੇ ਆ, ਪੰਜਾਬ ਦੇ ਲੋਕ ਕਿਸਾਨੀ ਮੋਰਚੇ 'ਚ ਇਕੱਠੇ ਹੋਏ, ਹਰਿਆਣੇ ਵਾਲੇ ਵੀ ਇਕੱਠੇ ਹੋਏ, ਸਾਰੇ ਇਕੱਠੇ ਹੋ ਗਏ, ਲੀਡਰ ਨਹੀਂ ਇਕੱਠੇ ਹੁੰਦੇ। ਜਾਣੀ ਗੱਲ ਕੀ ਆ, ਧਾਤੂ ਕਿਹੜੀ ਦੇ ਬਣੇ ਹੁੰਦੇ ਆ? देखो कुछ मेरा ख्याल है कि शॉर्ट साइटेडनेस, ओपन माइंड ना होना, दूजे प्रति दुख दर्द पीड़ा ना होनी, क्योंकि जो धर्म भी है वो मतलब मानवता दे जिहड़े आदर्शां दे विच गुरु साहिबान ने सानू बन्निया, जिहदे च बाबा फरीद और गुरु नानक जिहड़ा मुढ़ले पंजाब दा कहंदे आ कि सकाफती नज़रिए तो और ਸਾਹਿਤ ਦੇ ਨਜ਼ਰੀਏ ਤੋਂ और तहजीब ਦੇ ਨਜ਼ਰੀਏ ਤੋਂ ਉਹ ਪੰਜਾਬ ਸਾਡੇ ਨਾਲੋਂ 100 ਗੁਣਾ ਚੰਗਾ ਸੀ। ਔਰ ਅਗਰ ਅਸੀਂ ਬਾਬਾ ਫਰੀਦ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਹ ਮੁਸਲਮਾਨ ਭਾਈਚਾਰਾ ਆਪਣਾ ਬਾਬਾ ਫਰੀਦ ਦੀਆਂ ਉਹਨਾਂ ਦੇ ਬਚਨਾਂ ਤੇ ਉਹਨਾਂ ਦੀਆਂ ਕੀਤੀਆਂ ਹੋਏ ਫਰਮਾਨ ਤੇ ਅਮਲ ਕਰ ਲੈਂਦਾ, ਅਸੀਂ ਗੁਰੂ ਨਾਨਕ ਮਹਾਰਾਜ ਦੇ ਫਰਮਾਨ ਤੇ ਅਮਲ ਕਰ ਲੈਂਦੇ ਤਾਂ 47 ਦਾ ਦੁਖਾਂਤ ਹੀ ਨਹੀਂ ਹੋਣਾ ਸੀ। ਔਰ ਜਿਹੜਾ ਫਰਦਰ ਦੁਖਾਂਤ ਹੈਗਾ ਜਿਹਦੇ ਵੱਲ ਸਿਚੁਏਸ਼ਨ ਔਰ ਹਾਲਾਤ ਕਈ ਵਾਰੀ ਮਾੜੇ ਟਰਨ ਲੈਂਦੇ ਹੈ, ਇਹ ਮੈਂ ਸਮਝਦਾ ਕਿ ਬਦਲੀਆਂ ਹੋਈਆਂ ਪਰਿਸਥਿਤੀਆਂ 'ਚ ਲੀਡਰਸ਼ਿਪ ਨੂੰ ਜਿੰਨਾ ਤੁਸੀਂ ਪੋਲੀਟੀਕਲ ਆਊਟਫਿਟਸ ਦਾ ਕਹਿ ਲਓ ਜਾਂ ਪੋਲੀਟੀਕਲ ਐਜ਼ ਅ ਹੋਲ ਇਹ ਸਵਾਲ ਕੀਤਾ ਹੈ,
ਸਾਨੂੰ ਬਦਲਣਾ ਪਏਗਾ ਔਰ ਸਾਨੂੰ ਇਹ ਚਾਹੀਦਾ ਹੈ ਕਿ ਪੰਜਾਬ ਦੇ 13 ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਜੀ, ਅਗਰ experts on different subjects ਸਾਡੇ ਨੌਜਵਾਨ ਬੱਚੇ for example somebody on the constitution, somebody on the river water, somebody on agriculture, somebody on business, somebody on cultural heritage of Punjab, somebody on history, ਅਗਰ ਅਸੀਂ 13 ਬੰਦੇ ਇਹ ਜੇ ਭੇਜ ਦਈਏ ਉਹ ਪਿਛਲੇ 52 ਤੋਂ ਲੈ ਕੇ ਹੁਣ ਤਾਈਂ ਜਿੰਨੇ ਬੰਦੇ ਗਏ ਹੈ ਉਹ ਵੱਧ ਕੰਟਰੀਬਿਊਸ਼ਨ ਕਰ ਸਕਣਗੇ ਕਿਉਂਕਿ ਸਾਡੇ ਬੰਦੇ ਤਾਂ ਉੱਥੇ ਇੰਟਰਸਟ ਹੀ ਨਹੀਂ ਲੈਂਦੇ, ਸਾਡੇ ਬੰਦੇ ਤਾਂ ਦਸਤਖਤ ਕਰਕੇ ਆ ਜਾਂਦੇ, ਕੋਈ ਤਿਆਰੀ ਨਹੀਂ ਕਰਦੇ, ਕੋਈ ਪੜ੍ਹਦੇ ਨਹੀਂ। ਮੇਰਾ ਕਹਿਣ ਦਾ ਮਤਲਬ ਹੈ ਇਹ ਇੱਕ ਜਿਵੇਂ ਮੈਂ ਰੋਕਦਾ ਨਹੀਂ ਹੁੰਦਾ, ਮੈਂ ਅੱਜ ਨਹੀਂ ਪਲੀਜ਼ ਮੈਂ ਇਸ ਕਰਕੇ ਰੋਕਣ ਲੱਗਿਆ ਕਿ ਤੁਸੀਂ ਕਹਿੰਦੇ ਤਿਆਰੀ ਕਰਕੇ ਨਹੀਂ ਜਾਂਦੇ, ਤੁਸੀਂ MP ਰਹੇ ਹੋ ਜੀ, ਤੁਹਾਡੀ ਹਾਜ਼ਰੀ ਕਿੰਨੇ ਕੁ % ਹੁੰਦੀ ਸੀ ਪਾਰਲੀਮੈਂਟ ਦੇ ਵਿੱਚ, ਕਿੰਨੀਆਂ ਕੁ ਛੁੱਟੀਆਂ ਲੈਂਦੇ ਸੀ? ਦੇਖੋ ਮੈਂ ਇੱਕ ਤਾਂ ਇਹ ਹੈ ਕਿ ਜਿਹੜਾ ਕਨਸਟੀਟਿਊਂਸੀ ਦੀ ਮਜਬੂਰੀ ਹੁੰਦੀ ਹੈ ਸੈਟਰਡੇ ਸੰਡੇ ਦੀ, ਮੈਨੂੰ ਇੱਕ ਬੜਾ ਲਾਭ ਹੋਇਆ ਕਿ ਸੈਸ਼ਨ ਪੀਰੀਅਡ ਮੇਰੀ 100% ਹਾਜ਼ਰੀ ਰਹੀ ਇਸ ਕਰਕੇ ਕਿ ਮੈਂ ਸੈਟਰਡੇ ਨੂੰ ਟ੍ਰੇਨ ਤੇ ਚੜ੍ਹ ਕੇ ਤੇ ਮੈਂ ਉੱਥੇ ਮੁਕਤਸਰ ਤੇ ਫਿਰੋਜ਼ਪੁਰ ਤੇ ਮੋਗਾ ਤੇ ਜਿੰਨੇ ਹਲਕਿਆਂ 'ਚ ਚੋਣਾਂ ਮੈਂ ਲੜਿਆ, ਮੈਂ ਉੱਥੇ ਭੋਗਾਂ ਖੁਸ਼ੀਆਂ ਗਮੀਆਂ ਤੇ ਪਹੁੰਚ ਜਾਂਦਾ ਸੀ, ਸਮਾਗਮਾਂ 'ਚ ਪਹੁੰਚ ਜਾਂਦਾ ਸੀ, ਮੁੱਖ ਮੇਲਿਆਂ 'ਚ ਪਹੁੰਚ ਜਾਂਦਾ ਸੀ, ਕਾਨਫਰੰਸਾਂ 'ਚ ਪਹੁੰਚ ਜਾਂਦੇ ਸੀ। ਜਿਸ ਦਿਨ ਵਰਕਿੰਗ ਡੇ ਪਾਰਲੀਮੈਂਟ ਦਾ ਹੁੰਦਾ ਸੀ ਉਹ ਨਹੀਂ ਮੈਂ ਛੱਡਿਆ, ਲਗਾਤਾਰ। ਔਰ ਮੈਨੂੰ ਵਾਹਿਗੁਰੂ ਦੀ ਕਿਰਪਾ ਰਹੀ ਹੈ ਕਿ ਹਿੰਦੁਸਤਾਨ ਦੀ ਜਿਹੜੀ ਲਾਇਬ੍ਰੇਰੀ ਹੈ ਪਾਰਲੀਮੈਂਟ ਦੀ, ਮੈਂ ਉੱਥੇ ਆਉਣਾ ਸੀ। ਮੇਰਾ ਕਹਿਣ ਦਾ ਮਤਲਬ ਹੈ ਉਸ ਲਾਇਬ੍ਰੇਰੀ ਦਾ ਵਿੱਚ ਮਤਲਬ ਮੇਰਾ ਸਮਝਦਾ ਕਿ ਅਗਰ ਸਭ ਤੋਂ ਵੱਧ ਆਰਜ਼ ਉੱਥੇ ਕਿਸੇ ਨੇ 12 8 7 ਘੰਟੇ ਕੋਈ ਜਦੋਂ ਸੈਸ਼ਨ ਚੱਲਦਾ ਹੈ ਉਦੋਂ ਪਾਰਲੀਮੈਂਟ ਦੀ ਲਾਇਬ੍ਰੇਰੀ ਦਾ ਜਿਹੜਾ ਟਾਈਮ ਹੈ ਉਹ ਹੋ ਜਾਂਦਾ ਹੈ ਫਰੋਮ 10 to 9 10 onwards। ਸੋ ਕਾਫੀ ਡਿਫੈਂਸ ਦੇ ਮੁੱਦਿਆਂ ਤੇ, ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ, ਪੰਜਾਬ ਦੇ ਜਿੰਨੀ ਅਨਇੰਪਲੋਇਮੈਂਟ ਦੀ ਗੱਲ ਹੈ, ਪੰਜਾਬ ਦੇ ਦਲਿਤ ਵਰਗ ਦੇ ਮੁੱਦਿਆਂ ਤੇ ਕਾਫੀ ਤਿਆਰੀ ਨਾਲ ਸਭ ਤੋਂ ਵੱਧ ਮੈਂ ਪ੍ਰਸ਼ਨ ਕੀਤੇ, ਸਭ ਤੋਂ ਵੱਧ ਮੈਂ ਇੰਗੇਜ ਕੀਤਾ। ਔਰ ਇੱਥੋਂ ਤੱਕ ਮੇਰੇ ਤੇ ਹਮਲਾ ਹੋਇਆ ਕਿ ਜਦੋਂ ਮਿਗ ਕ੍ਰੈਸ਼ਸ ਦੇ ਉੱਤੇ ਮੈਂ ਹਿੰਦੁਸਤਾਨ ਦੇ ਉਸ ਵੇਲੇ ਦੇ ਡਿਫੈਂਸ ਮਿਨਿਸਟਰ ਜਾਰਜ ਫਰਨੈਂਡਸ ਨੂੰ ਇਹ ਕਿਹਾ ਕਿ 200 ਪਾਇਲਟ ਦਾ ਕ੍ਰੈਸ਼ ਹੋ ਚੁੱਕਿਆ ਤੇ ਇੱਕ ਕਵਿਤਾ ਗਾਡਗਿਲ ਨਾਂ ਦੀ ਇੱਕ ਸਾਡੀ ਕਿਸੇ ਮਾਤਾ ਨੇ ਜਾਂ ਭੈਣ ਨੇ ਜਿਹਦਾ ਬੱਚਾ ਅਭਿਜੀਤ ਗਾਡਗਿਲ ਜੋਧਪੁਰ ਤੋਂ ਉੱਡਿਆ 2 ਮਿੰਟ ਬਾਅਦ ਉਹਦਾ ਜਿਹੜਾ ਕ੍ਰੈਸ਼ ਹੋ ਗਿਆ ਮਿਗ, ਔਰ ਉਹਨਾਂ ਨੇ ਇੱਕ ਈਮੇਲ ਲਿਖੀ MPs ਨੂੰ, ਉਸ ਵੇਲੇ ਈਮੇਲ ਹੋ ਗਈ ਸੀ ਸ਼ੁਰੂ, ਬਈ ਤੁਸੀਂ ਇਹਦੇ ਤੇ ਇਹਨੂੰ ਟੇਕ ਅਪ ਕਰੋ ਮੈਟਰ ਨੂੰ। ਮੈਂ ਜਦੋਂ ਕਾਲਿੰਗ ਅਟੈਂਸ਼ਨ ਦਿੱਤੀ ਸਪੀਕਰ ਦੇ ਰਾਹੀਂ ਤੇ ਉਹ ਮੈਨੂੰ ਪਾਰਟੀ ਦੇ ਚੀਫ ਵਿਪ ਔਰ ਪਾਰਟੀ ਲੀਡਰ ਨੇ ਕਿਹਾ ਕਿ ਸ਼ਿਵਰਾਜ ਪਾਟਿਲ ਸੀਗੇ ਉਦੋਂ, ਕਹਿੰਦੇ ਆਪ ਯੂ ਕਾਂਟ ਪਾर्टिसिपेट इन दिस। मैं कहा सर कॉलिंग अटेंशन मोशन तो कभी 10 बरस में एडमिट होता है, एंड आई हैव गिवन अ कॉलिंग अटेंशन मोशन ऑन द डिफेंस मैटर ऑन कारगिल और ऑन दिस, ते मैनू तुसी बोलन दी मैं इहदे ते तां मैं बोलो, कहंदे देन यू विल बी द ओनली पर्सन प्रेजेंट इन द हाउस, तो तुसी कल्ले रह जाओगे, सारी पार्टी नूं असीं विप जारी करता, तुसी बाहर जाओ। मैं कहा तो बहुत संकट वाला काम हो गया। KP ਸਿੰਘ ਦੇਵ ਹੁੰਦੇ ਸੀ ਬੜੇ ਸੀਨੀਅਰ ਮੋਸਟ ਲੀਡਰ, ਉਹ ਪਾਇਲਟ ਰਹੇ ਸੀ, ਉਹ ਬਠਿੰਡੇ ਫਲਾਈ ਕਰਦੇ ਰਹੇ ਸੀ, ਬੜਾ ਸੀਨੀਅਰ ਮੋਸਟ ਲੀਡਰ ਹੈ, ਉੱਥੋਂ ਦੀ ਰਾਇਲ ਫੈਮਿਲੀ ਨੂੰ ਉੜੀਸਾ ਦੇ ਨਾਲ ਸੰਬੰਧਿਤ ਸੀਗੇ। ਮੈਨੂੰ ਆਂਦੇ ਜਗਮੀਤ ਯੂ ਟੇਕ ਅਪ ਦਿਸ ਮੈਟਰ, I will stand by you, I will not go out। ਦੋ ਹੋ ਗਏ, ਹਾਂ 2 ਹੋ ਗਏ। ਇੱਕ ਹੋ ਗਿਆ ਲక్ష్మణ ਸਿੰਘ ਦਿਗਵਿਜੇ ਸਿੰਘ ਦਾ ਭਰਾ, ਸੋ ਉਹ ਵੀ ਆ ਗਿਆ ਤੇ 5-7 MPs ਹੋਰ ਆ ਗਏ ਸਾਊਥ ਦੇ, ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਉਹਦੇ ਤੇ ਡਿਫੈਂਸ ਦੇ ਉੱਤੇ ਉਦੋਂ ਘੰਟਾ ਬਹਿਸ ਹੋਈ। ਜਾਰਜ ਫਰਨੈਂਡਸ ਨੇ ਉੱਠ ਕੇ ਉਹਨੂੰ ਇਹ ਕਹਿਣਾ ਪਿਆ ਕਿ ਆਈ ਫੀਲ ਪ੍ਰਾਊਡ ਇਨ ਆਨਸਰਿੰਗ ਜਗਮੀਤ ਸਿੰਘ ਬਰਾੜ, ਜਿਨ੍ਹਾਂ ਨੇ ਐਡਾ ਅਹਿਮ ਮੁੱਦਾ ਜਿਹੜਾ ਹੈਗਾ, ਜਿਹੜੇ ਥਰਡ ਵਰਲਡ ਕੰਟਰੀਜ਼ ਤੋਂ ਪੁਰਜ਼ੇ ਲੈਂਦੀ ਰਹੀ ਕਾਂਗਰਸ ਔਰ ਦੂਜੀਆਂ ਸਰਕਾਰਾਂ NDA ਵੇਲੇ ਵੀ ਉਹਨਾਂ ਪੁਰਜ਼ਿਆਂ ਕਰਕੇ ਬੱਚੇ ਜਿਹੜੇ ਹੈ 200 ਤੋਂ ਉੱਪਰ 10,000 ਕਰੋੜ ਲੱਗਦਾ ਹੈ, ਮਤਲਬ ਜਹਾਜ਼ ਦਾ ਤੇ ਪਾਇਲਟ ਨੂੰ ਤਿਆਰ ਕਰਨ ਦਾ ਉਹਦਾ ਖਰਚਾ, ਉਹ ਕਿੰਨਾ ਉਹਦਾ ਨੁਕਸਾਨ ਹੋਇਆ। ਸੋ ਜਿੱਥੋਂ ਤੱਕ ਪਾਰਲੀਮੈਂਟ ਦੀ ਪਾਰਟਿਸਿਪੇਸ਼ਨ ਦਾ ਸਵਾਲ ਸੀ, ਬੜਿਆਂ ਬੰਦਿਆਂ ਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਨਹੀਂ ਇਹ ਕਿਹਾ, ਕਦੇ ਵੀ ਆਪਣੇ ਨਾਲ ਨਹੀਂ ਜੋੜਿਆ, ਲੇਕਿਨ ਵਿਨਮਰਤਾ ਨਾਲ ਮੈਂ ਅੱਜ ਪੰਜਾਬ ਦੇ ਸਮੁੱਚੀ ਪੰਜਾਬੀਅਤ ਦੇ ਚਰਨਾਂ 'ਚ ਆਪਦਾ ਸਿਰ ਧਰਦਾ ਹੈ ਕਿ ਮੈਨੂੰ ਮਲੇਰਕੋਟਲੇ ਦੀ ਧਰਤੀ ਤੇ ਬੁਲਾ ਕੇ ਇੱਕ ਬਣਾ ਕੇ ਮੈਪ ਜਿਹਦੇ ਤੇ ਖੂਨ ਦੇ ਧੱਬੇ ਸੀ, ਉਸ ਵੇਲੇ ਟ੍ਰੈਜਡੀ ਹੋਈ ਸੀ ਪੰਜਾਬ ਦੀ, ਉੱਤੇ ਆਵਾਜ਼ੇ ਪੰਜਾਬ ਪਹਿਲੀ ਮੇਰੀ ਪਾਰਲੀਮੈਂਟ ਦੀ ਜਿਹੜੀ ਮੇਡਨ ਸਪੀਚ ਸੀ, ਉਹਦੇ ਕਰਕੇ ਮਲੇਰਕੋਟਲੇ ਦੇ ਭਾਈਚਾਰੇ ਨੇ, ਅਖਬਾਰਾਂ ਦੇ ਛੋਟੇ ਪੱਤਰਕਾਰ, ਉਸ ਵੇਲੇ ਛੋਟੇ ਅਖਬਾਰ ਚੱਲਦੇ ਸੀ, ਉਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਕੋਸ਼ਿਸ਼ ਕੀਤੀ ਕਿ
ਬੰਦਾ ਲਿਵ ਅਪ ਕਰੇ ਉਹਨਾਂ ਐਕਸਪੈਕਟੇਸ਼ਨਸ ਨੂੰ। ਇਸੇ ਕਰਕੇ ਕਈ ਵਾਰੀ ਗਲਤਫਹਿਮੀਆਂ ਬਹੁਤ ਹੁੰਦੀਆਂ ਰਹੀਆਂ ਕਿ ਬੇਅੰਤ ਸਿੰਘ ਨਾਲ ਵੀ ਜਗਮੀਤ ਸਿੰਘ ਬਰਾੜ ਲੜਦਾ ਹੈ, ਰਜਿੰਦਰ ਕੌਰ ਪੱਠਲ ਨਾਲ ਵੀ ਲੜ ਪੈਂਦੇ ਆ, ਹਰਚਰਨ ਸਿੰਘ ਬਰਾੜ ਨਾਲ ਵੀ ਲੜ ਪੈਂਦੇ ਆ, ਨਰਸਿਮਹਾ ਰਾਓ ਨਾਲ ਵੀ ਲੜ ਪੈਂਦੇ ਆ, ਅਮਰਿੰਦਰ ਸਿੰਘ ਨਾਲ ਵੀ ਲੜ ਪੈਂਦੇ। ਇਹਦੀ ਯਾਰ ਕਿਸੇ ਨਾਲ ਮੈਂ ਅੱਜ ਬਹੁਤ ਮਤਲਬ ਆਦੇ ਹਿਰਦੇ ਦੀਆਂ ਗਹਿਰਾਈਆਂ 'ਚੋਂ ਮੇਰਾ ਕੋਈ ਪਰਸਨਲ ਇਹਨਾਂ ਦੇ ਨਾਲ ਵਿਰੋਧ ਨਹੀਂ ਸੀ। ਔਰ ਮੈਂ ਇਹ ਵੀ ਇਨਕਸ਼ਾਫ ਕਰਦਾ ਕਿ ਮੇਰੀ ਇੱਜ਼ਤ ਤੇ ਸਨਮਾਨ ਇਹ ਜਿਹੜੇ ਮੈਂ 8 ਬੰਦੇ ਲਏ ਆ, ਇਹ ਮੈਂ ਜਦੋਂ ਵੀ ਉਹਨਾਂ ਨੂੰ ਮਿਲਣ ਜਾਂਦਾ ਸੀ ਉਹ ਖੜੋ ਜਾਂਦੇ ਸੀ ਆਪਦੀ ਕੁਰਸੀ ਤੋਂ ਔਰ ਮੈਨੂੰ ਗੇਟ ਤੱਕ ਛੱਡਣ ਆਉਂਦੇ ਸੀ। ਇਹਦੇ ਬਾਵਜੂਦ ਆ ਮੁੱਦਿਆਂ ਕਰਕੇ ਹੁਣ ਅਮਰਿੰਦਰ ਸਿੰਘ ਔਰ ਨਾਲ ਰਿਲਾਇੰਸ ਨੂੰ ਜਦੋਂ ਫ੍ਰੀ ਦੇਣ ਲੱਗੇ ਲੈਂਡ, ਉਦੋਂ ਮੈਂ ਇਹ ਕਿਹਾ ਕਿ ਬਈ ਦਿਸ ਇਜ਼ ਨਾਟ ਔਨ। ਸਾਡਾ ਸਾਰੀਆਂ ਡਿਫੈਂਸ ਦੀਆਂ ਚਲੀ ਗਈ ਜ਼ਮੀਨ, ਹੋਰ ਜ਼ਮੀਨਾਂ ਖੁੱਸ ਗਈਆਂ। ਹੁਣ ਤੁਸੀਂ ਇਹਨਾਂ ਨੂੰ ਅਡਾਨੀ ਗਰੁੱਪ ਨੂੰ ਜਦੋਂ ਮੋਗੇ ਦਿੱਤਾ ਹੈ, ਅਹਿਮਦ ਪਟੇਲ ਹੋਰਾਂ ਨੇ ਪ੍ਰੋਜੈਕਟ, ਅਹਿਮਦ ਪਟੇਲ ਵਾਸ ਵਿਚਾਰੇ ਗੁਜ਼ਰ ਗਏ, ਬੜੇ ਸਿਆਣੇ ਬੰਦੇ ਸੀ, ਲੇਕਿਨ ਹੀ ਵਾਸ ਆਲ ਇਨ in Congress. Every party needs funds. Every party needs aeroplanes of the bigger houses. जिन्ना कोले 74% हिंदुस्तान दी माया चली गई है और आम बंदे तक कितने रह गए हैं। हाँ जी, ये अंकड़े ही आए हैं कि 73% of the total wealth of India ये 15-20 घराणियां दे विच ही हुण तां डिस्ट्रीब्यूट होके रह गई है। तो मेरा कहण तो भाव है कि उदों इस तरह विरोध कई मुद्दਿਆਂ ਤੇ ਜਿਹੜੇ ਹੈ ਉਹ ਖੜੇ ਹੁੰਦੇ ਰਹੇ। ਜਿੱਦਾਂ ਤੁਸੀਂ ਆਪ ਹੀ ਕਿਹਾ ਕਿ ਇਹਨਾਂ ਬੰਦਿਆਂ ਨਾਲ ਚਾਹੇ ਸਿਧਾਂਤਾਂ ਕਰਕੇ ਕਿਸੇ ਕਰਕੇ, ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਇਕੱਠੇ ਹੋ ਜਾਈਏ, ਤਾਂ ਵਿਰੋਧੀ ਕਹਿੰਦੇ ਆਪ ਤੁਹਾਡੀ ਬਣਦੀ ਨਹੀਂ ਕਿਸੇ ਨਾਲ। ਉਹ ਇਸ਼ੂ ਬੇਸਡ ਮੁੱਦਿਆਂ ਤੇ ਝਗੜਾ ਹੋਇਆ। ਠੀਕ ਹੈ ਜੀ। ਫੋਰ ਐਗਜ਼ਾਮਪਲ ਮੈਂ ਪੰਜਾਬ ਦੀ ਜਿਹੜੀ ਮਸਲਾ ਸੀਗਾ ਉਸ ਵੇਲੇ ਬੇਅੰਤ ਸਿੰਘ ਜੀ ਵੇਲੇ, ਉਸ ਵੇਲੇ ਮੈਂ ਇਹ ਕਿਹਾ ਕਿ ਜਿਹੜਾ ਟਾਡਾ ਹੈ, ਮੈਂ ਟਾਡਾ ਰਿਪੀਲ ਹੋ ਚੁੱਕਿਆ ਪਾਰਲੀਮੈਂਟ ਜੀ, ਫਸਟ ਟਾਈਮ ਇਨ ਪਾਰਲੀਮੈਂਟ ਕਾਂਗਰਸ ਬੈਂਚਸ ਤੋਂ ਜਦੋਂ ਕਾਂਗਰਸ ਰੀਇੰਟਰੋਡਿਊਸ ਕਰ ਰਹੀ ਸੀ ਟਾਡਾ, ਆਈ ਅਪੋਜ਼ਡ ਚਿਦੰਬਰਮ। ਮੈਂ ਕਿਹਾ ਇਹ ਟਾਡਾ ਜਿਹੜਾ ਹੈ ਹਿਊਮਨ ਰਾਈਟਸ ਦੇ ਵਿਰੁੱਧ ਹੈ। ਤੇ ਜਿੰਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ, ਤੁਹਾਨੂੰ ਮੈਂ ਇੱਕ ਇਨਫੋਰਮੇਸ਼ਨ ਦੇਵਾਂ, ਅਕੋਰਡਿੰਗ ਟੂ RS ਚੀਮਾ ਜਿਹੜੇ ਸਾਡੇ ਬੈਸਟ ਕ੍ਰਿਮੀਨਲ ਲਾਇਰ ਨੇ, ਹੋਰ ਜਿਹੜੇ ਬੰਦੇ ਇਸ ਕੇਸਿਸ ਨੂੰ ਡੀਲ ਕਰ ਰਹੇ ਆ, ਉਹ ਜਿਹੜੇ ਬੰਦੇ ਬੰਦੀ ਸਿੰਘ ਹੈ ਇਹਨਾਂ ਨੂੰ ਸਜ਼ਾਵਾਂ ਟਾਡਾ ਚੋਂ ਹੀ ਆਈਆਂ। ਟਾਡਾ ਰਿਪੀਲ ਹੋ ਚੁੱਕਿਆ ਜੀ। ਅਗਰ ਕੋਈ ਮੈਂਬਰ ਆਫ ਪਾਰਲੀਮੈਂਟ ਇਹ ਮੈਟਰ ਇਨ ਪਾਰਲੀਮੈਂਟ ਟੇਕ ਅਪ ਕਰ ਲੇ ਇਨ ਪ੍ਰੋਪਰ ਵੇ, ਤਾਂ ਇਹ ਬੰਦਿਆਂ ਦੀ ਤਾਂ ਰਿਹਾਈ ਕਦੋਂ ਦੀ ਹੋ ਜਾਣੀ ਸੀ। ਮਤਲਬ ਕਈ ਟੈਕਨੀਕਲ ਇਹਦੇ ਪੁਆਇੰਟਸ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹ ਜਿਹੜੇ ਡਿਫਰੈਂਸਿਸ ਸੀਗੇ, ਓਨੈਸਟਲੀ ਸਪੀਕਿੰਗ, ਨਾ ਕਿਸੇ ਠੇਕੇ ਤੇ, ਨਾ ਕਿਸੇ ਬੰਦੇ ਨੂੰ ਲਾਉਣ ਤੇ, ਨਾ ਕਿਸੇ ਨੂੰ ਬਿਜ਼ਨਸਮੈਨ ਨੂੰ ਫਾਇਦਾ ਦੇਣ ਤੇ, ਇਹ ਕੇਵਲ ਤੇ ਕੇਵਲ ਪੰਜਾਬ ਦੇ ਇਸ਼ੂ, ਰਾਜਧਾਨੀ ਦਾ ਇਸ਼ੂ, ਪੰਜਾਬ ਦੇ ਪਾਣੀ ਦਾ ਇਸ਼ੂ, ਇੰਪਲੋਇਮੈਂਟ ਦਾ ਇਸ਼ੂ, ਇਹਨਾਂ ਮੁੱਦਿਆਂ ਤੇ ਮਤਭੇਦ ਹੁੰਦੇ ਰਹੇ। ਮੇਬੀ ਮੈਂ ਇਹ ਵੀ ਐਡਮਿਟ ਕਰਦਾ ਕਿ ਇਨਸਾਨ ਕੋਈ, ਮੈਂ ਇਹਨਾਂ ਤੋਂ ਕੋਈ ਉੱਚਾ ਇਨਸਾਨ ਨਹੀਂ ਹੈ, ਮੈਂ ਤਾਂ ਇਹਨਾਂ ਦੇ ਪੈਰਾਂ ਦੇ ਤੋਲ ਹੈ, ਲੇਕਿਨ ਮੇਰਾ ਪਰਸਨਲ ਕੋਈ ਵੀ ਇਹਨਾਂ ਨਾਲ ਕੰਟਰਡਿਕਸ਼ਨ ਦਾ ਮੁਫਾਦ ਨਹੀਂ ਸੀ। ਬਰਾੜ ਸਾਹਿਬ, ਲੋਕ ਬਹੁਤ ਹੈਰਾਨ ਹੋਏ ਸੀ, ਬਹੁਤ ਜ਼ਿਆਦਾ ਹੈਰਾਨ ਹੋਏ ਸੀ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਗਏ। ਜਾਣੀ ਸਾਰੇ ਹੈਰਾਨ ਹੋਏ ਸੀ। ਜਾਣੀ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬੀ ਇਦਾਂ ਦਾ ਹੋਵੇ ਜਿਹੜਾ ਤੁਹਾਨੂੰ ਜਾਣਦਾ ਤੇ ਹੈਰਾਨ ਨਾ ਹੋਇਆ ਹੋਵੇ, ਕਿਉਂਕਿ ਤੁਸੀਂ ਜਿਸ ਪਰਿਵਾਰ ਦੇ ਖਿਲਾਫ ਜੀ ਸਾਰੀ ਉਮਰ ਚੋਣਾਂ ਲੜੀਆਂ, ਬਿਲਕੁਲ ਉਸੇ ਪਰਿਵਾਰ ਦੀ ਅਗਵਾਈ ਵਾਲੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋ ਗਏ। ਯਾਨੀ ਕੀ ਅਕਾਲੀ ਦਲ 'ਚ ਐਸਾ ਕੀ ਦੱਸਿਆ ਸੀ, ਜਿਹੜੇ ਇਲਜ਼ਾਮ ਪਹਿਲਾਂ ਲਾਉਂਦੇ ਰਹੇ ਸੀ ਕਿ ਉਹ ਧੋਤੇ ਗਏ ਸੀ ਜਾਂ ਉਹਦੇ ਵਿੱਚੋਂ ਸਾਰਾ ਕੁਝ ਠੀਕ ਹੋ ਗਿਆ ਸੀ? ਕਹਾਣੀ ਕੀ ਸੀ, ਕਿਉਂ ਜਾਣਾ ਪਿਆ? ਅੱਜ ਦੀ ਇੰਟਰਵਿਊ ਦਾ ਐਕਸਲੈਂਟ ਔਰ ਬੈਸਟ ਕੁਐਸਚਨ ਹੈ ਪਰਮਵੀਰ ਪਾਠ। ਮੈਂ ਤੁਹਾਨੂੰ ਦੱਸਾਂ ਕਿ ਅੱਜ ਸੱਚ ਦਾ, ਕਿਉਂਕਿ ਕੀ ਮਤਲਬ ਜਿਵੇਂ ਹੁੰਦੇ ਆ, ਬਹੁਤੀ ਗਈ ਥੋੜੀ ਰਹੀ ਜੀ, ਪਲ ਪਲ ਗਈ ਵਿਹਾਏ, ਗੱਲ ਉਹ ਕਰਨੀ ਚਾਹੀਦੀ ਜਿਹਦੀ ਗੱਲ ਦਾ ਕੋਈ ਉਹਦਾ ਵਜ਼ਨ ਹੋਵੇ ਜੀ। ਕਾਂਗਰਸ ਦੇ ਵਿੱਚ ਮੈਂ 1980 'ਚ ਪਹਿਲੀ ਇਲੈਕਸ਼ਨ 22 ਸਾਲਾਂ ਦੀ ਉਮਰ 'ਚ ਸਾਹ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੜਿਆ। ਮੈਂ ਇੰਟਾਈਟਲਡ ਨਹੀਂ ਸੀਗਾ ਅਸੀਂ ਲੜਨ ਲਈ, ਲੇਕਿਨ ਮੈਂ ਕਾਗਜ਼ ਭਰਤੇ ਮੇਰੇ ਫਾਦਰ ਦੇ ਨਾਲ। ਚਲੋ ਉਹ ਇੱਕ ਬਾਤ ਦੀ ਗੱਲ ਹੈਗੀ ਹੈ, ਪੋਲੀਟੀਕਲ ਡਿਫਰੈਂਸਿਸ ਹੋ ਗਏ ਸੀ ਬਾਦਲ ਸਾਹਿਬ ਦੇ। ਮੈਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਸੀ, ਮੈਂ ਅਕਾਲੀ ਦਲ ਹੀ ਮੇਰਾ ਮੁੱਢ ਸੀ, ਲੇਕਿਨ ਮੈਨੂੰ ਇਹ ਇੱਕ ਅੰਦਰ ਮੇਰੇ ਇੱਕ ਜਿਵੇਂ 22 ਸਾਲ ਦੀ ਉਮਰ ਦੇ ਇੱਕ ਨੌਜਵਾਨ ਦੇ ਅੰਦਰ ਜਿਹੜਾ ਪੋਲੀਟੀਕਲ ਐਕਟਿਵਿਸਟ ਕਮਿਊਨਿਸਟ ਪਾਰਟੀ ਨਾਲ, PSU ਨਾਲ ਰਿਹਾ ਹੋਵੇ, ਨਕਸਲਾਈਟ ਮੂਵਮੈਂਟ ਦੇ ਵਿੱਚ ਨਾਲ ਕੈਦ ਹੋਇਆ ਹੋਵੇ, ਮੋਗਾ ਐਜੀਟੇਸ਼ਨ 'ਚ ਕੈਦ ਹੋਇਆ ਹੋਵੇ, ਸਮਹਾਓ ਮੈਨੂੰ ਇੱਕ ਪੋਲੀਟੀਕਲ ਵੀ ਮੇਰੇ ਅਨਿਆਂ ਹੋਇਆ, ਮੇਰੇ ਫਾਦਰ ਨਾਲ ਅਨਿਆਂ ਹੋਇਆ, ਤੇ ਮੈਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਮੈਂ ਸਰਦਾਰ ਦਰਬਾਰਾ ਸਿੰਘ ਉਦੋਂ ਮੁੱਖ ਮੰਤਰੀ ਬਾਅਦ 'ਚ ਬਣਦੇ ਆ, ਉਦੋਂ PCC ਪ੍ਰੈਜ਼ੀਡੈਂਟ ਸੀਗੇ। ਮੈਂ ਕਿਹਾ ਜੀ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਚੋਣ ਲੜਨਾ ਚਾਹੁੰਦਾ, ਗਿੱਦੜਬਾਹਾ ਤੋਂ ਸਿੱਧਾ। ਹਾਂ, ਮੈਂ ਕਿਹਾ ਦੇਖੀ ਜੋ, ਹਾਲਾਂਕਿ ਉਹ ਗਿੱਦੜਬਾਹਾ ਮੇਰਾ ਹਲਕਾ ਨਹੀਂ ਸੀ, ਹਲਕਾ ਮਲੋਟ ਤੇ ਮੁਕਤਸਰ ਸੀਗਾ, ਬਟ ਮੈਂ ਇੱਛਾ ਜ਼ਾਹਰ ਕੀਤੀ ਕਿ ਮੈਂ ਉਹਨਾਂ ਦੇ ਉਲਟ ਚੋਣ ਲੜਨੀ ਹੈ। ਉਹਨਾਂ ਨੇ ਮੈਨੂੰ ਪਾਰਟੀ ਹਾਈ ਕਮਾਂਡ ਕੋਲੇ ਲੈ ਕੇ ਗਏ ਔਰ ਮੈਨੂੰ ਮਿਲਾਇਆ ਔਰ ਚਲੋ ਮੈਂ ਇਲੈਕਸ਼ਨ ਲੜਿਆ। ਮੈਨੂੰ 27,000 ਵੋਟ ਪਈ ਪਹਿਲੀ ਇਲੈਕਸ਼ਨ 'ਚ। ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ
34,900 ਵੋਟਾਂ ਪਈਆਂ, ਪਰ ਬੜਾ ਸਖਤ ਮੁਕਾਬਲਾ ਹੋਇਆ। ਕੋਠਿਆਂ ਤੇ ਚਾਰ ਲੋਕਾਂ ਨੇ ਉਸ ਇਲੈਕਸ਼ਨ ਦੇ ਵਿੱਚ ਮੈਨੂੰ ਵੀ ਸੁਣਿਆ, ਉਹਨਾਂ ਨੂੰ ਵੀ ਸੁਣਿਆ, ਔਰ ਇੱਕ ਫਤਵਾ ਉਹਨਾਂ ਦੇ ਹੱਕ 'ਚ ਦਿੱਤਾ, ਜਿਹਨੂੰ ਕਬੂਲ ਕੀਤਾ। ਬਾਅਦ 'ਚ ਮੈਨੂੰ ਇਹਨਾਂ ਨੇ ਬਿਜਲੀ ਬੋਰਡ ਦਾ ਐਡਮਿਨਿਸਟ੍ਰੇਟਿਵ ਮੈਂਬਰ, ਜਦੋਂ 1.5 ਲੱਖ ਟਿਊਬਵੈਲ ਕਨੈਕਸ਼ਨ ਪੰਜਾਬ ਦੇ ਲੋਕਾਂ ਨੂੰ ਦਿੱਤਾ ਗਿਆ, ਪਹਿਲੀ ਵਾਰ ਮੈਨੂੰ ਮੌਕਾ ਮਿਲਿਆ। ਤੋ ਉਹ ਮੈਂ ਆਪ ਨੂੰ ਇਹ ਦੱਸ ਰਿਹਾ ਕਿ ਇਹਨਾਂ ਦੇ ਵਿਰੁੱਧ ਫਿਰ ਮੈਂ 85, ਫਿਰ ਮੈਂ 92, ਫਿਰ ਮੈਂ 96, ਫਿਰ ਮੈਂ 98, ਫਿਰ ਮੈਂ 99, ਅਸੀਂ ਉੱਤੇ ਥੱਲੇ ਹੁੰਦੇ ਰਹੇ। ਕਦੇ 4,70,000 ਵੋਟ ਮੈਨੂੰ, ਸੁਖਬੀਰ ਹੋਰਾਂ ਨੂੰ 4,50,000, ਕਦੇ 4,80,000 ਉਹਨਾਂ ਨੂੰ, 4,62,000 ਮੈਨੂੰ। ਇਸ ਪ੍ਰਕਾਰ ਨੇੜੇ ਦਾ ਮੁਕਾਬਲਾ ਹੁੰਦਾ ਰਿਹਾ। ਔਰ ਹਾਂ, ਜਦੋਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਰੀ ਗੁਜ਼ਰੇ, ਮੈਂ ਆਪਦੇ ਜੋ ਮੈਂ ਕਦਰਾਂ ਕੀਮਤਾਂ ਆਪਦੇ ਪਰਿਵਾਰ ਤੋਂ ਲਈਆਂ ਸੀ, ਜਾਂ ਆਪਦੇ ਚੌਗਿਰਦੇ ਤੋਂ, ਜਾਂ ਆਪਦੇ ਫਾਦਰ ਦੇ ਜਾਣ ਤੋਂ ਬਾਅਦ ਉਹਨਾਂ ਦੇ ਦੋਸਤਾਂ ਤੋਂ ਲਈਆਂ ਸੀ, ਜਾਂ ਪੜ੍ਹ ਲਿਖ ਕੇ ਤਿਲਫੁਲ ਮੈਨੂੰ ਇਸ ਗੱਲ ਦਾ ਗਿਆਨ ਸੀ ਲਿਟਲ ਬਿਟ। ਮੈਂ ਉਹਨਾਂ ਦੀ ਮਾਤਾ, ਮਤਲਬ ਸੁਖਬੀਰ ਜੀ ਦੇ ਮਾਤਾ ਜੀ ਦੇ ਭੋਗ 'ਤੇ ਗਿਆ। ਮੈਂ ਆਪਦੇ ਹਿਰਦੇ ਦੀਆਂ ਗਹਿਰਾਈਆਂ 'ਚੋਂ ਜਿਵੇਂ ਮਾਂ ਨੂੰ ਸ਼ਰਧਾਂਜਲੀ ਦੇਈਦੀ ਆ, ਮੈਂ ਦਿੱਤੀ। ਅੰਤਰਰਾਸ਼ਟਰੀ ਪੱਧਰ ਤੇ ਉਹ ਸ਼ਰਧਾਂਜਲੀ, ਮੈਂ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਸੀ ਉਦੋਂ ਵੀ। ਮੈਨੂੰ ਬਹੁਤ ਬੰਦਿਆਂ ਨੇ ਇਹ ਕਿਹਾ, ਤੁਹਾਨੂੰ ਭੋਗ ਤੇ ਤੁਸੀਂ ਕਿਉਂ ਗਏ? ਮੈਂ ਕਿਹਾ ਦੇਖੋ, ਜਦੋਂ ਇਨਸਾਨ ਦੁਨੀਆ ਤੋਂ ਤੁਰ ਜਾਂਦਾ ਹੈ ਤੇ ਉਸ ਤੋਂ ਬਾਅਦ, ਮੈਂ ਅਕਸਰ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਹੈ, ਉਹ ਉੱਤਰੀ ਭਾਰਤ ਦੇ ਸਭ ਤੋਂ ਦਿੱਗਜ ਲੀਡਰ ਹੈ, ਔਰ ਉਹਨਾਂ ਦੀ ਧਰਮ ਪਤਨੀ ਸੁਰਗਵਾਸ ਹੋਈ ਹੈ। ਤੇ ਜੇ ਮੈਂ ਅਫਸੋਸ ਤੇ ਅਸੀਂ ਉਹ ਵੀ ਆਉਂਦੇ ਰਹੇ ਤੇ ਮੈਂ ਵੀ ਚਾਹੁੰਦਾ। ਮੈਂ ਇਹ ਗੱਲ ਤਾਂ ਦੱਸੀ ਵੀ ਕੀ ਹੋਇਆ। ਦੈਨ ਲੇਟਰ ਔਨ ਕਾਂਗਰਸ ਵਰਕਿੰਗ ਕਮੇਟੀ 'ਚ ਮੈਂ 13 ਸਾਲ ਰਿਹਾ। ਮੈਨੂੰ ਕਾਂਗਰਸ ਪ੍ਰੈਜ਼ੀਡੈਂਟ ਦੀ ਬੈਸਟ ਪੈਟਰਨੇਜ ਮਿਲੀ। ਕਦੇ ਉਹਨਾਂ ਦੇ ਬਾਰੇ ਮੈਂ ਅਪਸ਼ਬਦ, ਕਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਔਰ ਇਹਨਾਂ ਬਾਰੇ ਮੈਂ ਇਹ ਜ਼ਰੂਰ ਕਿ ਰਾਜਨੀਤਿਕ ਲੜਾਈ ਸਾਡੀ ਹੁੰਦੀ ਸੀ ਸ਼ਬਦਾਂ ਦੀ। ਉਹਨਾਂ ਨੇ ਕਹਿਣਾ ਇਹ ਅਕਾਲੀ ਦਲ ਨੇ ਪੈਸੇ ਇਕੱਠੇ ਕਰ ਲਏ, ਮੈਂ ਕਹਿਣਾ ਇਹਨਾਂ ਨੇ ਲੁੱਟਮਾਰ ਕੀਤੀ ਹੈ, ਇਹਨਾਂ ਨੇ ਰਿਸੋਰਸਿਸ ਦੀ ਕੀਤੀ, ਸਭ ਕੁਝ ਕਿਹਾ ਮੈਂ। ਉਹਨਾਂ ਨੇ ਮੇਰੇ ਬਾਰੇ ਕਿਹਾ ਕਿ ਜਗਮੀਤ ਸਿੰਘ ਬਰਾੜ ਆਹ ਪਾਰਟੀ ਬਦਲੀ, ਉਹ ਪਾਰਟੀ ਬਦਲੀ। ਹਾਲਾਂਕਿ ਉਹ ਵੀ ਪਲੇ ਕੀਤੀ ਗਈ ਗੱਲ ਇੱਕ ਤਰ੍ਹਾਂ ਨਾਲ ਕਿ ਦੇਖੋ, ਅਕਾਲੀ ਦਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਮੈਂ ਤੇ ਭਾਈ ਅਮਰੀਕ ਸਿੰਘ ਟੂਗੈਦਰ, ਮੈਂ ਉਹਨਾਂ ਨੂੰ ਭਰਤੀ ਕੀਤਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਚ। ਸੰਤ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮੇਰੇ ਪਿਤਾ ਉਹਨਾਂ ਦੇ ਚਰਨੀ ਹੱਥ ਲਾਉਂਦੇ ਸੀ। ਉਹਨਾਂ ਦੇ ਕਹਿਣ 'ਤੇ ਮੈਂ ਅੰਮ੍ਰਿਤਸਰ ਗਿਆ। ਚਲੋ ਮੈਂ ਲੰਬੀ ਗੱਲ ਨਹੀਂ ਕਰਾਂਗਾ, ਆਈ ਨਾਟ ਇਸ ਗੱਲ ਨੂੰ ਡਿਟੇਲ ਜਾਣ ਦੀ ਬਜਾਏ, ਪਰ ਮੇਰਾ ਬੈਕਗਰਾਊਂਡ ਜਿਹੜਾ ਸੀ ਉਹ ਪੰਥਕ ਸੀ। ਠੀਕ ਹੈ ਜੀ। ਇਹਨਾਂ ਨਾਲ, ਇਸ ਪਰਿਵਾਰ ਨਾਲ ਫਿਊਡਲ ਕਲਿੱਕ ਸੀ ਮਾਲਵੇ 'ਚ, ਜਿਹਦੇ 'ਚ ਹਰਚਰਨ ਸਿੰਘ ਬਰਾੜ ਕਾਂਗਰਸ ਦੇ ਚੀਫ ਮਿਨਿਸਟਰ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਚੀਫ ਮਿਨਿਸਟਰ, ਔਰ ਇਹੀ ਪਾਵਰਫੁਲ ਰਹੇ ਸਾਰਾ ਪਰਿਵਾਰ। ਸਾਡੇ ਇਲਾਕੇ 'ਚ ਵਾਲੀਏ ਵੱਡੇ ਵੱਡੇ ਸਰਦਾਰਾਂ ਦਾ ਸਭ ਤੋਂ ਵੱਧ ਫਿਰੋਜ਼ਪੁਰ ਜ਼ਿਮੀਂਦਾਰੀ ਸੀ। ਮੇਰੇ ਫਾਦਰ ਵਾਜ਼ ਅ ਸਮਾਲ ਫਾਰਮਰ ਬਟ ਹੀ ਵਾਜ਼ ਅ ਲਾਅ ਗ੍ਰੈਜੂਏਟ। ਮੇਰੇ ਗ੍ਰੈਂਡਫਾਦਰ ਵਾਜ਼ ਇਨ ਦਾ ਆਰਮੀ, ਉਹਨਾਂ ਨੇ ਵਰਲਡ ਵਾਰਾਂ ਲੜੀਆਂ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਫਿਊਡਲ ਕਲਿੱਕ ਨੂੰ ਤੋੜਨ ਲਈ ਮੈਂ ਕਾਂਗਰਸ ਪਲੇਟਫਾਰਮ ਤੇ ਇਹਨਾਂ ਨੂੰ ਚੋਣ ਹਰਾਈ, ਔਰ ਕਾਂਗਰਸ ਨੇ ਮੈਨੂੰ ਵੱਡਾ ਮਾਣ ਬਖਸ਼ਿਆ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਮੇਰੇ ਡਿਫਰੈਂਸਿਸ ਜਦੋਂ ਹੋਏ, ਟੂ ਕੱਟ ਦੀ ਲੌਂਗ ਸਟੋਰੀ ਸ਼ਾਰਟ, ਅਮਰਿੰਦਰ ਸਿੰਘ ਹੋਰੀ ਇਹ ਸੋਚ ਰਹੇ ਸੀ ਕਿ ਮੈਂ ਚੀਫ ਮਿਨਿਸਟਰ ਦਾ ਮੇਰਾ ਡਿਸੀਜਨ ਆਲਮੋਸਟ ਫਾਈਨਲ ਹੈ, 2 ਵਾਰੀ PCC ਪ੍ਰੈਜ਼ੀਡੈਂਟ ਦਾ ਫਾਈਨਲ ਹੈ। ਉਹਨਾਂ ਨੇ 10 ਥਾਵਾਂ ਤੇ ਕਿਹਾ ਕਿ ਸੋਨੀਆ ਗਾਂਧੀ ਹੈਜ਼ ਅ ਸੌਫਟ ਕਾਰਨਰ ਫॉर ਜਗਮੀਤ ਸਿੰਘ ਬਰਾੜ। ਉਹ ਸੌਫਟ ਕਾਰਨਰ ਤਾਂ ਸੀ ਕਿਉਂਕਿ ਇਹ 18 ਸਾਲ ਬਾਹਰ ਰਹੇ ਸੀ। ਮੈਂ ਉਹਨਾਂ ਦੇ ਨਾਲ ਟੈਰਰਿਜ਼ਮ ਪੀਰੀਅਡ ਦੇ ਵਿੱਚ, ਔਰ ਰਾਜੀਵ ਹੋਰਾਂ ਦੀ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਸੀ। ਮੈਂ ਹਰ 30 ਸੈਸ਼ਨਸ ਦੇ ਵਿੱਚ ਕਾਂਗਰਸ ਦੇ ਸੰਬੋਧਨ ਕੀਤਾ, ਮੈਂ ਆਰਟੀਕੂਲੇਟ ਕੀਤੇ ਪੰਜਾਬ ਦੇ ਵਿਊਜ਼, ਜੋ ਵਟ ਐਵਰ ਆਈ ਕੁਡ ਡੂ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਪਰਮਵੀਰ ਬਾਗ, ਮੈਨੂੰ ਕਹਿਣ ਲੱਗਾ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ? ਮੈਂ 2000 ਵਾਰ ਮੈਂ ਪੱਤਰ ਲਿਖ ਕੇ ਉਹਨਾਂ ਨੂੰ ਰਿਕੁਐਸਟ ਕੀਤੀ। ਮੈਂ ਕਿਸੇ ਪ੍ਰਧਾਨਗੀ ਦਾ ਉਮੀਦਵਾਰ ਨਹੀਂ, ਮੈਂ ਕਿਸੇ ਚੀਫ ਮਿਨਿਸਟਰਸ਼ਿਪ ਦਾ ਉਮੀਦਵਾਰ ਨਹੀਂ। ਆਈ ਓਨਲੀ ਵਾਂਟ ਟੂ ਬੀ ਇਨ ਕਾਂਗਰਸ, ਰਿਮੇਨ ਇਨ ਕਾਂਗਰਸ। ਮੈਂ ਜਦੋਂ ਉਹਨਾਂ ਨੂੰ ਮਿਲਦਾ ਤਾਂ ਉਹਨਾਂ ਨੂੰ, ਰਾਹੁਲ ਗਾਂਧੀ ਤੇ ਸੋਨੀਆ ਜੀ ਨੂੰ, ਉਹ ਕਹਿੰਦੇ ਆ ਵੀ ਟੇਕ ਪਰਮਿਸ਼ਨ ਫਰੋਮ ਕੈਪਟਨ ਅਮਰਿੰਦਰ ਸਿੰਘ, ਤੇ ਤੁਹਾਨੂੰ ਜੇ ਕੋਈ ਇਤਰਾਜ਼ ਨਹੀਂ। ਇਹ ਮੈਨੂੰ ਨਹੀਂ ਮਿਲੇ। ਇਹ ਮੈਨੂੰ 6 ਮਹੀਨੇ ਇੱਕ ਵਰਕਿੰਗ ਕਮੇਟੀ ਦੇ ਮੈਂਬਰ ਨੂੰ ਜਾਂ ਜਿਹੜੇ ਰਿਹਾ ਹੋਵੇ, ਮੈਂ ਯਤਨ ਕੀਤਾ। ਆਈ ਨੈਵਰ ਵਾਂਟਡ ਟੂ ਲੀਵ ਦਾ ਕਾਂਗਰਸ ਬਿਨਾਂ ਐਵੇਂ ਕਿਸੇ ਕਾਰਨ ਤੋਂ। ਹਾਂ, ਫਿਰ ਮੈਨੂੰ ਇੱਕ ਫੈਸਲਾ ਲੈਣਾ ਪਿਆ ਜਦੋਂ ਇਹ ਮੈਨੂੰ ਐਡਮਿਟ ਨਹੀਂ ਕਰ ਰਹੇ ਸੀ। ਮੈਂ ਇਹ ਸੋਚਿਆ ਕਿ ਖੇਤਰੀ ਪਾਰਟੀ ਹੈ ਅਕਾਲੀ ਦਲ, ਅਕਾਲੀ ਦਲ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੇ, ਪਰ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਨਹੀਂ ਹੈ ਸਿਰਫ। ਇਟਸ ਨਾਟ ਲਾਈਕ ਕਿ ਜਿਵੇਂ ਉਹ ਸਲੋਗਨ ਚੱਲਿਆ ਸੀ ਕਿ ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ, ਐਂਡ ਬਰੂਹਾ ਨੇ ਕਿਹਾ ਸੀਗਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਦੋਂ ਅਕਾਲੀ ਦਲ ਨਾਲੋਂ ਬਾਦਲ ਲਾਤਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ ਹੁਣ। ਇਲੈਕਸ਼ਨ ਕਮਿਸ਼ਨ ਨੂੰ ਜੋ ਪੱਤਰ ਭੇਜਿਆ ਗਿਆ, ਮੈਂ ਅਕਾਲੀ ਦਲ ਵਿੱਚ
ਇਸ ਕਰਕੇ ਖੇਤਰੀ ਪਾਰਟੀ ਵਿੱਚ ਸ਼ਾਮਲ ਹੋਇਆ ਕਿ ਪ੍ਰਕਾਸ਼ ਸਿੰਘ ਜੀ ਬਾਦਲ ਹਨ, ਸੁਖਬੀਰ ਸਿੰਘ ਜੀ ਹਨ, ਮਜੀਠਾ ਹੈ, ਹਰਸਿਮਰਤ ਕੌਰ ਬਾਦਲ ਹਨ, ਲੇਕਿਨ ਜਗਮੀਤ ਸਿੰਘ ਬਰਾੜ ਦੀ ਆਪਦੀ ਪਬਲਿਕ ਦੇ ਵਿੱਚ ਸਟੈਂਡਿੰਗ ਹੈ। ਮੈਂ ਅਕਾਲੀ ਦਲ ਦੇ ਵਿੱਚ ਆਪਦੀ ਜਗ੍ਹਾ ਆਪ ਬਣਾਵਾਂਗਾ ਇਹਨਾਂ ਦੀ ਮਦਦ ਨਾਲ। ਇਹ ਪ੍ਰੈਜ਼ੀਡੈਂਟ ਨੇ, ਇਹਨਾਂ ਨੇ ਮੈਨੂੰ ਕੋਰ ਕਮੇਟੀ ਸ਼ਾਮਲ ਕੀਤਾ, ਮੈਂ ਉਸ ਗੱਲ ਲਈ ਧੰਨਵਾਦੀ ਹਾਂ। ਇਹਨਾਂ ਨੇ ਮੈਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੋਮੀਨੇਟ ਕੀਤਾ। ਲੇਕਿਨ ਜੇ ਇਹ ਗੱਲ ਕਹਿਣੀ, ਟਿਕਟਾਂ ਤਾਂ ਮੈਂ ਸ਼ੁਰੂ ਤੋਂ ਹੀ ਲੜ ਰਿਹਾ ਸੀ। ਅਕਸਰ ਮੈਨੂੰ ਕੋਈ ਅਸੈਂਬਲੀ ਦੀ ਟਿਕਟ ਜਾਂ ਲੋਕ ਸਭਾ ਦੀ ਤਾਂ ਦੇਣੀ ਸੀ ਨਾ, ਉਹ ਕੋਈ ਬਹੁਤ ਵੱਡਾ ਕੋਈ ਮੇਰੇ ਤੇ ਇੱਕ ਤਰ੍ਹਾਂ, ਮੈਂ ਇਹ ਤਾਂ ਨਹੀਂ ਕਹਾਂਗਾ, ਲੇਕਿਨ ਕੋਈ ਦੈਟ ਵਾਜ਼ ਨੋਟ ਅ ਵੈਰੀ ਬਿਗ ਜੈਸਚਰ ਦੈਟ ਸਭ ਕੁਛ ਹੋ ਗਿਆ ਹੈ ਨਾ। ਮੈਨੂੰ ਇਹਨਾਂ ਨੇ ਕਿਹਾ ਮਾਲਵੇ ਦੀ, ਚਲੋ ਉਹ ਸੀਟ ਮੈਂ ਲੜੀ। ਜਿਵੇਂ ਇਹਨਾਂ ਦੀ ਜੋ ਸਿਚੁਏਸ਼ਨ ਹੋਈ, ਹਾਲਤ ਹੋਈ, ਉਹ ਖਰਾਬ ਹਾਲਤ ਹੋਈ ਉੱਥੇ, ਔਰ ਉੱਥੇ ਲੱਖਾ ਸਿੰਘ ਸਦਾਣਾ ਵੀ ਉਮੀਦਵਾਰ ਹੋਏ, ਉਹਨਾਂ ਨੇ ਆਪਦੀਆਂ ਗੱਲਾਂ ਬਾਤਾਂ ਕੀਤੀਆਂ, ਚਲੋ ਤੇ ਕੋਈ ਨਾ ਮੁਕਾਬਲਾ ਹੋ ਗਿਆ। ਮੈਂ ਆਪ ਨੂੰ ਇਹ ਦੱਸਣਾ ਚਾਹੁੰਦਾ ਕਿ ਅਕਾਲੀ ਦਲ ਵਿੱਚ ਜਦੋਂ ਮੈਂ ਸ਼ਾਮਲ ਹੋਇਆ, ਮੈਂ ਤੁਹਾਡੀ 100% ਸਟੈਂਪ ਲਾਉਣਾ ਇਸ ਗੱਲ ਤੇ, ਸਾਰੀ ਦੁਨੀਆ 'ਚੋਂ ਮੈਨੂੰ ਫੋਨ, ਮੇਰੇ ਜਿਹੜੇ ਥੱਲੇ ਕਮੈਂਟ ਆਏ, ਕਿਉਂਕਿ ਕਮੈਂਟ ਤਾਂ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਤਾਂ ਆਪਾਂ ਦੇਖਦੇ ਹੀ ਹੈ ਕਿ ਕਿਸ ਪ੍ਰਕਾਰ ਦਾ ਵਰਤਾਰਾ ਚੱਲਦਾ, ਲੇਕਿਨ 30% ਚੰਗੇ ਵੀ ਕਮੈਂਟ, ਹਾਂ ਪਿਛੋਕੜ ਹੈ, ਅਸੀਂ ਜਾਣਦੇ ਹਾਂ, ਅਕਾਲੀ ਦਲ ਸੀਗੇ, ਦਿਸ ਦੈਟ ਬਲਾ ਬਲਾ। ਮੇਰਾ ਕਹਿਣ ਦਾ ਮਤਲਬ ਹੈ, ਮੈਂ ਖੇਤਰੀ ਪਾਰਟੀ ਅੱਜ ਵੀ ਇਹ ਕਹਿਣਾ ਹੈ, ਆਮ ਆਦਮੀ ਪਾਰਟੀ ਇਜ਼ ਅ ਕੇਂਦਰੀ ਪਾਰਟੀ, ਕਾਂਗਰਸ ਕੇਂਦਰੀ ਪਾਰਟੀ ਹੈ, ਨਾਲ ਦੀ ਨਾਲ ਇਹ ਸਾਰਾ ਜਿਹੜਾ ਵਰਤਾਰਾ ਹੈਗਾ ਇਹਨਾਂ ਤਿੰਨਾਂ, ਬੀਜੇਪੀ, ਭਾਰਤੀ ਜਨਤਾ ਪਾਰਟੀ ਕੇਂਦਰੀ ਪਾਰਟੀ ਹੈ, ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹਨੂੰ ਮੈਂ 2019 'ਚ ਇਹ ਅਨੁਭਵ ਕਰ ਲਿਆ ਸੀ ਕਿ ਸਾਰਾ ਸੰਸਾਰ ਇਹ ਚਾਹੁੰਦਾ ਹੈ, ਔਰ ਹੁਣ ਜ਼ਿਆਦਾ ਲੋਕ ਚਾਹੁੰਦੇ ਹੈ ਕਿ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਰਿਵਾਈਵ ਹੋਵੇ। ਇਸੇ ਕਰਕੇ ਜਿਹੜੇ ਹੁਣ ਕਦਮ ਕੁਝ ਚੱਕੇ ਗਏ ਨੇ, ਉਹ ਇਸ ਕਰਕੇ ਚੱਕੇ। ਹਾਂ, ਇਹ ਗੱਲ ਠੀਕ ਹੈ ਕਿ ਅਗਰ ਮੇਰੇ 'ਚ ਅਕਾਲ ਪੁਰਖ ਵੱਲੋਂ ਬਖਸ਼ਿਆ ਸਬਰ ਜ਼ਿਆਦਾ ਹੁੰਦਾ, ਜਾਂ ਮੇਰੇ ਅੰਦਰ ਕੋਈ ਬੈਲੈਂਸ ਆਫ ਮਾਈਂਡ ਹੁੰਦਾ, ਮੇਬੀ ਮੈਂ ਅਗਰੈਸਿਵ ਹੋ ਕੇ ਇਹ ਗੱਲ ਸੋਚੀ, ਤਾਂ ਮੈਨੂੰ ਫਿਰ ਵਰਕਰ ਦੇ ਤੌਰ ਤੇ ਵੀ ਕਾਂਗਰਸ ਰਹਿ ਪੈਣਾ ਚਾਹੀਦਾ ਸੀ। ਕੋਈ ਮੈਨੂੰ ਰਿਗਰੈਟ ਨਹੀਂ ਹੈ, ਲੇਕਿਨ ਮੈਨੂੰ ਅਕਾਲੀ ਦਲ ਜੁਆਇਨ ਕਰਨ ਦਾ ਕੋਈ ਰਿਗਰੈਟ ਨਹੀਂ ਹੈ, ਕਿਉਂਕਿ ਮੈਨੂੰ ਜੋ ਇੱਜ਼ਤ ਅਕਾਲੀ ਦਲ ਦੇ ਕਾਡਰ ਨੇ, ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਸ ਨਾਲ ਮੈਂ ਇਨ ਟੱਚ ਹਾਂ। ਮੈਂ ਉਹਨਾਂ ਨੂੰ ਕੇਵਲ ਇੱਕ ਗੱਲ ਕਹਿ ਰਿਹਾ ਕਿ ਆਪਾਂ ਇਹ ਇੰਪ੍ਰੈਸ਼ਨ ਖਤਮ ਕਰੋ ਕਿ ਲਿਫਾਫੇ 'ਚੋਂ ਐਸਜੀਪੀਸੀ ਪ੍ਰੈਜ਼ੀਡੈਂਟ ਨਿਕਲਦਾ। ਇਹ ਇੰਪ੍ਰੈਸ਼ਨ ਹੈਗਾ, ਇਹ ਇੰਪ੍ਰੈਸ਼ਨ ਦੇਖੋ ਨਾ, ਇਹ ਇੰਪ੍ਰੈਸ਼ਨ ਤਾਂ ਐਗਜ਼ਿਸਟ ਕਰਦਾ ਹੈ। ਥੋੜੇ ਨਾਲ ਲੀਡਰ ਗੁੱਸੇ ਹੋ ਜਾਂਦੇ, ਇਹ ਇਲਜ਼ਾਮ ਲੱਗਦਾ ਹੈ, ਨਹੀਂ ਇਹ ਇਲਜ਼ਾਮ ਲੱਗਦਾ ਹੈ ਨਾ ਕਿ ਉਹ ਉੱਤੋਂ ਲਿਫਾਫਾ ਆਉਂਦਾ ਹੈ। ਮੈਂ ਕਿਹਾ ਆਪਾਂ ਇਹ ਤੁਸੀਂ, ਮੈਂ ਕੋਰ ਕਮੇਟੀ 'ਚ ਕਿਹਾ ਸੁਖਬੀਰ ਜੀ ਨੂੰ, ਕੋਰ ਕਮੇਟੀ 'ਚ ਕਿਹਾ ਸਾਰੇ ਲੀਡਰਸ ਨੂੰ ਕਿ ਕਾਗਜ਼ ਕੋਈ ਬੰਦਾ ਭਰੇ, ਕੋਈ ਬੰਦਾ ਨਾ ਪੇਸ਼ ਕਰੇ ਕਿਸੇ ਦਾ, ਇਲੈਕਸ਼ਨ ਹੋਵੇ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਇਲੈਕਸ਼ਨ ਨੂੰ ਸੁਪਰਵਾਈਜ਼ ਕਰਨ, ਇਨ ਕੈਮਰਾ ਹੋਵੇ, ਜਿਹਨੂੰ ਕੋਈ ਵੋਟ ਪਾਉਣਾ ਚਾਹੁੰਦਾ ਪਾ ਦੇ। ਤੇ ਬੰਦੇ ਤਾਂ ਮੈਂ ਕਿਹਾ ਤੁਹਾਡੇ ਹੀ ਹੈ ਨਾ, ਸਾਰਿਆਂ ਨੂੰ ਟਿਕਟਾਂ ਤੁਸੀਂ ਦਿੱਤੀਆਂ, 85-95 ਬੰਦੇ ਜਿਹੜੇ ਹੁਣ ਰਹਿ ਗਏ, ਕੁਝ ਗੁਜ਼ਰ ਗਏ ਹੈ, ਦੇ ਆਰ ਆਲ ਯੂਰ ਪੀਪਲ। ਬਟ ਤੁਸੀਂ ਸਿੱਖ ਪਾਰਲੀਮੈਂਟ ਆਉਣ ਵਾਲੇ ਸਮੇਂ 'ਚ ਜਿਹੜੀਆਂ ਚੋਣਾਂ ਹੋਣੀਆਂ, ਇੱਕ ਐਸਾ ਇੰਪ੍ਰੈਸ਼ਨ ਦਿਓ ਦੁਨੀਆ 'ਚ ਕਿ ਅਸੀਂ ਯੰਗਸਟਰਸ ਨੂੰ, ਇੰਟਲੈਕਚੁਅਲਸ ਨੂੰ, ਦੁਨੀਆ ਭਰ ਦੇ ਜਿਹੜੇ ਗੁਰਦੁਆਰੇ ਸਾਹਿਬਾਨ ਦੀ ਔਰ ਨਿਸ਼ਕਾਮ ਸੇਵਾ ਕਰਨ ਵਾਲੇ ਹੈ। ਮੈਂ ਤਾਂ ਚਲੋ, ਮੈਨੂੰ ਇਹ ਨਹੀਂ ਕਿ ਮੈਂ ਆਈ ਵਾਂਟ ਟੂ ਸਕ੍ਰੈਚ ਯੂਰ ਬੈਗ, ਮੈਂ 10 ਪੱਤਰਕਾਰਾਂ ਦਾ ਜਿਹਦੇ 'ਚ ਤੁਹਾਡਾ ਸਹਾਫੀਆਂ ਦਾ ਨਾਂ, ਤੁਹਾਡਾ ਸ਼ਾਮਲ ਹੈ ਉੱਭਰਵੇਂ ਤੌਰ ਤੇ, ਉਹ ਮੈਂ ਕਿਹਾ ਇਹਨਾਂ ਦੀ ਵਿਜ਼ਡਮ ਦਾ ਤਾਂ ਫਾਇਦਾ ਲੈ ਲਓ, ਕਿਉਂਕਿ ਉਹਨਾਂ ਦਾ ਐਕਸਪੋਜਰ ਬਹੁਤ ਹੈ, ਉਹਨਾਂ ਦਾ ਦੁਨੀਆ ਭਰ ਦਾ ਐਕਸਪੋਜਰ ਹੈ। ਉਹਨਾਂ ਨੂੰ ਕਿਸੇ ਵੇਲੇ ਓਵਰ ਅ ਕੱਪ ਆਫ ਟੀ, ਓਵਰ ਸਮ ਲੰਚ, ਓਵਰ ਸਮ ਡਿਨਰ, ਉਹਨਾਂ ਨੂੰ ਬਿਠਾ ਕੇ ਪੁੱਛੋ ਕਿ ਯਾਰ ਕੀ ਮਹਿਸੂਸ ਕਰਦੇ ਹੋ ਕਿ ਖੇਤਰੀ ਪਾਰਟੀ ਹੈ, ਪੰਜਾਬ ਹੈ, ਪੰਜਾਬ ਦੇ ਇਸ਼ੂਜ਼ ਹੈ, ਇਹਨਾਂ ਨੂੰ ਆਪਾਂ ਅੱਗੇ ਲਿਜਾਈਏ। ਇਸੇ ਕਰਕੇ ਜਿਹੜੀ 20 ਮੈਂਬਰੀ ਕਮੇਟੀ ਏਕਤਾ ਦੀ ਮੈਂ ਗਠਨ ਕੀਤੀ ਹੈ, ਸਲਾਹ ਕਰਕੇ ਸਾਰਿਆਂ ਨਾਲ, ਉਹਦਾ ਇਹੀ ਮਕਸਦ ਹੈ। ਸਾਹਿਬ ਕਿਹਨਾਂ ਸਲਾਹ ਕੀਤੀ? ਉਹ ਤਾਂ ਮੰਨਦੇ ਹੀ ਨਹੀਂ, ਉਹ ਕਹਿੰਦੇ ਜੇ ਸਾਡਾ ਕੋਈ ਲੈਣਾ ਦੇਣਾ ਜਿਸ ਸ਼੍ਰੋਮਣੀ ਅਕਾਲੀ ਦਲ ਤੁਸੀਂ ਜ਼ਿਕਰ ਕਰਦੇ ਹੋ, ਉਹ ਨਹੀਂ ਮੰਨਦੇ ਮੁੰਦੇ। ਨਹੀਂ, ਸ਼੍ਰੋਮਣੀ ਅਕਾਲੀ ਦਲ ਨਹੀਂ, ਦਲਜੀਤ ਸਿੰਘ ਜੀ ਚੀਮਾ ਦਾ ਮੈਨੂੰ ਬਹੁਤ ਸਤਿਕਾਰ ਹੈ, ਮੇਰੇ ਬਹੁਤ ਪਰਮ ਮਿੱਤਰ ਹੈ ਜੀ। ਮੈਂ ਤਾਂ ਉਹਨੂੰ ਮਦਰ ਆਫ ਅਕਾਲੀ ਦਲ ਕਿਹਾ ਹੈ, ਕਿਉਂਕਿ ਉਹ ਜਿਹੜਾ ਸਾਰਾ ਕੰਮ ਕਾਗਜ਼ਾਂ ਪੱਤਰਾਂ ਦਾ, ਇਤਿਹਾਸ ਦਾ ਸੰਭਾਲੀ ਬੈਠੇ ਆ ਵਿਚਾਰੇ, ਉਹ ਜੋ ਕੁਛ ਹੁੰਦਾ ਹੈ। ਔਰ ਉਹਨਾਂ ਨੂੰ ਇਹ ਪਤਾ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿੱਦਾਂ ਇਹਨਾਂ ਨੇ ਢਾਂਚਾ ਭੰਗ ਕੀਤਾ ਉਹ ਨਾਲ ਨਹੀਂ ਸੀਗੇ, ਇਹਨਾਂ ਨੇ ਵਰਕਿੰਗ ਕਮੇਟੀ ਵੀ ਭੰਗ ਕਰਤੀ। ਇਹਨਾਂ ਨੇ ਫੋਨ ਕੀਤਾ ਰਾਤ ਨੂੰ, ਆਂਦੇ ਆ ਤਾਂ ਜਮਾਂ ਹੀ ਬਿਲਕੁਲ ਤਹਿਸ ਨਹਿਸ ਕਰ ਲਿਆ, ਯੂ ਕਾਂਟ ਡਿਸੋਲਵ ਦ ਵਰਕਿੰਗ ਕਮੇਟੀ, ਕਿਉਂਕਿ ਜਿਹੜੇ ਨਾਲ ਸੱਜਣ ਸੀਗੇ ਉਹ ਗੁਰਮੁਖ ਨੂੰ ਪਤਾ ਨਹੀਂ ਸੀਗਾ, ਉਹ ਨਾ ਉਹ ਕਹਿੰਦੇ ਸਭ ਸਾਰਾ ਢਾਂਚਾ ਭੰਗ, ਵਰਕਿੰਗ ਕਮੇਟੀ ਭੰਗ, ਕੋਰ ਕਮੇਟੀ ਭੰਗ, ਜ਼ਿਲ੍ਹਿਆਂ ਦੇ ਜਥੇਦਾਰ ਭੰਗ, ਉਹ ਕਰ ਦਿੰਦੇ। ਲੇਕਿਨ ਚੀਮਾ ਸਾਹਿਬ ਸਿਆਣੇ ਬੰਦੇ ਆ, ਪਰ ਚੀਮਾ ਸਾਹਿਬ ਨੇ ਕਮਰੇ 'ਚ ਬਹਿ ਕੇ ਟਵੀਟ ਕੀਤੀ ਹੈ ਕਿ ਵੀ ਅਸੀਂ ਅਕਾਲੀ ਦਲ ਵੱਲੋਂ ਨਹੀਂ ਹੈ ਇੱਕ, ਤੇ ਅਕਾਲੀ ਦਲ ਵੱਲੋਂ ਤਾਂ ਹੈ ਹੀ ਨਹੀਂ
ਇਹ ਤਾਂ ਅਕਾਲੀ ਦਲ ਦੇ ਸੁਹਿਰਦ ਬੰਦੇ ਜਿਹੜੇ ਚਾਹੁੰਦੇ ਆ ਕੋਈ ਧੜਾ ਨਹੀਂ ਬਣਾਉਣਾ, ਕੋਈ ਗਰੁੱਪ ਨਹੀਂ ਬਣਾਉਣਾ, ਕੋਈ ਪਾਰਟੀ ਨਹੀਂ ਬਣਾਉਣੀ। ਇਹਨਾਂ ਬੰਦਿਆਂ ਦੇ ਘਰੋਂ ਘਰੀ ਜਾ ਕੇ ਮੈਂ ਤੁਹਾਨੂੰ ਗੱਲ ਦੱਸਾਂ ਬਾਠ ਸਾਹਿਬ, ਸੁਖਦੇਵ ਸਿੰਘ ਜੀ ਢੀਂਡਸਾ ਜੀ, ਤਿੰਨੇ ਪ੍ਰਧਾਨ ਦਿੱਲੀ ਵਾਲੇ, ਹਰਮੀਤ ਸਿੰਘ ਜੀ ਕਾਲਕਾ ਜੀ, ਪਰਮਜੀਤ ਸਿੰਘ ਜੀ ਸਰਨਾ, ਮਨਜੀਤ ਸਿੰਘ ਜੀਕੇ ਜੀ, ਇਧਰੋਂ ਸਿਮਰਨਜੀਤ ਸਿੰਘ ਮਾਨ। ਬੇਸ਼ੱਕ ਬਹੁਤ ਪ੍ਰੈਸ ਨੇ ਮੈਨੂੰ ਸਵਾਲ ਉਸ ਦਿਨ ਕੀਤੇ ਕਿ ਉਹਦਾ ਖਾਲ, ਮੈਂ ਕਿਹਾ ਦੇਖੋ ਮੈਂ ਉਹਨਾਂ ਨਾਲ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਕਰਕੇ ਆਇਆ, ਠੀਕ ਹੈ, ਕਿ 8-7 ਅਕਾਲੀ ਦਲ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਮੋਰ ਪਾਵਰਸ ਹੈ ਫॉर द ਸਟੇਟ, ਪੰਜਾਬ ਲਈ ਹੈ। ਪੰਜਾਬ ਨੂੰ ਤੇ ਸਿੱਖ ਹਿਸਟਰੀ ਨੂੰ ਲਹਿਦਾ ਨਹੀਂ ਕੀਤਾ ਜਾ ਸਕਦਾ। ਵੀ ਹੈਵ ਟੂ ਵਰਕ ਟੂਗੇਦਰ। ਤੇ ਆਪਾਂ ਪਹਿਲਾਂ ਆਹ ਤਾਂ ਸ਼ੇਰ ਚੋਂ ਪੂਣੀ ਕੱਤ ਲੋ, ਕੋਈ ਮੁੱਦਾ ਪੰਜਾਬ ਦੇ ਪਾਣੀ ਦਾ, ਪੰਜਾਬ ਦੀਆਂ ਮੋਰ ਪਾਵਰਸ ਦਾ, ਸਪੈਸ਼ਲ ਸਟੇਟਸ ਦਾ ਲੈ ਆਓ। ਤੋ ਇਹ ਸਾਰੇ ਦੇ ਸਾਰੇ ਜਿਹੜੇ ਬਾਕੀ 20 ਮੈਂਬਰ ਨੇ, ਸਾਹਿਬ ਬਲਵਿੰਦਰ ਸਿੰਘ ਭੂੰਦੜ ਜੀ ਸੀਨੀਅਰ ਮੋਸਟ ਲੀਡਰ ਨੇ, ਉਹ ਏਕਤਾ ਦੇ ਹਾਮੀ ਹੈ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੇਰੇ ਵੱਲੋਂ ਜਾਂ ਮੇਰੇ ਸਾਥੀਆਂ ਵੱਲੋਂ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਮਨਪ੍ਰੀਤ ਦਿਆਲੀ ਜਾਂ ਭਾਈ ਮਨਜੀਤ ਸਿੰਘ ਜੀ ਜਾਂ ਕਿਰਨਜੋਤ ਕੌਰ, ਮਾਸਟਰ ਤਾਰਾ ਸਿੰਘ ਜੀ ਦੀ ਗ੍ਰੈਂਡ ਡਾਟਰ, ਜੋ ਇੰਨੇ ਸੁਹਿਰਦ ਲੋਕ ਨੇ, ਇਹਨਾਂ ਦੇ ਦਸਤਕ ਦੇ ਰਹੇ ਆ ਅਕਾਲੀ ਦਲ ਦੇ ਦਰਵਾਜ਼ਿਆਂ ਤੇ ਇਹ ਏਕਤਾ ਦੀ ਮੁਹਿੰਮ ਜੀ। ਅਗਰ ਇਹਨਾਂ ਨੇ ਇਹਨੂੰ ਵੈਲਕਮ ਨਾ ਕੀਤਾ, ਸਾਹਿਬ ਪਰਮਵੀਰ ਸਿੰਘ ਬਾਠ, ਨਾਟ ਫॉर ਮੀ, ਫॉर ਅਕਾਲੀ ਦਲ, ਫॉर ਪੰਜਾਬ, ਇਹਨਾਂ ਨੂੰ ਢੋਈ ਨਹੀਂ ਮਿਲਣੀ ਕਿਤੇ। ਇੰਨੀ ਮਾੜੀ ਹਾਲਤ ਹੈ ਥੱਲੇ। ਜਦੋਂ ਇਹ ਬਿਆਨ ਆਇਆ ਨਾ ਦਲਜੀਤ ਸਿੰਘ ਚੀਮਾ ਦਾ, ਯੂ ਰੀਡ ਦਾ ਕਮੈਂਟਸ ਆਲ ਓਵਰ, ਸਾਰਿਆਂ ਬੰਦਿਆਂ ਨੇ ਕਿਹਾ ਹੈ ਕਿ ਜੇ ਏਕਤਾ ਕੋਈ ਬੰਦਾ ਆਪ ਕੋਈ ਅਹੁਦਾ ਲੈਣਾ ਨਹੀਂ ਚਾਹੁੰਦਾ, ਉਹ ਬੰਦਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਦਾ ਹੈ। ਲੈਟਸ ਟਾਕ, ਲੈਟਸ ਹੀਅਰ ਸਿਮਰਨਜੀਤ ਸਿੰਘ ਮਾਨ what he wants to say. I don't say I will be able to mold him, ਮੈਂ ਉਹਨਾਂ ਨੂੰ ਬਦਲ ਦੂੰਗਾ ਜਾਂ ਮੈਂ ਤੁਹਾਨੂੰ ਨੂੰ, ਚਲੋ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ। ਮੈਂ ਉਹਨਾਂ ਨੂੰ ਮਿਲ ਕੇ ਜੋ ਇੱਕ ਦੋ ਪੋਲੀਟੀਕਲ ਉਹਨਾਂ ਵੱਲੋਂ ਚਲੋ ਉਹਨਾਂ ਮੁਤਾਬਕ ਠੀਕ ਹੋ ਸਕਦੇ, ਮੇਰੇ ਮੁਤਾਬਕ ਉਹ ਗੱਲਾਂ ਠੀਕ ਨਹੀਂ ਸੀਗੀਆਂ। ਮੈਂ ਵੀ ਕਿਹਾ ਇਹਦੇ ਨਾਲ ਆਪਾਂ ਘਟੇ ਹਾਂ। ਸੋ ਮਕਸਦ ਇਹ ਹੈ ਕਿ ਰਵਿੰਦਰ ਸਿੰਘ ਜੀ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਸਾਹਿਬ ਬਲਵਿੰਦਰ ਸਿੰਘ ਭੂੰਦੜ, ਸੁਖਬੀਰ ਸਿੰਘ ਬਾਦਲ, ਮਨਜੀਤ ਸਿੰਘ ਜੀਕੇ, ਇਹ ਜਿਹੜੇ 7 ਪ੍ਰਮੁੱਖ 8 ਧੜੇ ਹੈ ਜੀ। ਮੈਨੂੰ ਇਹ ਉਮੀਦ ਹੈ, ਹਾਲਾਂਕਿ ਪ੍ਰੈਸ ਕਾਨਫਰੰਸ ਮੈਂ ਤੁਹਾਡੇ ਵਾਲੀ ਗੱਲ ਹੀ ਕਹੀ ਹੈ ਜੀ, ਕਿ ਮੈਨੂੰ 10% ਜਿੱਤ, ਇਸ ਏਕਤਾ ਦੀ ਜਿੱਤ ਦੀ ਉਮੀਦ ਹੈ ਜੀ, ਲੇਕਿਨ ਮੈਨੂੰ ਉਮੀਦ ਹੈ ਕਿਉਂਕਿ ਜਿਹੜੀ ਹਿੰਦੁਸਤਾਨ, ਪੰਜਾਬ, ਦੇਸ਼ ਵਿਦੇਸ਼ ਤੇ ਪ੍ਰਦੇਸ਼ ਜੀ, ਲੋਕ ਇਹ ਕਹਿ ਰਹੇ ਹੈ ਕਿ ਅਕਾਲੀ ਦਲ ਨਹੀਂ ਮਰਨਾ ਚਾਹੀਦਾ, ਅਕਾਲੀ ਦਲ ਦੇ ਲੀਡਰਾਂ ਨੂੰ ਤਿਆਗ ਕਰਨਾ ਚਾਹੀਦਾ ਹੈ। ਤਿਆਗ ਪੱਤਰ ਨਹੀਂ ਮੈਂ ਮੰਗਿਆ, ਮੈਂ ਅੰਦਰ ਕਿਹਾ, ਮੈਂ ਇਹਨਾਂ ਦੀ ਕੋਰ ਕਮੇਟੀ ਦੀ ਹਾਜ਼ਰੀ 'ਚ, ਦਲਜੀਤ ਸਿੰਘ ਜੀ ਨੂੰ ਪਤਾ ਹੈ, ਚੀਮਾ ਸਾਹਿਬ ਨੂੰ, ਬਾਕੀ ਨੇਤਾਵਾਂ ਨੂੰ ਪਤਾ ਹੈ ਸਾਰਿਆਂ ਨੂੰ, ਮੈਂ ਕਿਹਾ ਅਗਰ ਤਿਆਗ ਕਰ ਦਿਓਗੇ, ਦੁਬਾਰਾ ਤੁਹਾਨੂੰ ਪੰਜਾਬ ਦੇ ਲੋਕ, ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਤੁਹਾਨੂੰ ਪ੍ਰਧਾਨ ਬਣਾ ਦੂਗਾ, ਤੁਹਾਨੂੰ ਆਵਾਜ਼ਾਂ ਮਾਰ ਕੇ ਲੋਕ ਲੈ ਕੇ ਆਉਣਗੇ। ਕਿਉਂਕਿ ਇੰਨਾ ਲੰਮਾ ਸਮਾਂ, ਇੰਨੇ ਰਿਸੋਰਸਿਸ, ਔਰ ਅੱਜ ਕੱਲ੍ਹ ਬਾਠ ਸਾਹਿਬ ਤੁਸੀਂ ਇਹ ਜਾਣਦੇ ਹੋ ਕਿ ਜਿਨ੍ਹਾਂ ਨਾਲ 100 ਬੰਦਾ ਸਿਕਿਉਰਿਟੀ ਦਾ ਹੁੰਦਾ ਹੈ, ਕਿਸੇ ਨਾਲ ਵੀ ਹੋਵੇ, ਉਹ ਤਾਂ ਤੁਹਾਨੂੰ ਪਤਾ ਹੈ ਨਾ, ਫਿਰ ਮਤਲਬ ਦਰਦ ਕਰਦੇ ਫਿਰਦੇ ਆ ਪੰਜਾਬ ਦੇ ਵਿੱਚ, ਆ ਗਏ ਫਲਾਣੇ ਆ ਗਏ, ਉਹਨਾਂ ਅੰਦਰ ਕੰਟੈਂਟ ਕਿੰਨਾ ਕੁ ਹੁੰਦਾ ਹੈ, ਕੀ ਹੁੰਦਾ ਹੈ, ਉਹ ਤਾਂ ਵੈਗਰੂ ਜਾਣਦਾ ਜਾਂ ਲੋਕ ਜਾਣਦੇ ਆ। ਬਟ ਯੂ ਕਾਂਟ ਓਵਰਕਮ ਅ ਲੀਡਰ। ਜਿਨ੍ਹਾਂ ਨੇ ਮੈਨੂੰ, ਕਿਸੇ ਨੇ, ਪੱਤਰਕਾਰ ਨੇ ਕਿਹਾ, ਸੁਖਬੀਰ ਸਿੰਘ ਹੋਰਾਂ ਨੇ ਇਹ ਕਿਹਾ, ਉਹਨਾਂ ਨੇ ਇਹ ਕਿਹਾ, ਦਲਜੀਤ ਸਿੰਘ ਚੀਮਾ ਨੇ, ਮੈਂ ਕਿਹਾ ਦੇਖੋ ਉਹਨਾਂ ਨੂੰ ਤੁਸੀਂ ਕਿਉਂ ਵਿੱਚ ਪਾਇਆ? ਮੈਂ ਕਿਹਾ ਉਹਨਾਂ ਦਾ 55 ਵਰਿਆਂ ਦਾ ਯੋਗਦਾਨ ਹੈ ਸ਼੍ਰੋਮਣੀ ਅਕਾਲੀ ਦਲ, 60 ਵਰਿਆਂ ਦਾ ਸਭ। ਹਾਊ ਕੈਨ ਬੀ ਦੇਅਰ ਏਕਤਾ ਵਿਦਾਊਟ ਇਨਵੋਲਵਿੰਗ ਦਾ ਮੇਨ ਗਰੁੱਪ ਆਫ ਅਕਾਲੀ ਦਲ ਜੀ, ਨਾਟ ਓਨਲੀ ਵਿਅਕਤੀ ਬਟ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਉਹਨਾਂ ਨੇ ਚਲਾਇਆ ਜੀ 40 ਸਾਲ 45 ਸਾਲ, 69 'ਚ ਤੋਂ ਸੀਐਮ ਬਣ ਗਏ, 30 ਸਾਲ ਹੋ, 31 ਤੇ 22 ਆ ਹੋ ਗਏ ਜੀ। ਮੇਰੇ ਕੋਲ 55 ਸਾਲ ਲਾਈਕ ਅ ਕਲੋਸਸ, as Shakespeare has said, like a colossus he ruled the Sikh whatever, ਸਾਡੀ ਕੌਮ ਦੇ ਉੱਤੇ ਉਹਨਾਂ ਦਾ ਇੱਕ ਰਿਹਾ ਪ੍ਰਭਾਵ। ਉਹਨਾਂ ਤੋਂ ਬਿਨਾਂ ਏਕਤਾ ਨਹੀਂ ਹੋ ਸਕਦੀ। ਜੇ ਨਹੀਂ ਹੁੰਦੀ ਏਕਤਾ, ਫਿਰ ਕੀ ਭਵਿੱਖ ਹੈ ਤੁਹਾਡੀ ਪਾਰਟੀ ਦਾ? ਪੁੱਛ ਰਿਹਾ। ਗੁੱਡ ਕੁਐਸਚਨ। ਦੇਖੋ ਮੈਂ ਸੁਣੀ ਹੈ ਗੱਲ ਅੰਦਰ ਬਹਿ ਕੇ ਜੀ, ਅਣਜਾਣ ਲੋਕਾਂ ਤੋਂ, ਲੋਕਾਂ ਦੇ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਜੀ, ਲੋਕਾਂ ਨੇ ਦਿਖਾਤਾ ਜਲਵਾ ਸੰਗਰੂਰ ਦੇ ਵਿੱਚ, ਔਰ ਬਾਕੀ ਆਊਟਫਿਟ ਜਿਹੜੇ ਕੋਈ ਅਲੈਦਗੀ ਦੇ ਹੈ ਆਊਟਸਾਈਡ ਇੰਡੀਆ,
ਮਤਲਬ ਕਨਸਟੀਟਿਊਸ਼ਨ ਤੋਂ ਉੱਪਰ ਉੱਠ ਕੇ ਕੋਈ ਗੱਲ ਮੰਗਦੇ, ਉਹਨਾਂ ਦੀ ਕੋਈ ਗੱਲ ਬਣਨੀ ਨਹੀਂ। ਪੰਜਾਬ ਦੀ ਇਲੈਕਟੋਰਲ ਹਿਸਟਰੀ, ਪੰਜਾਬ ਦੀ ਜੋ ਅਮਨ ਸ਼ਾਂਤੀ ਸਰਵਪ੍ਰਿਯ ਹੈ ਪੰਜਾਬ ਲਈ, ਇਸ ਕਰਕੇ ਉਹ ਗੱਲ ਨਹੀਂ ਬਣਨੀ। ਕਾਂਗਰਸ ਜਿਹੜੀ ਹੈ ਉਹ ਜ਼ਿੰਦਾ ਨਹੀਂ ਹੋ ਰਹੀ ਅਕੋਰਡਿੰਗ ਟੂ ਪੀਪਲ। ਕੋਈ ਮੇਰਾ ਨਹੀਂ ਹੈ ਵਿਊ। ਮੈਂ ਨਹੀਂ ਇਹ ਸੋਚਦਾ ਸੀ ਕਿ ਇੱਕ ਯੰਗ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਮੈਂ ਇਹ ਉਮੀਦ ਕਰਦਾ ਸੀ ਕਿ ਔਰ ਹੀ ਡਿਡ ਹਿਸ ਬੈਸਟ, ਉਹਨੇ ਕੰਮ ਵੀ ਕੀਤਾ, ਬੰਦੇ ਨੇ ਚਲੋ ਉਹ ਮਤਲਬ, ਪਰ ਉਹਨੂੰ ਐਕਸੈਪਟ ਨਹੀਂ ਕੀਤਾ ਵੱਡੀ ਲੀਡਰਸ਼ਿਪ ਨੇ ਜਿਹੜੀ ਕਾਂਗਰਸ ਦੀ ਹੈ। ਇਹ ਹਕੀਕਤ ਹੈ, ਦੈਟਸ ਵਾਟ ਪੀਪਲ ਟਾਕ। ਅੱਛਾ, ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਤੁਸੀਂ ਵੀ ਅਗਰ ਨਾ ਏਕਤਾ, ਲੋਕ ਆਉਂਦੇ ਜੀ ਸੁਖਬੀਰ ਸਿੰਘ ਹੋਰਾਂ ਨੂੰ ਖੁਸ਼ ਕਰਨ ਦੇ ਮਾਰੇ ਆਉਂਦੇ ਵੀ ਹੋਰ ਲੋਕ ਵੋਟਾਂ ਕਿਹਨੂੰ ਪਾਉਣਗੇ, ਚੀਮਾ ਸਾਹਿਬ ਇਹ ਆਉਂਦੇ ਆਪਾਂ ਨੂੰ ਹੀ ਪਾਉਣਗੇ ਵੋਟਾਂ। ਅੱਛਾ, ਅੰਦਰ ਗੱਲ ਹੁੰਦੀ ਹੈ। ਇਹ ਹਕੀਕਤ ਨਹੀਂ ਹੈ, ਇਹ ਹਕੀਕਤ ਨਹੀਂ ਹੈ। ਲੋਕ ਕੋਈ ਆਲਟਰਨੇਟਿਵ ਲੱਭਣਗੇ, ਫਿਰ ਉੱਠ ਸੀ ਕੋਈ ਮਰਦ ਕਾ ਚੇਲਾ। ਪਰ ਪਾਰਟੀ ਅਕਾਲੀ ਦਲ ਦਾ ਜਿਸ ਪ੍ਰਕਾਰ ਵਿਸ਼ਵ ਚੋਂ ਪੰਜਾਬ ਚੋਂ ਲੋਕਾਂ ਦੇ ਸੁਨੇਹੇ ਹੈ, ਉਹ ਇਹ ਹੈ ਵੀ ਹੁਣ ਆਪ ਵੀ ਤਿਆਗ ਕਰ ਦਿਓ। ਤੁਸੀਂ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਕਹਿੰਦੇ ਹੋ ਤਿਆਗ ਕਰੋ, ਤੁਸੀਂ ਆਪ ਵੀ ਤਿਆਗ ਕਰ ਦਿਓ ਵੀ ਮੈਂ ਕੋਈ ਅਹੁਦਾ ਨਹੀਂ ਲਊਂਗਾ, ਲੇਕਿਨ ਮੈਂ ਇਹਨਾਂ ਨੂੰ ਇਕੱਠੇ ਬਿਠਾਊਂਗਾ ਜੇ ਮੇਰੇ 'ਚ ਗੁਰੂ ਦਾ ਵਾਹ ਪ੍ਰਗਟਿਓ ਮਰਦ ਗਮੜਾ ਵਰਿਆਮ ਅਕੇਲਾ ਅਰਦਾਸ ਕਰਕੇ ਤੁਰੇ ਹਾਂ। ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਗੁਰੂ ਮਹਾਰਾਜ ਇਹ ਕੰਮ, ਇਹ ਸੇਵਾ ਤਿਲ ਫੁੱਲ ਲੈ ਰਿਹਾ। ਕੀ ਚਾਹੁੰਦੇ ਹੋ ਤੁਸੀਂ, ਕੀ ਲੈਣਾ ਜੇ ਸਾਰੇ ਇਕੱਠੇ ਹੋ ਕੇ? ਕਿਹੜੀ ਕੁਰਸੀ, ਕਿਹੜਾ ਅਹੁਦਾ ਚਾਹੀਦਾ? ਕੋਈ ਨਾ ਕੋਈ ਸਿਆਸੀ ਬੰਦਿਆਂ ਦੇ ਮਨ 'ਚ ਹੁੰਦਾ ਬਰਾੜ ਸਾਹਿਬ। ਪਰਮਵੀਰ, ਮੈਂ ਅਗਰ ਇਸ ਗੱਲ ਨੂੰ ਤੁਹਾਡੇ ਅਰਗੇ ਸੁਹਿਰਦ ਦੋਸਤਾਂ ਰਾਹੀਂ, ਮੀਡੀਆ ਰਾਹੀਂ, ਪ੍ਰੈਸ ਰਾਹੀਂ, ਆਪਣੇ ਪੋਲੀਟੀਕਲ ਮੇਰੇ ਜਿੰਨੇ ਸੱਜਣ ਮਿੱਤਰ ਹੈ ਸੂਬੇ ਦੇ ਵਿੱਚ, ਇੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਪੰਜਾਬ ਦੇ ਵਿੱਚ ਇੱਕ ਵਾਹਿਗੁਰੂ ਨੇ ਇੱਕ ਰੈਕਗਨੀਸ਼ਨ ਦਿੱਤੀ ਹੈ, ਲੋਕਾਂ ਦੁਆਰਾ ਹੀ ਮਿਲੀ ਹੈ। ਮੈਂ ਉਹਦੇ ਤੇ ਕੋਈ ਕਾਬਲੀਅਤ ਨਹੀਂ ਰੱਖਦਾ। ਲੋਕਾਂ ਦੁਆਰਾ ਮਿਲੀ ਹੋਈ ਰੈਕਗਨੀਸ਼ਨ ਦੇ ਨਾਲ ਅਗਰ ਮੈਂ ਇਹਨਾਂ ਨੂੰ ਬਿਠਾ ਵੀ ਗਿਆ ਇਕੱਠਿਆਂ ਨੂੰ, that's all, that's what I want। ਇਸ ਤੋਂ ਵੱਧ ਮੇਰੀ ਕੋਈ ਇਹਦੇ 'ਚ ਲਾਲਸਾ ਨਹੀਂ ਹੈਗੀ। ਬਰਾੜ ਸਾਹਿਬ, ਮੈਂ ਨਾ ਹੁਣ ਕੱਲ ਨੂੰ ਇਹ ਤਕੜੇ ਹੋ ਕੇ, ਇਹ ਤਕੜੇ ਹੋ ਜਾਣ, ਤਕੜੇ ਹੋ ਕੇ, ਹਾਂ ਇਹ ਨਹੀਂ, ਤੁਹਾਡਾ ਬੜਾ ਡੂੰਘਾ ਪ੍ਰਸ਼ਨ ਹੈ ਇਹ ਇਕੱਲਾ ਇਹ ਅਹਿਮ ਪ੍ਰਸ਼ਨ ਸਿੱਟਿਆ ਗਿਆ ਇਹਨੂੰ ਜਿਵੇਂ ਆਪਾਂ ਹੁਣ ਲਿੰਕ ਗੱਲ ਕਰਦੇ ਹਾਂ, ਉਹ ਮੈਂ ਕਹਿਣਾ ਜੀ, ਕਿਉਂਕਿ ਤੁਹਾਡੀ ਗੰਭੀਰ ਇੰਟਰਵਿਊ ਹੈ, ਇਹ ਦੁਨੀਆ 'ਚ ਜਾ ਰਹੀ ਹੈ। ਸਿੱਖ ਹੁਣ ਕੀ ਕਰੇ, ਪੰਜਾਬੀਅਤ ਹੁਣ ਕੀ ਕਰੇ? ਅਕਾਲੀ ਦਲ ਦੀ ਕੋਰ ਕਮੇਟੀ ਇਹ ਬਿਲੀਵ ਕਰਦੀ ਹੈ, ਜਾਂ ਅਕਾਲੀ ਦਲ ਦਾ ਮੈਜੋਰਿਟੀ ਸੈਕਸ਼ਨ ਇਹ ਬਿਲੀਵ ਕਰਦਾ ਹੈ ਕਿ ਜੋ ਕਾਂਗਰਸ ਨੇ ਕੁਕਰਮ ਕੀਤਾ ਦਰਬਾਰ ਸਾਹਿਬ ਦੇ ਹਮਲੇ ਦਾ, ਕਦੇ ਵੀ ਮਾਈਨੋਰਿਟੀ, ਮਾਈਕਰੋਸਕੋਪਿਕ ਸਿੱਖ ਮਾਈਨੋਰਿਟੀ ਕਾਂਗਰਸ ਨਾਲ ਨਹੀਂ ਜਾ ਸਕਦੀ। ਠੀਕ ਹੈ, ਤੁਸੀਂ ਕਾਂਗਰਸ ਨਾਲ ਨਹੀਂ ਜਾ ਸਕਦੇ। ਜਿਹੜੇ ਬੰਦੇ ਥਰਡ ਫਰੰਟ ਬਣਾ ਰਹੇ ਨੇ, ਜਿਨ੍ਹਾਂ ਨੇ ਆਦਮਪੁਰ ਆ ਕੇ ਚੌਟਾਲਾ ਸਾਹਿਬ ਦੀ ਰੈਲੀ ਤੇ ਨਤੀਸ਼ ਜੀ ਮੇਰੇ ਬਹੁਤ ਪਰਮ ਮਿੱਤਰ ਹੈ, ਮੇਰੇ ਨਾਲ 15 ਸਾਲ ਪਾਰਲੀਮੈਂਟ 10 ਸਾਲ ਰਹੇ ਹੈ ਜੀ, ਮੇਰੇ ਉਹ ਇਹ ਕਹਿੰਦੇ ਆ ਕਿ ਕਾਂਗਰਸ ਨੂੰ ਇਨਕਲੂਡ ਕੀਤੇ ਬਿਨਾਂ ਸਾਡਾ ਫਰੰਟ ਨਹੀਂ ਬਣਦਾ। ਠੀਕ ਹੈ, ਇਹ ਉੱਥੇ ਜਾ ਕੇ ਭਾਸ਼ਣ ਦੇ ਕੇ ਆਏ ਸਰ ਸੁਖਬੀਰ ਸਿੰਘ ਹੋਰੀ। ਹੁਣ ਸਿੱਖ ਜਾਂ ਦੁਨੀਆ ਭਰ ਦਾ ਡਾਇਸਪੋਰਾ ਜਾਂ ਪੰਜਾਬ ਦੀ ਇਸ਼ੂਜ਼ ਜਾਂ ਮੰਗਾਂ, ਇਹ ਫਿਰ ਕਿਹਦੇ ਦੁਆਰਾ ਪੂਰੀਆਂ ਹੋਣੀਆਂ? Either you can go with the BJP, or you can go with the Congress, or you can go with the third front। ਅਗਰ ਉਹ ਕਿਸੇ ਵੇਲੇ ਉਹਨਾਂ ਨਾਲ ਮੋਰ ਪਾਵਰਸ ਦੀ ਗੱਲ ਕਰੋ, ਖੁਦ ਮੁਕਤ। ਹੁਣ ਦੇਖੋ, ਕੈਪਟਨ ਅਮਰਿੰਦਰ ਸਿੰਘ ਗਏ, ਮੇਰੇ ਪਰ ਦੋਸਤ ਹੋਰ 5-7 BJP ਗਏ। ਕੀ what have they got from BJP? They have joined BJP ਨਾ। ਕੀ ਉਹਨਾਂ ਨੇ BJP ਨੂੰ ਇਹ ਕਿਹਾ ਕਿ ਤੁਸੀਂ ਤਾਂ ਫੈਡਰਲ ਸਟਰਕਚਰ ਦੇ ਉੱਤੇ ਹਮਲਾ ਕਰ ਰਹੇ ਹੋ, ਤੁਸੀਂ ਕੱਲ੍ਹ ਨੂੰ ਪੰਜਾਬ ਨੂੰ ਵੀ ਟਾਰਗੇਟ ਬਣਾਉਣਾ ਹੈਗਾ, ਤੁਸੀਂ ਪੰਜਾਬ ਨੂੰ ਵੀ ਕਮਜ਼ੋਰ ਕਰਨਾ ਹੈ, ਅਸੀਂ ਤੁਹਾਨੂੰ ਜੁਆਇਨ ਕਰ ਰਹੇ ਹਾਂ, ਤੁਸੀਂ ਇਸ ਇਸ਼ੂ 'ਤੇ ਕੋਈ ਗੱਲ ਸਾਡੇ ਨਾਲ ਕਰਨ ਨੂੰ ਤਿਆਰ ਹੋ? ਨੋ ਵਿਊ ਔਨ 370। ਅਗਰ ਸਿੱਖ ਮਾਈਨੋਰਿਟੀ ਸਭ ਤੋਂ ਅਕਲੀਅਤ ਜਾਂ ਦਲਿਤ, ਜਾਂ ਮੇਰਾ ਕਹਿਣ ਦਾ ਮਤਲਬ ਪੰਜਾਬ ਵਰਗਾ ਪ੍ਰਦੇਸ਼ ਜਿੱਥੇ 37% ਦਲਿਤ ਹੈ, ਜਿਹੜੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਫਿਲਾਸਫੀ 'ਚ ਯਕੀਨ ਰੱਖਦੇ ਹੈ, ਫੈਡਰਲ ਢਾਂਚੇ 'ਚ ਯਕੀਨ ਰੱਖਦੇ ਹੈ, ਉਹਦੇ 'ਤੇ ਤਾਂ ਸਿੱਧੀ ਸੱਟ ਉਹ ਮਾਰ ਰਹੇ ਹੈ। ਮਗਰ ਗਿਆਨੀ ਕਰਤਾਰ ਸਿੰਘ ਦੀ ਪੋਲੀਟੀਕਲ ਲਾਈਨ, ਦੁਆਬੇ ਦਾ ਮਹਾਨ ਦਿਮਾਗ, ਕਈ ਗੱਲਾਂ ਉਹਨਾਂ ਦੀਆਂ ਐਡੀਆਂ ਕਿਤਾਬਾਂ ਉਹਨਾਂ 'ਤੇ ਵੀ ਲਿਖੀਆਂ ਗਈਆਂ, ਲੇਟੈਸਟ ਵੀ ਲਿਖੀਆਂ ਗਈਆਂ। ਮਾਸਟਰ ਤਾਰਾ ਸਿੰਘ 'ਤੇ ਜਦੋਂ JS ਗਰੇਵਾਲ ਸਾਹਿਬ ਨੇ ਕਿਤਾਬ ਲਿਖੀ ਹੈ ਤਾਂ ਉਹਦੇ 'ਚ ਗਿਆਨੀ ਜੀ ਦਾ ਜ਼ਿਕਰ ਹੈ ਕਿ ਗਿਆਨੀ ਜੀ ਕਹਿੰਦੇ ਹੁੰਦੇ ਸੀ ਕਿ 2 ਕਦਮ ਅੱਗੇ ਚਲੋ, ਆਪਦੀ ਗੱਲ ਮਨਵਾ ਕੇ 1 ਕਦਮ ਪਿੱਛੇ ਹੋ ਜਾਓ, ਲੇਕਿਨ ਪ੍ਰਾਪਤੀ ਕਰੋ।
ਨਾ ਤੁਹਾਡੇ ਕੋਲ ਰਾਜਧਾਨੀ, ਨਾ ਤੁਹਾਡੇ ਕੋਲੇ ਪਾਣੀ, ਨਾ ਤੁਹਾਡੇ ਕੋਲੇ ਹੋਰ ਕੋਈ ਰੈਕਗਨੀਸ਼ਨ, ਨਾ ਤੁਹਾਡੇ ਕੋਲੇ ਖੁਦ ਮੁਖਤਿਆਰੀ ਦੀਆਂ ਗੱਲਾਂ ਤੁਸੀਂ ਇੰਨੇ ਚਿਰ ਤੋਂ ਕਰ ਰਹੇ ਹੋ। ਸੋ ਮੈਂ ਇਹ ਸਮਝਦਾ ਕਿ ਪ੍ਰਾਈਮ ਮਿਨਿਸਟਰ ਤੇ ਅਮਿਤ ਸ਼ਾਹ, ਜਿਹੜੀ ਮੇਰੀ ਅੰਡਰਸਟੈਂਡਿੰਗ ਉਹਨਾਂ ਦੀ ਪਰਸਨੈਲਿਟੀਜ਼ ਬਾਰੇ, ਮੈਂ ਉਹਨਾਂ ਦੀ ਵਿਚਾਰਧਾਰਾ ਦਾ ਜ਼ਿਕਰ ਕਰ ਚੁੱਕਿਆ। RSS ਕੀ ਚਾਹੁੰਦੀ ਹੈ, ਵੀ ਆਲ ਨੋ ਉਹਨਾਂ ਦੀ ਕੀ ਫਲਸਫਾ ਹੈਗਾ। ਅਸੀਂ ਇੰਡੀਅਨ ਨੈਸ਼ਨਲਿਜ਼ਮ ਨਾਲ ਜਿਹੜਾ ਗਦਰੀ ਬਾਬਿਆਂ ਦਾ, ਬੱਬਰ ਅਕਾਲੀਆਂ ਦਾ, ਅਕਾਲੀ ਦਲ ਦਾ, ਦੇਸ਼ ਭਗਤਾਂ ਦਾ ਪੰਜਾਬ ਦਾ ਇਤਿਹਾਸ ਹੈ, ਉਹ ਇੰਡੀਅਨ ਨੈਸ਼ਨਲਿਜ਼ਮ ਨਾਲ ਬੱਝਿਆ ਹੋਇਆ ਹੈ। ਠੀਕ ਹੈ। ਉਹ ਹਿੰਦੂਤਵ ਨਾਲ ਨਹੀਂ ਬੱਝਿਆ ਹੋਇਆ। ਉਹ ਹਿੰਦੂ ਆਪਦਾ ਹਿੰਦੂ ਰਾਸ਼ਟਰ ਦੀ ਗੱਲ ਕਰਦੇ, ਉਹਦੇ ਨਾਲ ਸਾਡਾ ਸਰੋਕਾਰ ਨਹੀਂ ਹੈ। ਸਾਡਾ ਸਰੋਕਾਰ ਇੰਡੀਆ ਨਾਲ ਹੈ। ਅਸੀਂ ਇੰਡੀਆ ਦੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਹੈ। ਔਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਕਿਸੇ ਨੇ ਬਹੁਤ ਠੀਕ ਕਿਹਾ ਕਿ ਅਗਰ ਸਿੱਖ ਨਾ ਲੜਦਾ ਜੰਗ ਆਜ਼ਾਦੀ ਦੀ ਲਹਿਰ, ਜੀ 500 ਸਾਲ ਹੋਰ ਅੰਗਰੇਜ਼ ਨੇ ਆਜ਼ਾਦੀ ਨਹੀਂ ਤੁਹਾਨੂੰ ਦੇਣੀ ਸੀ। ਬਰਾੜ ਸਾਹਿਬ ਬੜੀ ਬਹੁਤ ਵੱਡਾ ਯੋਗਦਾਨ ਹੈ ਪਰਮਵੀਰ ਜੀ। ਮਤਲਬ ਅਗਰ ਇਫ ਯੂ ਗੋ, ਇੱਕ ਤਾਂ ਹੁੰਦਾ ਨਾ ਅੰਕੜੇ ਸਟੇਜਾਂ ਤੇ, ਚਲੋ ਢਾਡੀ ਸਿੰਘ ਤਾਂ ਜ਼ਿਆਦਾ ਸਿਆਣੇ ਹੁੰਦੇ ਸਗੋਂ ਸਾਡੇ ਨਾਲੋਂ, ਉਹ ਤਾਂ 90% ਕਹਿੰਦੇ ਹੀ ਹੈ। ਲੇਕਿਨ 90% ਤੋਂ ਬਿਨਾਂ ਜੋ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਲੇਟਰ ਔਨ, ਜੋ 62, 65, 71 ਜੋ ਰੈਵੋਲਿਊਸ਼ਨ, ਜੋ ਕ੍ਰਾਂਤੀਆਂ, ਚਲੋ ਹੁਣ ਤਾਂ ਇਹ ਵੀ ਕਿਹਾ ਜਾਂਦਾ ਵੀ ਹਰੀ ਕ੍ਰਾਂਤੀ ਨੇ ਸਾਨੂੰ ਖਰਾਬ ਕੀਤਾ ਸਗੋਂ, ਲੇਕਿਨ ਇੱਕ ਵੇਲੇ ਭੁੱਖਮਰੀ ਦੇ ਹਿੰਦੁਸਤਾਨ ਨੂੰ ਬਚਾਉਣ ਲਈ ਸੋਮਾਲੀਆ ਬਣ ਜਾਣਾ ਸੀ। ਕਿੱਡਾ ਵੱਡਾ ਯੋਗਦਾਨ ਹੈ ਪੰਜਾਬ ਦਾ। ਪੰਜਾਬ ਨੂੰ ਐਜ਼ ਅ ਸਪੈਸ਼ਲ ਸਟੇਟਸ ਪ੍ਰਾਈਮ ਮਿਨਿਸਟਰ ਅਮਿਤ ਸ਼ਾਹ ਨੂੰ ਦੇਖਣਾ ਚਾਹੀਦਾ। ਇਹਨੂੰ ਤੁਸੀਂ ਹਿਮਾਚਲ, ਹਰਿਆਣਾ ਔਰ ਦੂਜਿਆਂ ਪ੍ਰਦੇਸ਼ਾਂ ਨੂੰ ਨਾ ਦੇਖੋ। ਔਰ ਅਗਰ ਅਕਾਲੀ ਦਲ ਤਕੜਾ ਹੁੰਦਾ ਤਾਂ ਹੀ ਕੋਈ ਪਾਰਟੀ ਸਾਡੇ ਨਾਲ ਗੱਲ ਕਰੂਗੀ। ਉਹਨਾਂ ਦੇ ਤਾਂ ਪ੍ਰਧਾਨ ਬਿਆਨ ਦੇ ਚੁੱਕੇ, ਅਸ਼ਵਨੀ ਹੋਰੀ ਕਹਿੰਦੇ ਅਸੀਂ ਤਾਂ ਕਦੇ ਬਾਦਲ ਹੋਰਾਂ ਨਾਲ, ਸੁਖਬੀਰ ਸਿੰਘ ਹੋਰਾਂ ਨਾਲ, ਅਕਾਲੀ ਦਲ ਨਾਲ ਸਾਨੂੰ ਕੋਈ ਲੋੜ ਨਹੀਂ। ਇਹਨਾਂ ਦੇ ਤਾਂ 3 ਬੰਦੇ ਨੇ। ਐਨੀਵੇਜ਼, ਮੈਂ ਹੁਣ ਇੱਕ ਮੌਜੂਦਾ ਸਰਕਾਰ ਦੀ ਗੱਲ ਪੁੱਛਣੀ ਹੈ, ਕਿਉਂਕਿ ਜਦੋਂ ਖੱਟਰ ਸਾਹਿਬ ਤੇ ਮਾਨ ਸਾਹਿਬ ਦੀ ਮੀਟਿੰਗ ਹੁੰਦੀ ਹੈ SYL ਦੇ ਮੁੱਦੇ ਤੇ, ਹਾਂਜੀ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਕਈ ਹੋਰ ਧਿਰਾਂ ਨੇ ਕਿਹਾ ਕਿ ਭਗਵੰਤ ਮਾਨ ਹੋਰੀ ਤਾਂ ਪੰਜਾਬ ਦੇ ਹਿੱਤ ਵਿੱਚ ਹੈ ਜੀ, ਆਹ ਕੁਛ ਕਰ ਦਿੱਤਾ ਜੀ, ਉੱਥੇ ਆਹ ਸਟੇਟਮੈਂਟ ਨਹੀਂ, ਇਸ ਤਰੀਕੇ ਚਾਹੀਦੀ ਸੀ। ਜਗਮੀਤ ਸਿੰਘ ਬਰਾੜ ਹੋਰੀ ਇੱਕ ਪੰਜਾਬੀ ਹੋਣ ਦੇ ਨਾਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਆ? ਗੁੱਡ ਕੁਐਸਚਨ। ਦੇਖੋ, ਜਿਸ ਦਿਨ ਇਹ ਮੀਟਿੰਗ ਸੀ ਜੀ, ਇਸ ਗੱਲ ਦਾ ਸਾਰੇ ਪੰਜਾਬ ਦੇ ਇਸ ਸਬਜੈਕਟ ਨੂੰ ਜਾਣਨ ਵਾਲਿਆਂ ਨੂੰ ਪਤਾ ਹੈ ਕਿ ਇਟ ਵਾਜ਼ ਅ ਗਿਮਿਕ। ਇਹ ਗਿਮਿਕ ਸੀ ਪ੍ਰੈਸ਼ਰ ਦਾ। ਔਰ ਇਹ ਗਿਮਿਕ, ਚਲੋ ਮੈਂ ਇਹ ਨਹੀਂ ਕਹਿੰਦਾ ਕਿ ਸੁਪਰੀਮ ਕੋਰਟ ਸਰਵਉੱਚ ਹੈ, ਲੇਕਿਨ ਸੁਪਰੀਮ ਕੋਰਟ ਦਾ ਮੈਂ ਇੱਕੋ ਇੱਕ ਮੇਰਾ ਮਤਲਬ, ਚਲੋ ਮੈਂ ਖੁਦ ਵੀ ਐਡਵੋਕੇਟ ਹਾਂ, ਆਈ ਕੈਨ ਆਲਸੋ ਪੁੱਟ ਫੋਰਥ ਅ ਪਟੀਸ਼ਨ ਬਈ ਜਦੋਂ ਤੁਹਾਨੂੰ ਕੁਆਂਟਮ ਆਫ ਵਾਟਰ ਦਾ ਗਿਆਨ ਨਹੀਂ ਹੈ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਪਹਿਲਾਂ ਸਤਲੁਜ ਜਮਨਾ ਲਿੰਕ ਨਹਿਰ ਕੱਢੋ, ਹਾਂਜੀ, ਉਦੋਂ ਬਾਅਦ ਅਸੀਂ ਪੰਜਾਬ ਦੇ ਪਾਣੀਆਂ ਦੀ ਵੰਡ ਦੀ ਗੱਲ ਕਰਾਂਗੇ। ਇਹ ਐਡੀ ਹਾਸੋਹੀਣੀ ਗੱਲ ਹੈ ਜਿਹਦਾ ਇੱਕ ਐਡਾ ਵੱਡਾ ਮਜ਼ਾਕ ਬਣਿਆ। ਸੋ ਇਹ ਦਾ ਰਿਜ਼ਲਟ ਵਾਜ਼ ਨੋਨ ਕਿ ਇਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਸਿਵਾਏ ਪਲੇਇੰਗ ਟੂ ਦਾ ਗੈਲਰੀਜ਼ ਕਿ ਬੀਜੇਪੀ ਨੇ ਚੋਣਾਂ ਦੇ ਦੌਰਾਨ ਖੱਟਰ ਸਾਹਿਬ ਦੀ ਪ੍ਰੋਜੈਕਸ਼ਨ ਦੇ ਅਧੀਨ ਸਤਲੁਜ ਜਮਨਾ ਲਿੰਕ ਨਹਿਰ ਮੰਗੀ, ਕਿਉਂਕਿ ਹੁੱਡਾ ਸਾਹਿਬ ਵੀ ਮੰਗ ਰਹੇ ਹੈ, ਉਧਰੋਂ ਚੌਟਾਲਾ ਸਾਹਿਬ ਮੰਗ ਰਹੇ ਹੈ, ਉਦੋਂ ਬਾਕੀ ਉਹਨਾਂ ਦੀਆਂ ਆਊਟਫਿਟਸ। ਆਮ ਆਦਮੀ ਪਾਰਟੀ ਦਾ ਤਾਂ ਖੈਰ ਕਿਸੇ ਮੁੱਦੇ ਤੇ ਕੋਈ ਵਿਚਾਰ ਹੀ ਨਹੀਂ ਹੁੰਦਾ। ਦੇ ਹੈਵ ਨੋ ਆਈਡੀਓਲੋਜੀ, ਦੇ ਹੈਵ ਉਹ ਮੁਫਤਖੋਰੀ ਦਾ ਕੱਲਾ ਏਜੰਡਾ ਹੈ। ਔਰ ਚਲੋ ਬਾਕੀ ਕਰਪਸ਼ਨ, ਕਿਉਂਕਿ ਪੋਲੀਟੀਕਲ ਪਾਰਟੀਜ਼ ਦੇ ਵਿੱਚ ਘਰ ਕਰ ਗਈ ਸੀ, ਉਹਦਾ ਐਡਵਾਂਟੇਜ ਉਹਨਾਂ ਨੂੰ ਮਿਲਿਆ ਹੈ। ਇਹ ਇੱਕ ਸਹੀ ਗੱਲ ਹੈ ਕਿ ਰੀਕਿੰਗ ਵਿਦ ਕਰਪਸ਼ਨ ਸੀ ਸਾਡੇ ਢਾਂਚੇ, ਸਾਡੇ ਢਾਂਚਿਆਂ ਦੀ ਪਤਨਸ਼ੀਲਤਾ ਦਾ ਐਨ ਡੂੰਘੇ ਖੂਚ ਸੀਗੀ, ਇਸੇ ਕਰਕੇ 92 ਬੰਦੇ ਜਿੱਤੇ। ਲੇਕਿਨ ਜਿਹੜਾ ਤੁਹਾਡਾ ਕੁਐਸਚਨ ਉਹ ਬੜਾ ਰੈਲੇਵੈਂਟ। ਦੇਖੋ, ਮੈਂ ਭਗਵੰਤ ਸਿੰਘ ਮਾਨ ਨੂੰ ਬਹੁਤ ਅੰਡਰਡੌਗ ਪੋਲਿਟਿਕਸ ਦਾ ਸਮਝਦਾ ਜੀ। ਮੈਂ ਉਹਨੂੰ ਇਹਨਾਂ ਵਾਂਗੂ ਬ੍ਰਸ਼ ਸਾਈਡ ਨਹੀਂ ਕਰਦਾ ਬੰਦਿਆਂ ਵਾਂਗੂ ਕਿ ਵੀ ਉਹ ਬਹੁਤ ਗੱਲ ਉਸ ਬੰਦੇ ਨੂੰ ਸੁਝਦੀ ਹੈ, ਬਹੁਤ ਗੱਲ ਤੇ ਉਹ ਸਿਆਣੇ ਬੰਦੇ ਦੀ ਲੈ ਕੇ ਵਿਚਾਰ ਕਰਦਾ। ਉਹਦਾ ਹਿੰਦੁਸਤਾਨ ਦੀ ਪਾਰਲੀਮੈਂਟ ਜਿਹੜੀ ਕੰਟਰੀਬਿਊਸ਼ਨ ਰਹੀ ਹੈ, ਇਹ ਮੇਰਾ ਵਨ ਲਾਈਨਰ ਰਿਹਾ ਐਂਡ ਇਟਸ ਅ ਰਿਜ਼ਲਟ ਕਿ ਅਗਰ ਉਹ ਪੰਜਾਬ ਦੇ ਚੀਫ ਮਿਨਿਸਟਰ ਬਣੇ ਹੈ ਔਰ ਆਮ ਆਦਮੀ ਪਾਰਟੀ ਜਿੱਤੀ ਹੈ, ਜਿਸ ਪ੍ਰਕਾਰ ਉਹਨਾਂ ਨੇ ਕੌਨਫਰੰਟ ਕੀਤਾ ਬੀਜੇਪੀ ਨੂੰ ਆਪਦੀ ਸ਼ੈਲੀ ਰਾਹੀਂ, ਆਪਦੀ ਪੋਇਟਰੀ ਰਾਹੀਂ, ਆਪਦੇ ਇਸ਼ੂਜ਼ ਰਾਹੀਂ, ਮੁੱਦਿਆਂ ਦੇ ਰਾਹੀਂ, ਉਸ ਕਰਕੇ ਉਹਨਾਂ ਦੀ ਪੰਜਾਬ 'ਚ ਸਪੇਸ ਮਿਲੀ ਹੈ। ਜਦੋਂ ਉਹ ਮੀਟਿੰਗ ਤੋਂ ਬਾਹਰ ਆਏ, ਉਹਨਾਂ ਨੇ ਪ੍ਰੈਸ ਨੂੰ ਐਡਰੈਸ ਕੀਤਾ, ਮੈਂ ਉਹ ਸੁਣੀ, ਮੈਂ ਖੱਟਰ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਸੁਣੀ। ਬਹੁਤ ਬਾਖੂਬੀ ਗੁੱਡ ਕੇਸ ਭਗਵੰਤ ਸਿੰਘ ਮਾਨ ਨੇ ਪੇਸ਼ ਕੀਤਾ। ਔਰ ਇਹ ਕਹਿਣਾ ਫॉर द ਸੇਕ ਆਫ ਕ੍ਰਿਟਿਸਿਜ਼ਮ, ਕਿਉਂਕਿ ਵੀ ਅਸੀਂ ਕ੍ਰਿਟਿਸਾਈਜ਼ ਕਰਨਾ ਹੀ ਕਰਨਾ ਆਮ ਆਦਮੀ ਨੂੰ, ਜਾਂ ਅਕਾਲੀਆਂ ਨੇ ਕਰਨਾ ਹੀ ਕਰਨਾ, ਹਾਂ ਬਈ ਮੈਜੋਰਿਟੀ ਹੈ ਨਾ ਮਸਟ ਰੂਲ ਐਂਡ ਮਾਈਨੋਰਿਟੀ ਮਸਟ ਕ੍ਰਿਟਿਸਾਈਜ਼। ਬਟ ਵਾਟਰ ਇਸ਼ੂ ਇਜ਼ ਵਨ ਇਸ਼ੂ ਜਿੱਥੇ ਅਸੀਂ
ਜਿਹੜਾ ਮਤਲਬ ਐਡਵਾਂਟੇਜ ਹੈਗਾ ਜੀ। ਜਾਂ ਓਪਰਚੁਨਿਟੀ ਹੈਗੀ ਹੈ, ਉਹ ਅਗਰ ਅਸੀਂ ਉਹਦੇ ਤੇ ਖੀਰ ਬਣੀ ਤੇ ਖੇ ਪਾਉਨੇ ਹੈ, ਜੀ। ਇਹਦੇ ਨਾਲ ਪੰਜਾਬ ਦੀ ਧਰਤੀ ਦੀ ਆਉਣ ਵਾਲੀਆਂ ਪੀੜ੍ਹੀਆਂ ਦਾ ਨੂੰ ਘੱਟ ਹੈ। ਇਸ ਕਰਕੇ ਮੈਂ ਇਹ ਕਿਹਾ ਕਿ ਮੈਂ ਖੱਟਰ ਸਾਹਿਬ ਨੂੰ ਵੀ ਸੁਣਿਆ ਜੀ। ਤੇ ਮੈਂ ਭਗਵੰਤ ਸਿੰਘ ਮਾਨ ਨੂੰ ਵੀ ਸੁਣਿਆ। ਭਗਵੰਤ ਸਿੰਘ ਮਾਨ ਨੇ ਆਪਦੇ ਸੂਬੇ ਦਾ ਪੇਸ਼ ਇੱਕ ਚੰਗੇ ਚੌਕੀਦਾਰ ਵਜੋਂ ਪੇਸ਼ ਕੀਤਾ, ਔਰ ਮੈਨੂੰ ਇਹ ਗਿਆਨ ਹੈ ਜੀ। ਕਿ 3 ਬੰਦੇ ਇਹਦੇ 'ਚ ਹਰਪਾਲ ਸਿੰਘ ਚੀਮਾ ਜੀ। ਔਰ ਨਾਲ ਦੀ ਨਾਲ ਆਪਣਾ ਸੰਧਵਾ ਕੁਲਤਾਰ ਸਿੰਘ ਬ੍ਰਿਲੀਅੰਟ ਬੰਦਾ ਹੈ, ਸੋਚ ਨਾਲ ਵਿਚਾਰ ਨਾਲ ਗੱਲ ਕਰਦਾ ਹੈ। ਇਹਨਾਂ ਨੇ ਸੋਚ ਵਿਚਾਰ ਨਾਲ ਕਿ ਪੰਜਾਬ ਨਾਲ ਆਪਾਂ ਨੂੰ ਇਸ ਮੁੱਦੇ ਤੇ ਅਗਰ ਆਪਾਂ ਸਲਿੱਪ ਹੁੰਨੇ ਆ ਤਾਂ ਕੰਮ ਵਿਗੜ ਜਾਣਾ। ਜਿਵੇਂ ਹੁਣ ਬਰਗਾੜੀ ਜਾ ਕੇ ਵੀ ਤੁਹਾਨੂੰ ਪਤਾ ਹੈ ਕੁਲਤਾਰ ਸਿੰਘ ਸੰਧਵਾ ਦੀ ਜਿਹੜੀ ਸਪੀਚ ਉੱਤੇ ਹੈਗੀ ਹੈ, ਉਹ ਪੋਲੀਟੀਕਲੀ ਬਹੁਤ ਸੂਝ ਨਾਲ ਉਹਨੇ ਉੱਥੇ ਗੱਲ ਕੀਤੀ ਹੈ, ਕਿਉਂਕਿ ਉਹਨਾਂ ਦੀ ਕੌਨਸਟੀਟੂਐਂਸੀ ਹੈ। ਸੋ ਮੈਂ ਇਸ ਗੱਲ ਪਰ ਵੀ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ, ਜਦੋਂ ਤੁਹਾਡਾ ਕੱਟੜ ਤੋਂ ਕੱਟੜ ਵਿਰੋਧੀ ਜੀ ਤੁਹਾਡੇ ਵਿਚਾਰ ਦੇ ਉੱਤੇ ਕਦੇ ਤੁਹਾਡੀ ਸ਼ਲਾਘਾ ਕਰਦਾ ਹੈ ਇਨ ਗ੍ਰੇਟਰ ਇੰਟਰਸਟ ਆਫ ਪੀਪਲ, ਜੀ, ਮੈਂ ਉਹਦਾ ਬਹੁਤ ਉਹਦਾ ਨਿੱਘ ਮਾਣਿਆ ਹੈ। ਪਾਰਲੀਮੈਂਟ 'ਚ ਉਦੋਂ ਬਾਅਦ ਮੈਨੂੰ ਲੋਕਾਂ ਨੇ ਪਾਰਟੀ ਹਿੱਤਾਂ ਤੋਂ ਉਹਦੇ ਉਹਨਾਂ ਦੇ 4 ਬੰਦੇ ਡਿਬੇਟ 'ਚ ਆਏ, 4 ਬੰਦੇ ਡਿਬੇਟ 'ਚ ਆਏ ਭਗਵੰਤ ਸਿੰਘ ਮਾਨ ਹੋਰਾਂ ਦੇ ਇਸ ਸਟੇਟਮੈਂਟ ਤੋਂ ਬਾਅਦ 4 ਬੰਦਿਆਂ ਨੇ ਆਰੰਭ ਇੱਥੋਂ ਕੀਤਾ ਕਿ ਅਸੀਂ ਜੋ ਚਲੋ ਮੇਰਾ ਉਹਨਾਂ ਨਾਲ ਮੈਂ ਡਿਜ਼ਰਵ ਨਹੀਂ ਕਰਦਾ ਜੋ ਉਹਨਾਂ ਨੇ ਸ਼ਬਦ ਕਹੇ, ਚੰਗੇ ਸ਼ਬਦ ਕਹੇ ਔਰ ਕੰਟਰੋਵਰਸੀ ਪੈਦਾ ਨਹੀਂ ਕੀਤੀ, ਬੀਜੇਪੀ ਨੂੰ ਵੀ ਨਹੀਂ ਪੈਦਾ ਕੀਤੀ। ਸੋ ਆਈ ਥਿੰਕ ਭਗਵੰਤ ਸਿੰਘ ਮਾਨ ਔਨ ਦਾ ਵਾਟਰ ਇਸ਼ੂ ਹੈਜ਼ ਪੁੱਟ ਹਿਸ ਕੇਸ ਵੈਰੀ ਵੈਲ। ਲੇਕਿਨ ਜੋ ਐਡਵਰਟਿਜ਼ਮੈਂਟਾਂ ਕਰ ਰਹੇ ਆ ਬਈ ਤੁਹਾਨੂੰ ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਕਹਿੰਦਾ ਰਿਹਾ, ਮੈਂ ਅਮਰਿੰਦਰ ਸਿੰਘ ਜੀ ਨੂੰ ਵੀ ਕਹਿੰਦਾ ਰਿਹਾ, ਮੈਂ ਕਿਹਾ ਵੀ ਤੁਹਾਡੇ ਇਹਦੇ ਤੇ ਹੁਣ ਸਾਹਿਤਿਕ ਗੱਲ ਕਿ ਗੁਰਸ਼ਰਨ ਸਿੰਘ ਭਾਜੀ ਹੋਰੇ ਜਦੋਂ ਡਰਾਮਾ ਕਰਨ ਆਉਂਦੇ ਕੋਟਕਪੂਰੇ ਮੁਕਤਸਰ, ਮੇਰੇ ਪਿਤਾ ਦੇ ਉਹ ਮਿੱਤਰ ਸੀ ਖਾਲਸਾ ਕਾਲਜ ਵੇਲੇ, ਪੁਰਾਣਾ ਬਹੁਤ ਉਹਨਾਂ ਦਾ ਸੰਬੰਧ ਸੀਗਾ, ਉਹ ਆਏ ਮੁਕਤਸਰ ਤੇ ਮੁਕਤਸਰ ਉਹਨਾਂ ਨੇ ਮਾਘੀ ਵਾਲੇ ਤਿਉਹਾਰ ਤੇ ਫੋਟੋਆਂ ਲੱਗੀਆਂ ਹੋਈਆਂ, ਮੇਰੀਆਂ ਫੋਟੋਆਂ ਵੀ ਐਂ ਪੂਰੀਆਂ, ਤਾਂ ਐਡਾ ਇਤਿਹਾਸਕ ਮੌਕਾ ਹੋਵੇ ਤੇ ਗੁਰੂਆਂ ਦੀ ਬਜਾਏ ਫੋਟੋਆਂ ਲੱਗੀਆਂ ਸਾਡੀਆਂ। ਉਹਨਾਂ ਨੇ ਬੂਥੀਆਂ ਨਾਟਕ ਖੇਡਿਆ ਉੱਥੇ, ਉਹਨਾਂ ਨੇ ਕਿਹਾ ਬੂਥੀਆਂ ਆਪਦੀਆਂ ਕਾਹਤੋਂ ਲਾਈਆਂ, ਇੱਕ ਵਿੱਚ ਪ੍ਰਕਾਸ਼ ਬਾਦਲ ਲਾਈ ਬੈਠਾ, ਵਿੱਚ ਤੂੰ ਗੁਰਮੀਤ ਸਿੰਘ ਦਾ ਲੜਕਾ ਹੋ ਕੇ ਜਿੱਥੇ 40 ਮੁਕਤਿਆਂ ਦੀ ਧਰਤੀ ਹੈ ਭਾਈ ਹਾਂਜੀ ਮਹਾਂ ਸਿੰਘ ਔਰ ਮਾਤਾ ਭਾਗ ਕੌਰ ਦੀ, ਉਹਦੇ ਨਾਲ ਫੋਟੋ ਲਾਈ ਹੈ ਬੂਥੀਆਂ ਤੁਸੀਂ ਆਪਦੀਆਂ। ਉਹ ਨਾਟਕ ਇੰਨਾ ਹਿੱਟ ਹੋਇਆ ਕਿ ਉਹ ਕੋਟਕਪੂਰੇ ਮੁਕਤਸਰ ਗਿੱਦੜਬਾਹਾ, ਦੀਪਕ ਤੇਜਾ ਮੇਰੇ ਨਾਲ ਰਿਹਾ, ਉਹ ਵਿਚਾਰਾ ਕਲਾਕਾਰ ਹੈ, ਗਰੀਬ ਹੈ, ਦਲਿਤ ਹੈ, ਮਜ਼੍ਹਬੀ ਸਿੱਖਾਂ ਦਾ ਮੁੰਡਾ ਹੈ, ਉਹ ਉੱਥੇ ਮੇਨ ਰੋਲ ਅਦਾ ਕਰਦਾ ਰਿਹਾ। ਉਹ ਆਂਦਾ ਜੀ ਲੋਕਾਂ ਨੇ ਉਹ ਬਹੁਤ ਪਸੰਦ ਕੀਤਾ ਨਾਟਕ। ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀਆਂ ਆਹ ਐਡਵਰਟਿਜ਼ਮੈਂਟਾਂ ਤੇ ਪੈਸੇ ਗੁਜਰਾਤ ਤਾਈਂ ਗਾਲ ਰਹੇ ਨੇ, ਇਹਦਾ ਕੀ ਅਰਥ ਹੈ? ਪਰ ਵੀਰੇ ਮੈਨੂੰ ਸਮਝ ਨਹੀਂ ਆਈ ਕਦੇ ਵੀ। ਯੂ ਆਰ ਆਲਰੇਡੀ ਪੋਪੂਲਰ, 92 ਬੰਦਿਆਂ ਦਾ ਮੈਂਡੇਟ ਹੈ, ਇਹ ਪੈਸਾ ਕੋਈ ਧੀਆਂ ਭੈਣਾਂ ਦੀਆਂ ਸ਼ਾਦੀਆਂ ਤੇ, ਕੋਈ ਗਰੀਬ ਬੱਚਿਆਂ ਤੇ, ਕੋਈ ਤੁਸੀਂ ਮੈਨੂੰ ਇੰਟਰਵਿਊ 'ਚ ਮੈਂ ਫਖਰ ਨਾਲ ਇਹਦਾ ਜ਼ਿਕਰ ਕਰਦਾ, ਮੈਂ ਕੱਲ੍ਹ ਲੁਧਿਆਣੇ ਤੋਂ ਆ ਰਿਹਾ ਸੀ, ਤੁਹਾਡਾ ਉਹ ਰਿਕਾਰਡਿੰਗ ਤਾਂ ਪਤਾ ਨਹੀਂ ਕਦੋਂ ਸੀ, ਮੈਂ ਫੇਸਬੁੱਕ ਦੇ ਉੱਤੇ ਜਦੋਂ ਤੁਹਾਨੂੰ ਸੁਣਿਆ ਕਿ ਪਰਚੇ ਦੇਣ ਹਜ਼ਾਰਾਂ ਦੀ ਤਾਦਾਦ 'ਚ ਬੱਚੇ ਆਏ ਹੈ, ਔਰ ਕਿਵੇਂ ਸਾਡੀਆਂ ਬੇਟੀਆਂ ਧੀਆਂ ਨੂੰ ਆਪਦੀਆਂ ਧੀਆਂ ਉਹਨਾਂ, ਫਿਰ ਉਹਨੂੰ ਇਮੈਜਿਨ ਕਰੋ ਕਿ ਉਹਨਾਂ ਨੂੰ ਰਾਤ ਨੂੰ ਜਗ੍ਹਾ ਨਾ ਮਿਲੇ, ਹੋਟਲਾਂ ਲਈ ਪੈਸੇ ਨਾ ਹੋਣ, ਔਰ ਕਿੰਨੀ ਪੰਜਾਬ ਦੀਆਂ ਅਣਖੀਲੀਆਂ ਸਾਡੀਆਂ ਧੀਆਂ ਬੱਚਿਆਂ ਦਾ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਇਹ ਬਹੁਤ ਮਤਲਬ ਦਿਸ ਇਜ਼ ਅ ਇਕਨੋਮਿਕ ਐਕਸਪਲੋਇਟੇਸ਼ਨ ਯੂ ਕੈਨ ਸੇ ਬਾਈ ਦੀ ਗਵਰਨਮੈਂਟ। ਉਹਨਾਂ ਨੂੰ ਇੰਤਜ਼ਾਮ ਇਹਦਾ ਕਰਨਾ ਚਾਹੀਦਾ ਸੀ, ਔਰ ਤੁਸੀਂ ਪਹਿਲੇ ਜਰਨਲਿਸਟ ਹੋ ਜਿਨ੍ਹਾਂ ਨੇ ਇਹਦੇ ਤੇ ਬਹੁਤ ਅੱਛਾ ਬਾਖੂਬੀ ਪੰਜਾਬ ਦਾ ਪੱਖ ਰੱਖਿਆ। ਔਰ ਮੈਂ ਸਮਝਦਾ ਕਿ ਇਹ ਇਸ਼ੂਜ਼ ਐਸੇ ਨੇ ਜਿਹਦੇ ਸਾਨੂੰ ਵੀ ਸ਼ੁੱਡ ਫੀਲ ਹੈਪੀ ਇਨ ਪ੍ਰੇਜ਼ਿੰਗ ਆਵਰ ਓਪੋਨੈਂਟ। ਅਗਰ ਕੋਈ ਸਾਡੇ ਤਾਂ ਰਿਵਾਜ ਇਹ ਹੋ ਗਿਆ ਪਨਵੀਰ ਪੰਜਾਬ ਦੀ ਪੋਲੀਟਿਕਸ ਦਾ, ਤੁਸੀਂ 7 ਆਗੂ ਹੈ ਪੰਜਾਬ ਦੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਮੋਰ ਪੋਪੂਲਰ ਔਨ ਸੋਸ਼ਲ ਮੀਡੀਆ, ਜਸਟ ਹੀਅਰ ਦੈਮ। ਕਦੇ ਉਹਨਾਂ ਨੇ ਕੋਈ ਨਵੀਂ ਗੱਲ, ਕਦੇ ਉਹਨਾਂ ਨੇ ਆਊਟ ਆਫ ਬਾਕਸ ਗੱਲ, ਕਦੇ ਉਹਨਾਂ ਨੇ ਪੰਜਾਬ ਦਾ ਤਖਯਲ, ਐਨ ਆਈਡੀਆ ਆਫ ਪੰਜਾਬ ਕੋਈ ਦਿੱਤਾ ਕਿਸੇ ਬੰਦੇ ਨੂੰ? ਔਰ ਆਈ ਐਮ ਸੌਰੀ ਟੂ ਸੇ ਕਿ ਸ਼੍ਰੋਮਣੀ ਅਕਾਲੀ ਦਲ ਕੋਲੇ ਵੀ ਇੰਨੇ ਚਿਰ ਰਾਜ ਕਰਕੇ ਦੇਰ ਵਾਜ਼ ਨੋ ਆਈਡੀਆ। 2 ਸਾਲ ਕੋਰ ਕਮੇਟੀ ਦੀਆਂ ਮੀਟਿੰਗਾਂ ਅਗਰ ਮਿੰਟਸ ਰਿਕਾਰਡ ਹੋ ਜਾਂਦੇ, ਅਗਰ ਕੈਮਰੇ ਦੇ ਉੱਤੇ ਪੰਜਾਬ ਦਾ ਆਵਾਮ ਔਰ ਲੋਕ ਉਹ ਦੇਖ ਲੈਣ ਕਿ ਕਿਸਾਨ ਐਜੀਟੇਸ਼ਨ ਤੋਂ ਲੈ ਕੇ ਤੇ ਇਹਨਾਂ ਨੂੰ ਮੈਂ ਕੀ ਅੰਦਰ ਕਹਿੰਦਾ ਰਿਹਾ ਫਸਟ ਡੇ ਆਈ ਆਸਕ ਫॉर देयर ਰੈਜ਼ਿਗਨੇਸ਼ਨ, ਨਹੀਂ ਸੁਣਦੇ। ਹਾਂ ਮੈਂ ਕਿਹਾ ਨਹੀਂ ਮਤਲਬ ਬਾਕੀ ਬੰਦੇ ਤੁਹਾਨੂੰ ਹੋ ਗਿਆ ਠੀਕ ਹੈ ਉਹ ਛੱਡੋ ਜੀ, ਛੱਡੋ ਕੌਣ ਹੈ, ਮਤਲਬ ਆਹ ਗੱਲ ਛੱਡੋ ਜੀ, ਛੱਡੋ ਇਹਨਾਂ ਗੱਲਾਂ ਦਾ ਕੀ ਫਾਇਦਾ, ਇਹ ਤਾਂ ਜਜ਼ਬਾਤੀ ਗੱਲਾਂ ਹੈ ਜੀ, ਇਹਨਾਂ ਦਾ ਕੀ ਫਾਇਦਾ। ਮੇਰਾ ਕਹਿਣ ਦਾ ਮਤਲਬ ਹੈ ਕਿ ਐਟਲੀਸਟ ਸਾਨੂੰ
ਜਿਹੜਾ ਟੈਲੈਂਟ ਹੰਟ ਕੀਤਾ, ਕਦੇ ਮਾਸਟਰ ਤਾਰਾ ਸਿੰਘ ਨੇ, ਕਦੇ ਗਿਆਨੀ ਕਰਤਾਰ ਸਿੰਘ ਨੇ, ਕਦੇ ਫੈਡਰੇਸ਼ਨ ਨੇ, ਅੰਬਾਲਵੀ ਸਾਹਿਬ ਨੇ, ਇਹ ਬੰਦੇ ਕਾਲਜਾਂ ਜਾਂਦੇ, ਕਾਲਜ ਦੀ ਕੰਟੀਨ ਤੇ ਜਾ ਕੇ ਬਹਿ ਜਾਣਾ, ਉੱਥੇ ਦੇਖਣਾ ਯਾਰ ਆਹ ਮੁੰਡਾ ਸੀਰੀਅਸ ਜਿਹਾ ਲੱਗਦਾ ਹੈ, ਇਹਨੂੰ ਇਨਵੋਲਵ ਕਰੋ, ਇਹਨੂੰ ਸੋਸ਼ਲ ਸਰਵਿਸ, ਪਬਲਿਕ ਲਾਈਫ। ਹੁਣ ਤਾਂ ਕੋਈ ਟੈਲੈਂਟ ਦਾ ਮਤਲਬ ਹੰਟ ਦਾ ਕੋਈ ਰਹਿ ਹੀ ਨਹੀਂ ਗਿਆ ਫੀਲਡ, ਹੁਣ ਤਾਂ ਮਸਲਾ ਹੀ ਹੋਰ ਹੋ ਗਿਆ, ਮਸਲਾ ਹੀ ਹੋਰ ਹੋ ਗਿਆ। ਬਰਾੜ ਸਾਹਿਬ, ਮੈਂ ਨਾ, ਤੁਸੀਂ ਤਾਂ ਸਿਫਤਾਂ ਕੀਤੀਆਂ, ਪਰ ਮੈਨੂੰ ਵੀ ਕਿਹਾ ਕਿ ਠੀਕ ਕੀਤਾ, ਪਰ ਮੈਂ ਨਹੀਂ ਕਰਨੀਆਂ, ਮੇਰਾ ਕੰਮ ਨਹੀਂ ਹੈ ਸਿਫਤ ਕਰਨਾ। ਮੈਂ ਹੁਣ ਇੱਕ ਗੱਲ ਦੱਸਣ ਲੱਗਿਆ। ਨਹੀਂ ਜ਼ਰੂਰ ਜ਼ਰੂਰ, ਨਹੀਂ ਤੁਸੀਂ ਮੈਨੂੰ ਇਦੋਂ ਵੱਧ ਖੁਸ਼ੀ ਨਹੀਂ ਮਿਲਣੀ, ਕਿਉਂਕਿ ਮੈਂ ਤੁਹਾਨੂੰ ਦਿਲੋਂ ਕਹਿਣਾ, I don't want to scratch your back or my back। ਮੈਂ ਤਾਂ ਤੁਹਾਨੂੰ 15 ਸਾਲ ਤੋਂ ਤਾਂ ਐਟਲੀਸਟ ਮੈਂ ਰੇਡੀਓ ਰਾਹੀਂ ਤੁਹਾਨੂੰ ਮੈਂ ਸੁਣ ਰਿਹਾ, 12 14 15 ਸਾਲਾਂ ਤੋਂ, ਔਰ ਬੜੀ ਦੂਰ ਦੂਰ ਜਾ ਕੇ ਮੈਂ ਸੁਣਦਾ ਰਿਹਾ, ਔਰ ਮੈਨੂੰ ਆਨੰਦ ਆਉਂਦਾ ਸੀ ਤੁਹਾਡੇ ਪੰਜਾਬ ਪ੍ਰਤੀ ਜਿਹੜਾ ਤੁਸੀਂ ਇੱਕ ਤਰ੍ਹਾਂ ਨਾਲ ਆਪਦਾ ਸਨੇਹ ਪ੍ਰਗਟ ਕਰਦੇ ਸੀਗੇ। ਇਸ ਕਰਕੇ ਮੈਂ ਅੱਜ ਤੁਹਾਨੂੰ ਰਾਈਟ ਦਿੰਦਾ ਜੀ, ਐਨੀ ਨੈਗੇਟਿਵ ਕੁਐਸਚਨ, the most negative question, ਨਹੀਂ ਠੀਕ, you have the right to ask me। ਕਿਉਂਕਿ ਦੇਖੋ ਸੰਧਾਵਾਲੀਆ, ਪੰਨੂ, ਬਾਠ, ਬਖਤੌਰ, ਢਿੱਲੋਂ, ਇਹ ਸਾਰੇ ਜਿਹੜੇ ਆਪਣੇ ਸਹਾਫੀ ਨੇ, ਜਗਤਾਰ ਸਿੰਘ ਹੋਰੀ ਹੈ ਪੁਰਾਣੇ, ਇਹ ਮੇਰੇ ਨਾਲ ਇਹਨਾਂ ਸਾਰਿਆਂ ਦਾ ਮਤਲਬ ਬੜਾ ਇੱਕ ਤਰ੍ਹਾਂ ਨਾਲ ਮੈਨੂੰ ਮਤਲਬ they have the right to criticize me। ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਮੈਨੂੰ ਕਈ ਲਾਂਭੇ ਮਿਲਦੇ ਆ, ਕਈ ਗੱਲਾਂ ਦਾ ਉਹਨਾਂ ਵੱਲੋਂ ਮੈਨੂੰ ਕਰੈਕਸ਼ਨਸ ਮਿਲਦੀਆਂ, ਤਾਂ ਮੇਰੇ ਲਈ ਤਾਂ ਇਹ ਖੁਸ਼ਕਿਸਮਤੀ ਹੋਏਗੀ। ਠੀਕ ਹੈ ਜੀ, ਮੈਨੂੰ ਕੋਈ ਗੱਲ ਮਿਲਦੀ ਹੈਗੀ ਹੈ ਆਊਟ ਆਫ ਕ੍ਰਿਟਿਸਿਜ਼ਮ। ਬਰਾੜ ਸਾਹਿਬ, 1 ਮਿੰਟ ਲਈ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰਨ ਲੱਗਿਆ, ਥੋੜਾ ਜਿਹਾ 5-7 ਮਿੰਟ ਅਸੀਂ ਹੋਰ ਲਾਉਣੇ ਆ ਜੀ, ਲੰਬਾ ਹੋ ਚੱਲਿਆ ਪ੍ਰੋਗਰਾਮ, ਪਰ ਮੈਂ ਦੱਸ ਦਿਆਂ ਕਿ ਅੱਜ ਮੈਂ ਬਰਾੜ ਸਾਹਿਬ ਨੂੰ ਪਹਿਲੀ ਵਾਰੀ ਮਿਲਿਆ, ਕਿਤੇ ਇਦਾਂ ਨਾ ਸਮਝੋ ਕਿ ਅਸੀਂ ਲਗਾਤਾਰ ਮਿਲਦੇ ਰਹਿੰਦੇ ਆ, ਮੇਰੀ ਮੁਲਾਕਾਤ ਪਹਿਲੀ ਹੋਈ ਹੈ ਨਾ, ਬਹੁਤ ਤੁਹਾਡਾ ਪਰਮੇਰ ਬਹੁਤ। ਬਰਾੜ ਸਾਹਿਬ, ਜਦੋਂ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ, ਸਰਕਾਰੀ ਕਾਲਜ ਤੇ ਸਰਕਾਰੀ ਯੂਨੀਵਰਸਿਟੀ, ਠੀਕ ਹੈ, ਮੈਂ ਪੰਜਾਬ ਰੋਡਵੇਜ਼ ਦੇ ਵਿੱਚ ਹੀ ਸਫ਼ਰ ਕੀਤਾ, ਪਾਸ ਬਣਾ ਕੇ, ਡੀਪੂ ਦੇ ਵਿੱਚੋਂ ਖੰਡ ਲੈਣ ਜਾਂਦੇ ਰਹੇ, ਰਾਸ਼ਨ ਕਾਰਡ ਲੈ ਕੇ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਮੱਸਿਆਵਾਂ ਨੇ। ਸਾਡੇ ਕੋਲ ਸਕੂਲਾਂ ਦੇ ਵਿੱਚ ਪੂਰੇ ਅਧਿਆਪਕ ਨਹੀਂ, ਕਾਲਜ ਦੇ ਵਿੱਚ ਮੇਰੇ ਪੜ੍ਹਨ ਤੋਂ 15 ਸਾਲ ਪਹਿਲਾਂ ਤੱਕ ਕਿਤਾਬ ਖਰੀਦਣ ਨੂੰ ਫੰਡ ਨਹੀਂ ਆਉਂਦੇ ਸੀ, ਹੁਣ ਆਉਂਦੇ ਕਿ ਨਹੀਂ ਆਉਂਦੇ, ਲਾਇਬ੍ਰੇਰੀਅਨ ਨਹੀਂ, ਇੱਕ ਪ੍ਰਿੰਸੀਪਲ 5 ਕਾਲਜ ਸਾਂਭਦਾ। ਸਾਡੇ ਕੋਲੇ ਖਾਦਾਂ ਆ ਗਈਆਂ, ਬੀਜ ਨਕਲੀ ਆਉਣ ਲੱਗ ਪਏ ਪਿਛਲੇ ਸਮੇਂ ਦੇ ਵਿੱਚ, ਸਾਡੇ ਕੋਲੇ ਦੁੱਧ ਤੋਂ ਬਣੀਆਂ ਚੀਜ਼ਾਂ ਨਕਲੀ ਆਉਂਦੀਆਂ, ਤੇ ਅਸੀਂ ਇਸ ਸਾਰੀ ਚੀਜ਼ ਦੇ ਲਈ ਤੁਹਾਡੀ ਲੀਡਰ ਜਮਾਤ ਨੂੰ ਕਸੂਰਵਾਰ ਮੰਨਦੇ ਆ। ਠੀਕ, ਕਬੂਲ, ਹਾਂਜੀ, ਨਹੀਂ ਬਿਲਕੁਲ, ਨਹੀਂ ਮੇਰਾ ਕਹਿਣ ਦਾ ਮਤਲਬ ਹੈ ਜੀ, ਇਹ ਹਾਰਡ ਫੈਕਟ ਹੈ ਜੀ। ਤੇ ਅਸੀਂ ਕਹਿੰਦੇ ਉਹਨਾਂ ਮਤਲਬ ਦੁੱਧ ਨਹੀਂ ਹੋ ਰਿਹਾ ਜਿੰਨਾ ਪਨੀਰ 4 ਟਾਈਮਸ, ਇਹ ਤਾਂ ਦੇਰ ਆਰ ਫਿਗਰਸ। ਤੇ ਸਾਡੇ ਲਈ, ਮੇਰੇ ਲਈ ਘੱਟੋ ਘੱਟ ਬਹੁਤ ਮੁਸ਼ਕਲ ਹੁੰਦਾ, ਮੈਂ ਕਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਜਾ ਕੇ ਰਿਸੈਪਸ਼ਨ ਤੇ ਬਹਿਣਾ, ਵੈਸੇ ਹੀ ਕਿ ਭਾਈ ਉੱਥੇ ਪਤਾ ਲੱਗੇ ਕਿੰਨੇ ਲੋਕ ਨੇ ਜਿਹੜੇ ਕਿ ਦਵਾਈ ਲੈਂਦੇ, ਅਗਲਾ ਕਹਿੰਦਾ 500 ਤੇ ਮਾਈ ਕਹਿੰਦੀ ਮੈਨੂੰ ਤਾਂ 300 ਆ, ਬਾਕੀ ਮੇਰੇ ਕੋਲ ਕਿਰਾਇਆ, ਆਹ ਦਵਾਈ ਤੋਂ ਅੱਧੀ ਕਰਦੇ। ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਸਥਿਤੀ ਇਹ ਨਹੀਂ ਸੀ ਹੋਣੀ ਜੇ ਮੈਂ ਤੁਹਾਡੀਆਂ ਗੱਲਾਂ ਚੋਂ ਕਹਾਂ ਕਿ 1980 ਦੇ ਵਿੱਚ ਡਾਕਟਰ ਜੌਹਲ ਵਾਲੀ ਰਿਪੋਰਟ ਦੇ ਉੱਤੇ ਲੀਡਰਾਂ ਨੇ ਪਹਿਰਾ ਦਿੱਤਾ। ਬਿਲਕੁਲ, ਡੈਫੀਨੇਟ, ਬਿਲਕੁਲ ਠੀਕ ਹੈ ਜੀ। ਤੇ ਜੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇੰਟੈਲੈਕਚੁਅਲ ਕਰਦੇ ਸੀ, ਅਸੀਂ ਲੋਕ ਵੀ ਕਸੂਰਵਾਰ ਹਾਂ, ਅਸੀਂ ਵੀ ਕਦੇ PhD ਬੰਦੇ ਨੂੰ ਵਿਆਹ ਦੇ ਉੱਤੇ ਸੋਫੇ ਤੇ ਨਹੀਂ ਬਿਠਾਉਂਦੇ ਮੋਹਰੇ ਆ ਕੇ, ਅਸੀਂ ਤੁਹਾਨੂੰ ਲੀਡਰਾਂ ਨੂੰ ਬਿਠਾਈਦਾ। ਬਿਲਕੁਲ, ਤੇ ਤੁਹਾਡੀ ਡਿਊਟੀ ਬਣਦੀ, ਅਸੀਂ ਆਸ ਕਰਦੇ ਹਾਂ। ਮੈਂ ਅੱਜ ਬਹੁਤ ਕੁਝ ਪੁੱਛ ਸਕਦੇ ਜੇ ਲੋਕਾਂ ਨੂੰ ਸਵਾਦ ਆਉਣਾ ਸੀ। ਨਹੀਂ ਤੁਸੀਂ ਪੁੱਛ ਲਓ, ਕੋਈ ਗੱਲ ਯਾਰ, ਨਹੀਂ ਮੈਂ ਓਨੈਸਟਲੀ ਕਹਿੰਦਾ ਪਰਮਵੀਰ, ਅਗਰ ਕੋਈ ਹੋਰ ਪ੍ਰਸ਼ਨ ਤੁਹਾਡੇ ਜ਼ਿਹਨ 'ਚ ਹੈ ਜਿਹਦਾ ਪੰਜਾਬੀਅਤ ਨਾਲ, ਦੇਸ਼ ਨਾਲ, ਪੰਜਾਬ ਸਿੱਖ ਕੌਮ ਨਾਲ ਜਿਹਦਾ ਕੋਈ ਬਹੁਤ ਆਉਣ ਵਾਲੇ ਸਮੇਂ ਦਾ ਸੰਬੰਧ ਹੋ ਸਕਦਾ ਹੈ, ਕਿਉਂਕਿ ਯੁੱਗ ਜਿਹੜਾ ਨਾ, ਉਹ ਜਿਵੇਂ ਦਰਸ਼ਨ ਬੁੱਟਰ ਦੀ ਉਹ ਨਜ਼ਮ ਹੈ ਕਿ ਭਾਗ ਸਿਉ ਜਿਹੜਾ ਪਿੰਡ ਦਾ ਬੜਾ ਭਾਗਾਂ ਵਾਲਾ ਬੰਦਾ ਹੁੰਦਾ ਸੀ, ਪਰ ਹੁਣ ਭਾਗ ਸਿਉ ਦੀ ਮੜੀ ਤੇ ਲੱਗ ਗਿਆ ਟਾਵਰ ਦੂਰ ਸੰਚਾਰ ਦਾ। ਬਈ ਹੁਣ ਮਤਲਬ ਇਹ ਸੋਸ਼ਲ ਮੀਡੀਆ ਇਹ ਸਭ ਕੁਛ ਹੈ। ਆਪਾਂ ਦੇਖਿਆ ਕਿ ਇਹਨਾਂ ਦਿਨਾਂ 'ਚ ਕ੍ਰੀਏਸ਼ਨਸ ਜਿਹੜੀਆਂ ਹੈਗੀਆਂ ਜਾਂ ਪੋਪੂਲੈਰਿਟੀ ਕਹਿ ਲਓ ਜਾਂ ਰੈਕਗਨੀਸ਼ਨ ਕਹਿ ਲਓ, ਇਹਦੇ ਰਾਹੀਂ ਮਿਲਦੀ। ਸੋ ਇਹਦੇ 'ਤੇ ਅਗਰ ਕੋਈ ਨੈਗੇਟਿਵ ਪ੍ਰਸ਼ਨਾਂ ਦੇ ਵਿੱਚੋਂ ਜਾਂ ਪੋਜ਼ਿਟਿਵ ਪ੍ਰਸ਼ਨ ਹੈ ਤੁਹਾਡੇ ਤਾਂ ਇੰਨੇ ਜ਼ਿਆਦਾ, ਕੋਈ ਪੰਜਾਬ ਨੂੰ ਇਹਦੇ 'ਚੋਂ ਕੁਛ ਤਿਲ ਫੁੱਲ ਮਿਲ ਸਕੇ, ਮੈਂ ਸਮਝਦਾ ਜਿਵੇਂ ਕਹਿੰਦਾ ਮੈਂ ਅੰਨਾ ਤੇ ਤਿਲਕਣ ਰਸਤਾ, ਧੱਕਾ ਦੇਵਨ ਵਾਲੇ ਬਹੁਤੇ ਤੂੰ ਹੱਥ ਪਕੜਨ ਵਾਲਾ। ਮੇਰਾ ਕਹਿਣ ਮਤਲਬ ਘੱਟ ਲੋਕ ਨੇ, ਮੈਂ ਉਹਦੀ ਤੁਲਨਾ
ਤੁਹਾਡੀ ਇਸ ਕਰਕੇ ਮੈਂ ਵਡਿਆਈ ਨਹੀਂ ਕਰ ਰਿਹਾ ਕਿ ਜਿਹੜੇ ਬੰਦਿਆਂ ਨੂੰ ਯਾਰ ਚਿੰਤਾ ਤਾਂ ਹੈ, ਫਿਕਰ ਜ਼ਿਕਰ ਵਿੱਚ ਰਹਿਣ ਹਮੇਸ਼ਾ, ਜਿਨ੍ਹਾਂ ਦੇ ਅੰਦਰ ਤੁਹਾਨੂੰ ਕੀ ਲੋੜ ਹੈ ਕੈਨੇਡਾ ਤੋਂ ਆ ਕੇ ਤੁਸੀਂ ਪੰਜਾਬ ਦੇ ਪਰਚਿਆਂ ਦੀ ਗੱਲ ਕਰੋ ਜੀ। ਇਹਦਾ ਮਤਲਬ ਹੈ there is something else than journalism, there is something else than to be a reporter on the ਅਸੀਂ ਪਹਿਲਾਂ ਆਮ ਲੋਕਾਂ ਜੀ, ਪੱਤਰਕਾਰ ਬਾਦਸ਼ਾਹ। ਬਰਾੜ ਸਾਹਿਬ, ਜੇ ਅਕਾਲੀ ਦਲ ਜਿੱਤ ਜਾਂਦਾ, ਮੈਂ ਇਹਦੇ ਤੇ ਬੜੀ ਖੂਬਸੂਰਤ ਗੱਲ ਦੱਸਾਂ ਜੀ। ਮੈਂ ਜਦੋਂ ਅੱਜ ਤੁਹਾਨੂੰ ਮਿਲਣ ਆ ਰਿਹਾ ਸੀ ਤੇ ਮੇਰੇ ਕੋਲ ਗੱਡੀ ਹੈ ਨਹੀਂ ਸੀਗੀ ਘਰੇ, ਕਿਉਂਕਿ ਮੇਰਾ ਬੇਟਾ ਉਹ ਲੈ ਗਿਆ ਸੀ ਗੱਡੀ। ਠੀਕ ਹੈ। ਤੇ ਮੇਰੇ ਕੋਲੇ ਟਾਟਾ ਉਹ ਗੱਡੀ ਹੈਗੀ ਛੋਟੀ, ਤੇ ਉਹ ਮੈਂ ਡਰਾਈਵ ਕਰਕੇ ਉੱਥੋਂ, ਕਿਉਂਕਿ ਪੰਚਕੂਲੇ ਤੋਂ ਇੱਥੇ ਹੈਗਾ ਤੇ ਬੰਦੇ ਮਿਲ ਹੀ ਜਾਂਦੇ ਹੈਗੇ ਰਾਹ ਦੇ ਵਿੱਚ, ਤੇ ਮੇਰਾ ਕਹਿਣ ਦਾ ਮਤਲਬ ਹੈ ਬਟ ਵਿਦਆਊਟ ਸਿਕਿਉਰਿਟੀ, ਵਿਦਆਊਟ, ਕਈ ਵਾਰੀ ਬੰਦਾ ਕਿੰਨਾ ਮਹਿਸੂਸ ਕਰਦਾ ਆਪਦੇ ਆਪ ਨੂੰ ਹੌਲਾ ਕਿ ਤੁਸੀਂ ਆਊਟ ਆਫ ਡਰਾਮਾ, ਆਊਟ ਆਫ ਨਾਟਕ ਬਾਹਰ ਆਏ ਹੋ। ਤੁਸੀਂ ਜਿਵੇਂ ਪੁਰਾਣੇ ਸਾਬੀਰ ਦਵਿੰਦਰ ਸਿੰਘ ਕਈ ਬੜੀ ਖੂਬਸੂਰਤ ਗੱਲ ਕਰਦੇ ਹੋ, ਆਂਦੇ ਜਗਮੀਤ ਨਾਨਕ ਨਾਮ ਜਹਾਜ਼ ਫਿਲਮ ਲੱਗੀ ਸੀ ਪਤਾ ਨਹੀਂ ਕਿਹੜੀ, ਤੇ ਕਹਿੰਦੇ ਅਸੀਂ ਫਿਲਮ ਦੇਖਣ ਗਏ ਤੇ ਉੱਥੇ ਦੋਸਤ ਤਾਂ ਮਿਲ ਹੀ ਜਾਂਦੇ, ਉਹਦੀ ਤੁਸੀਂ ਇੱਥੇ ਕਿਵੇਂ? ਉਹਨੇ ਵੀ ਹੁਣ ਅਸੀਂ ਫਿਲਮ ਵੀ ਨਹੀਂ ਦੇਖ ਸਕਦੇ। ਮੇਰਾ ਕਹਿਣ ਦਾ ਮਤਲਬ ਹੈ ਪੋਲਿਟਿਕਸ ਤੋਂ ਬਿਨਾਂ ਰੀਡਿੰਗ, some people enjoy singing, some people enjoy different walks of life, ਉਹਨਾਂ ਦੇ ਸ਼ੌਕ ਹੁੰਦੇ ਆ। ਹੁਣ ਮੇਰਾ ਕਹਿਣ ਦਾ ਮਤਲਬ ਹੈ ਜਿਵੇਂ ਸਭ ਤੋਂ ਵੱਡੇ ਫਿਲਮ ਕ੍ਰਿਟਿਕ ਜਿਹੜੇ ਅਡਵਾਨੀ ਸਾਹਿਬ ਰਹੇ ਆਪਦੇ ਸਮੇਂ ਦੇ, ਲਿਖਦੇ ਰਹੇ, ਹੈ ਨਾ। ਸੋ ਐਨੀਵੇਜ਼ ਜੀ ਬਰਾੜ ਸਾਹਿਬ, ਮੈਂ ਨਾ ਜਦੋਂ ਤੁਸੀਂ ਉਹ ਲਿਖਤੀ ਕਿਤੇ ਦਓਗੇ, ਚਿੱਠੀ ਪਾਓਗੇ SYL ਵਾਲੇ ਮੁੱਦੇ ਤੇ, ਮੈਂ ਤੁਹਾਨੂੰ ਫੇਰ ਬਾਜਾਂ ਮਾਰਨੀਆਂ ਇੱਕ ਵਾਰੀ। ਬਿਲਕੁਲ ਬਿਲਕੁਲ। ਨਹੀਂ, ਇਹਨੇ ਤਾਂ ਸਗੋਂ ਮੈਨੂੰ ਪ੍ਰੇਰਿਤ ਕਰਤਾ ਵੀ ਮੈਂ ਹੁਣ ਇਮੀਡੀਏਟ ਜਿਹੜਾ ਹੈਗਾ ਇਹਨੂੰ ਤਿਆਰ ਕਰਾਂ ਔਰ ਬਿਲਕੁਲ ਅੰਕੜਿਆਂ ਸਮੇਤ ਕਰਾਂ, ਔਰ ਇਹ ਇੱਕ ਲੈਟਰ ਜਿਹੜੀ ਹੈ ਇਹ ਮਤਲਬ ਇੱਕ ਐਸੀ ਦਸਤਾਵੇਜ਼ ਬਣੇ ਜਿਹਦੇ ਤੇ ਸਮੁੱਚੇ ਪੰਜਾਬ ਦੀ ਸਹਿਮਤ ਹੋਵੇ। ਬਰਾੜ ਸਾਹਿਬ, ਛੋਟੇ ਛੋਟੇ ਆਨਸਰ, ਛੋਟੇ ਛੋਟੇ ਸਵਾਲ। ਜੇ ਅਕਾਲੀ ਦਲ ਜਿੱਤ ਜਾਂਦਾ, ਤੁਸੀਂ MLA ਹੁੰਦੇ, ਸਰਕਾਰ ਤੁਹਾਡੀ ਹੁੰਦੀ, ਅਗਲੇ ਕਹਿੰਦੇ ਤੁਹਾਨੂੰ ਬਣਾ ਦੇਣਾ ਮੰਤਰੀ, ਹਾਂ, ਫਿਰ ਤਾਂ ਅਕਾਲੀ ਦਲ ਚੰਗਾ ਹੀ ਲੱਗਣਾ ਸੀ, ਫਿਰ ਤਾਂ ਕਮੀ ਕੁਮੀ ਕੋ ਕੱਢਣੀ ਨਹੀਂ ਸੀ, ਫਿਰ ਤਾਂ ਏਕਤਾ ਦੀ ਲੋੜ ਨਹੀਂ ਸੀ ਹੋਣੀ, ਕਿ ਕਮੀ ਫਿਰ ਵੀ ਕੱਢਦੇ ਨਹੀਂ, ਨੁਕਸ ਜਿੱਥੇ ਹੁੰਦਾ। ਦੇਖੋ, ਵੈਸੇ ਤਾਂ ਇਹ ਇੱਕ ਕੁਐਸਚਨ ਜਿਹੜਾ ਹੈਗਾ ਇਹ ਐਸਾ ਹਾਈਪੋਥੈਟੀਕਲ ਤਾਂ ਹੈ, ਪਰ ਕਿਉਂਕਿ ਪਰਮਵੀਰ ਬਾਠ ਮੈਨੂੰ ਇਹ ਪ੍ਰਸ਼ਨ ਕਰ ਰਹੇ ਨੇ, ਦੇਖੋ ਗੱਲ ਇਹ ਹੈਗੀ ਹੈ ਕਿ ਇਲੈਕਸ਼ਨ ਦੇ ਦੌਰਾਨ ਵੀ ਇੱਕ ਐਸੇ ਮੁੱਦੇ ਆਏ ਜਿਨ੍ਹਾਂ ਤੇ ਕਾਫੀ, ਚਲੋ ਉਹ ਗੱਲਾਂ ਕੁਝ ਜ਼ਿੰਦਗੀ ਦੇ ਵਿੱਚ ਆਪਦੇ ਤੱਕ ਸੀਮਤ ਰੱਖਦਾ ਹੈ ਬੰਦਾ, ਰੱਖਣੀਆਂ ਵੀ ਚਾਹੀਦੀਆਂ, ਕਿਉਂਕਿ ਹਰ ਬੰਦੇ ਦੀ ਇੱਕ ਪਬਲਿਕ ਲਾਈਫ ਹੈ, ਵਨ ਇਜ਼ ਹਿਸ ਪ੍ਰਾਈਵੇਟ ਲਾਈਫ, ਵਨ ਇਜ਼ ਹਿਸ ਸਮ ਪੀਪਲ ਹੈਵ देयर ओन ਸੀਕ੍ਰੀਟ ਲਾਈਫ। ਪਰ ਮੇਰਾ ਕਹਿਣ ਦਾ ਮਤਲਬ ਹੈਗਾ ਕਿ ਅਗਰ ਪਾਰਟੀ ਜਿੱਤ ਜਾਂਦੀ ਔਰ ਮੈਨੂੰ ਮੌਕਾ ਮਿਲਦਾ, ਅਗਰ ਉਹ ਮੁਨਾਸਿਬ ਸਮਝਦੇ ਮੈਨੂੰ ਮੌਕਾ ਦੇਣ ਲਈ, ਤਾਂ ਮੈਂ ਇਹ ਸਮਝਦਾ ਕਿ ਮੈਂ ਆਪਦਾ ਜਿਹੜਾ ਸ਼ੁਰੂ ਤੋਂ ਪੋਲੀਟੀਕਲ ਕੈਰੀਅਰ 'ਚ ਜਿੱਥੇ ਇਸ਼ੂਜ਼ ਦੀ ਗੱਲ ਆਈ ਹੈ ਜਾਂ ਜਿੱਥੇ ਵੀ ਕਿਤੇ ਮੁੱਦਿਆਂ ਦੀ ਗੱਲ ਆਈ ਹੈ, ਉਹਦੇ ਤੇ ਮੈਂ ਆਪਦੇ ਆਪ ਨੂੰ ਫਰਮਲੀ ਆਪਦੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਹੈ, ਤੇ ਮੈਂ ਉਹੀ ਕਰਨਾ ਸੀਗਾ, ਔਰ ਮੈਂ ਤਾਕਤ ਤੇ ਸੱਤਾ ਦੀ ਪਰਵਾਹ ਨਹੀਂ ਕਰਨੀ ਸੀ। ਬਰਾੜ ਸਾਹਿਬ, ਆਮ ਆਦਮੀ ਪਾਰਟੀ ਦੀ ਸਰਕਾਰ ਵਾਲੇ ਉਹ ਪਤਾ ਨਹੀਂ ਕਿਹਦੀਆਂ ਜ਼ਮੀਨਾਂ ਛਡਾਉਂਦੇ ਆ, ਕਿਹੜੀਆਂ ਨਹੀਂ ਛਡਾਉਂਦੇ, ਤੁਹਾਡੇ ਤਾਂ ਨਹੀਂ ਮਰਲਕ ਨਾਲ ਥੱਲੇ ਆਜੂ ਕੋਈ ਚੰਡੀਗੜ੍ਹ ਦੇ ਨੇੜੇ ਤੇੜੇ? ਨਹੀਂ, ਬਸ ਮਹਾਰਾਜ ਦੀ ਕਿਰਪਾ ਰਹੀ ਹੈ, ਮੈਂ ਚੰਡੀਗੜ੍ਹ ਦੇ ਨੇੜੇ ਕੋਈ ਜ਼ਮੀਨ ਨਹੀਂ ਲਈ। ਬਸ ਜਦੋਂ ਜ਼ਮੀਨਾਂ ਦੀਆਂ ਕੀਮਤਾਂ ਵੱਧ ਗਈਆਂ 2007 ਦੇ ਵਿੱਚ, ਤੇ ਜਿਹੜਾ ਕੰਮ ਜੱਟ ਕਰਦੇ ਹੁੰਦੇ ਆ ਬਈ ਜਿਹੜੀ ਮਹਿੰਗੀ ਹੋ ਜਾਏ ਜ਼ਮੀਨ, ਉਹ ਵੇਚ ਕੇ ਤੇ ਸਸਤੀ ਲੈ ਲਓ, ਤੇ ਮੈਂ ਥੋੜੀ ਜ਼ਮੀਨ ਜਿਹੜੀ ਹੈ ਰਾਜਸਥਾਨ 'ਚ ਲੈ ਲਈ ਸੀਗੀ। ਹਾਂ, ਇਹ ਕੰਮ ਕੀਤਾ। ਇੱਥੇ ਤਾਂ ਇੱਕ ਫਲੈਟ ਹੈ ਮੇਰੇ ਕੋਲ, ਉੱਥੇ ਰਹੀਦਾ ਬਸ। ਬਰਾੜ ਸਾਹਿਬ, ਤੁਸੀਂ ਕਾਂਗਰਸ 'ਚ ਰਹੇ ਹੋ, ਤੁਹਾਡੇ ਤੋਂ ਬਹੁਤ ਘੱਟ ਸੀ ਜਾਣੀ ਤਜਰਬੇ ਵਾਲੇ ਬੰਦੇ ਕਾਂਗਰਸ ਚੁਣੇ ਆ, ਅੱਜ ਕੱਲ੍ਹ ਉਹ ਵਾਰੀ ਅੰਦਰ ਜਾ ਰਹੇ ਆ, ਜਾਣੇ ਚਾਹੀਦੇ ਸੀ ਕਈ ਬੰਦੇ, ਕਿ ਕਰਪਸ਼ਨ ਤੁਸੀਂ ਆਪ ਮੰਨਿਆ ਕਿ ਹੈਗੀ ਆ ਪੋਲੀਟੀਕਲ, ਜਾਣੀ ਮੈਂ ਨਹੀਂ ਕਹਿੰਦਾ ਨਹੀਂ, ਮੈਂ ਬਿਲਕੁਲ ਮੰਨਦਾ ਜੀ, ਕੱਲ ਹੈ ਹੀ ਨਹੀਂ ਹੈ, ਮਤਲਬ ਗਲ ਤੱਕ, ਸਿਰ ਤੱਕ ਸਾਰੀ ਲੀਡਰਸ਼ਿਪ ਡੁੱਬੀ ਹੋਈ ਸੀ। ਪਰਮਵੀਰ ਸਿੰਘ, ਇਹ ਜਗਮੀਤ ਸਿੰਘ ਨੂੰ ਸੱਚਾ ਪਾਤਸ਼ਾਹ ਦੀ ਮਿਹਰ ਕਰਕੇ ਮੈਂ ਇਹ ਸ਼ਬਦ ਕਹਿ ਰਿਹਾ। ਮੈਂ ਸਾਰਿਆਂ ਬੰਦਿਆਂ ਨੂੰ ਇਹਨਾਂ ਨੂੰ ਜਾਣਦਾ ਜੀ। ਦੇਖੋ, ਏਜੰਡਾ ਜਿਹੜਾ ਸੀ ਟੌਪ ਪ੍ਰਾਇੋਰਿਟੀ ਇਹਨਾਂ ਖਾਸ ਕਰਕੇ 35-30 ਵਰਿਆਂ 'ਚ ਉਹ ਪੈਸਾ ਬਣਾਉਣ ਦੀ ਪ੍ਰਾਇੋਰਿਟੀ ਰਹੀ ਹੈ। ਉਹ ਬੰਦਿਆਂ ਨੂੰ, ਆਪਦਿਆਂ ਨੂੰ, 5-7 ਨੂੰ ਬਹੁਤ ਵੈਲ ਇੰਟਰੈਂਚ ਕਰਕੇ ਕਰੋੜਾਂ ਅਰਬਾਂ ਰੁਪਇਆ, ਵੱਡੀਆਂ ਗੱਡੀਆਂ 4-4 ਕਰੋੜ ਵਾਲੀਆਂ, ਉਹ ਰਿਹਾ ਹੈਗਾ ਇੱਕ, ਮਤਲਬ ਇਹ ਤਾਂ ਰਿਹਾ ਹੀ ਨਹੀਂ ਨਾ ਕੋਈ ਇੱਕ ਤਰ੍ਹਾਂ ਨਾਲ
ਪ੍ਰੇਰਨਾ, ਕੋਈ ਇਨਸਪੀਰੇਸ਼ਨ ਮਿਲੇ ਰਾਈਟਿੰਗ ਤੋਂ, ਬੋਲਣ ਤੋਂ, ਸੋਚਣ ਤੋਂ, ਕੋਈ ਡਿਬੇਟਰ, ਕੋਈ ਬੰਦੇ ਆਉਣ ਅੱਗੇ ਜਾਂ ਕੋਈ ਨਾ ਕੋਈ ਸਾਨੂੰ। ਹੁਣ ਦੇਖੋ ਕਿੰਨੇ ਮੁੰਡੇ ਜਰਨਲਿਜ਼ਮ ਦੇ ਕਰਦੇ, ਕਿੰਨੀਆਂ ਲੜਕੀਆਂ ਬ੍ਰਾਈਟ ਹੈ ਯੂਨੀਵਰਸਿਟੀ 'ਚ। ਮੈਨੂੰ ਇਹਨਾਂ ਦੀ ਪ੍ਰੈਜ਼ੀਡੈਂਟ ਨੂੰ ਵੀ ਕਈ ਵਾਰੀ ਸੁਣਨ ਦਾ ਮੌਕਾ ਮਿਲਦਾ ਹੈ। ਇਹ ਹੁੰਦਾ ਹੈ ਪੋਲੀਟੀਕਲ ਸਿਸਟਮ ਦਾ, ਉਹਨਾਂ ਦੇ ਟੈਲੈਂਟ ਨੂੰ ਸ਼ਨਾਖਤ ਕਰਕੇ ਉਹਨਾਂ ਨੂੰ ਪਹੁੰਚਾਉਣਾ ਮੁਕਾਮਾਂ 'ਤੇ, ਕਿਉਂਕਿ ਅਲਟੀਮੇਟਲੀ ਦੇ ਹੈਵ ਟੂ ਟੇਕ ਯੋਰ ਪਲੇਸ। ਇਹ ਬੰਦ ਹੋ ਗਿਆ ਬਿਲਕੁਲ। ਆਪਦੇ ਬੱਚਿਆਂ ਪ੍ਰਤੀ ਹੋ ਗਿਆ, ਆਪਦੇ ਲੜਕਿਆਂ, ਆਪਦੇ ਰਿਸ਼ਤੇਦਾਰਾਂ, ਔਰ ਸਭ ਤੋਂ ਵੱਧ ਮਤਲਬ ਇਹ ਹੋ ਗਿਆ ਕਿ ਪੈਸਾ ਕਿਹਨੇ ਕਿੰਨਾ ਬਣਾਇਆ। ਨਹੀਂ ਆਂਦੇ ਬਈ ਉਹ ਤਾਂ ਬੇਵਕੂਫ ਹੈ। ਇਹ ਜੀ ਇੱਕ ਪ੍ਰਚਲਿਤ ਪੰਜਾਬੀਆਂ ਦੀ ਕੀ ਖੱਟਿਆ ਕੀ ਫਾਇਦਾ। ਇਹ ਤਾਂ ਖੈਰ ਆਪਣੀ ਨਾ ਮਤਲਬ ਮੈਂ ਕਈ ਵਾਰੀ ਆਪਦੇ ਆਪ ਨੂੰ ਬਹੁਤ ਚੈੱਕ ਕਰਦਾ। ਮੇਰਾ ਖਿਆਲ ਹਰ ਗੱਲ ਤੇ ਹਰ ਪੰਜਾਬੀ ਮਾਲਵੇ 'ਚ ਤਾਂ ਇਹ ਕਹਿੰਦਾ ਹੈ ਵੀ ਯਾਰ ਕੀ ਫਾਇਦਾ ਇਸ ਗੱਲ ਦਾ, ਕੀ ਫਾਇਦਾ ਇਸ ਗੱਲ ਦਾ। ਇਹ ਸਾਰਾ ਸਾਡਾ ਇੱਕ ਤਰ੍ਹਾਂ ਮਿਸਰਾ ਇਹ ਫਾਇਦੇ ਤੇ ਆਧਾਰਿਤ ਹੋ ਗਿਆ। ਬਰਾੜ ਸਾਹਿਬ ਤੁਸੀਂ ਆਏ, ਜੁੜੇ, ਗੱਲਾਂ ਬਾਤਾਂ ਕੀਤੀਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਗਲੀ ਇੰਟਰਵਿਊ ਦੇ ਵਿੱਚ ਆਪਾਂ ਕਰਾਂਗੇ। ਅਸੀਂ ਇਹ ਚਾਹੁੰਦੇ ਹਾਂ, ਸਾਰਾ ਪੰਜਾਬ ਇਹ ਚਾਹੁੰਦਾ ਹੈ, ਬਿਨਾਂ ਸਿਆਸਤਦਾਨਾਂ ਤੋਂ ਕਿਸਾਨ ਅੰਦੋਲਨ ਲੋਕਾਂ 'ਚ ਜਿੱਤ ਕੇ ਦਿਖਾਇਆ। ਬਿਲਕੁਲ। ਬਹੁਤ ਸਾਰੇ ਪਿੰਡਾਂ 'ਚ ਨਸ਼ਾ ਰੋਕਣ ਦੇ ਲਈ ਜਦੋਂ ਸਾਰਾ ਕੁਝ ਫੇਲ ਹੋ ਗਿਆ, ਲੋਕ ਆਪ ਆਪਣੀਆਂ ਟੀਮਾਂ ਬਣਾ ਰਹੇ ਆ। ਅਸੀਂ ਇਹ ਤੁਹਾਡੇ ਤੋਂ ਉਮੀਦ ਕਰਦੇ ਹਾਂ ਕਿ ਭਾਈ ਤੁਸੀਂ ਸਾਰੇ ਸਿਆਸਤਦਾਨ, ਹੁਣ ਹੈ ਨਹੀਂ ਪੰਜਾਬ ਦੇ ਕੋਲ ਹੋਰ ਥੱਲੇ ਜਾਣ ਦਾ ਰਾਹ ਰਸਤਾ ਹੈ ਨਹੀਂ। ਬਿਲਕੁਲ। ਹੁਣ ਉਹ ਬੋਰ ਕਰਦੇ ਹੁੰਦੇ ਨਾ, ਹੁਣ ਪਾਈਪ ਫਸ ਗਏ ਆ, ਹੁਣ ਨਾ ਤਾਂ ਆਉਂਦੇ ਆ ਨਾ ਥੱਲੇ ਜਾਂਦੇ ਆ। ਇਸ ਕਰਕੇ ਥੋੜਾ ਜਿਹਾ ਸੁਹਿਰਦਤਾ ਦੇ ਨਾਲ ਲੀਡਰਸ਼ਿਪ ਕੰਮ ਲਵੇ। ਤੁਸੀਂ ਆਪ ਦਾ ਰੋਲ ਪਲੇ ਕਰੋ। ਤੱਤੀਆਂ ਠੰਡੀਆਂ ਕਿਸੇ ਦਿਨ ਫੇਰ ਕਰਾਂਗੇ। ਚੰਗਾ ਲੱਗਿਆ ਮਿਲੇ। ਬਹੁਤ ਮਿਹਰਬਾਨੀ। ਫਿਰ ਜਾਂਦਿਆਂ ਉਹ ਜਿਵੇਂ ਕਹਿੰਦੇ ਆ ਨਾ, ਉਹ ਕਿਉਂਕਿ ਉਹ ਵੀ ਆਪਣੇ ਭਰਾ ਹੀ ਹੈ। ਪਾਕਿਸਤਾਨ ਤੇ ਹਿੰਦੁਸਤਾਨ ਦਾ ਕੀ ਫਰਕ ਸੀ ਬਰਾ ਸਾਗੀਰ, ਜੇ ਅਸੀਂ ਮਹਾਨ ਆਪਣੇ ਜੋ ਵੀ ਸੂਫੀ ਸੰਤਾਂ ਦੀ ਗੱਲ ਤੇ ਤੁਰੇ ਹੁੰਦੇ ਤਾਂ। ਲੇਕਿਨ ਮੈਨੂੰ ਹਬੀਬ ਜਾਲਬ ਦੀ ਇੱਕ ਜਾਣ ਲੱਗਿਆ ਗੱਲ ਯਾਦ ਆ ਗਈ। ਬੜਾ ਟੌਪ ਮੋਸਟ ਪੋਇਟ ਹੈ, ਉੱਥੋਂ ਦੇ ਰਹੇ, ਹੁਣ ਤਾਂ ਗੁਜ਼ਰ ਗਏ, ਔਰ ਪੰਜਾਬੀ 'ਚ ਔਰ ਉਰਦੂ 'ਚ ਲਿਖਦੇ ਸੀ। ਤੇ ਮਾਰਸ਼ਲ ਲਾਅ ਦਾ ਜ਼ਮਾਨਾ ਸੀ, ਜ਼ੈਲ ਹੱਕ ਦਾ, ਔਰ ਉਹਨਾਂ ਦਾ ਦੋਸਤ ਜਿਹੜਾ ਉਹ ਸਾਰਾ ਕੰਪੇਅਰ ਕਰ ਰਿਹਾ ਸੀਗਾ। ਉਹ ਸ਼ਾਮਾਂ ਨੂੰ ਸ਼ਾਇਰੀ ਦੀ ਸ਼ਾਮ ਸੀ, ਔਰ ਬੜਾ ਵੱਡਾ ਇਕੱਠ, ਐਲੀਟ ਪਾਕਿਸਤਾਨ ਦੀ ਫੌਜੀ ਜਰਨੈਲ, ਉਹਨਾਂ ਦੀਆਂ ਧਰਮ ਪਤਨੀਆਂ। ਤੇ ਉਹ ਖੜਾ ਹੋਇਆ ਜਦੋਂ ਕਹਿੰਦੇ ਅਬ ਮੈਂ ਪੇਸ਼ ਕਰ ਰਹਾ ਹੂੰ ਹਬੀਬ ਜਾਲਬ, ਪਾਕਿस्तान के माने परमाने इनकलाबी शायर, अब अपना तराना पढ़ेंगे जो भी। ਉਹ ਖੜਾ ਹੋਇਆ ਤੇ ਉਹ ਨਾ ਬੜੀ ਹੇਕ ਲਾ ਕੇ ਬੋਲਦਾ ਹੁੰਦਾ ਸੀਗਾ। ਸਾਰੀ ਫੌਜ ਬੈਠੀ, ਜ਼ਿਆਲ ਹੱਕ ਬੈਠਾ, ਤੇ ਉਹ ਆਂਦਾ ਹੁਕਮਰਾਨ ਹੋ ਗਏ ਕਮੀਨੇ ਲੋਕ। ਉਹ ਜਦੋਂ ਨੇ ਉਹਦਾ ਦੋਸਤ ਸੀਗਾ ਹੋਇਆ, ਉਹਨੇ ਉਹਦਾ ਪਜਾਮਾ ਖਿੱਚਿਆ। ਉਹਦਾ ਮੀਆਂ ਮੌਕਾ ਨਹੀਂ ਹੈ, ਉਹ ਆਂਦਾ ਮੈਂ ਮੌਕਾ ਪ੍ਰਸਤ ਨਹੀਂ ਹੂੰ ਸਟੇਜ ਤੇ। ਔਰ ਉਹਦੀ ਉਹ ਸਤਰ ਹੈ, ਹੁਕਮਰਾਨ ਹੋ ਗਏ ਕਮੀਨੇ ਲੋਕ, ਮਿੱਟੀ में मिल गए नगीने लोग। और ਉਹਨੂੰ ਉਸ ਪੋਇਮ ਤੋਂ ਬਾਅਦ ਸੱਖਰ ਜੇਲ੍ਹ 'ਚ ਬੰਦ ਕਰਤਾ। ਤੇ ਸੱਖਰ ਜੇਲ੍ਹ 'ਚ ਕਹਿੰਦੇ ਉਹਦੀ ਧਰਮ ਪਤਨੀ, ਕਿਉਂਕਿ ਗੁਰਬਤ ਬਹੁਤ ਸੀ ਲਾਹੌਰ ਦੇ, ਐਵੇਂ ਛੋਟੇ ਜਿਹੇ ਕਮਰੇ 'ਚ ਵਿਚਾਰੇ ਰਹਿੰਦੇ, ਉਹਦੀ ਧਰਮ ਪਤਨੀ ਨੇ ਆਂਢੋਂ ਗੁਆਂਢੋਂ 5 ਰੁਪਏ 10 ਰੁਪਏ ਪਾਕਿਸਤਾਨੀ ਨੋਟ ਇਕੱਠੇ ਕਰਕੇ ਤੇ ਬੱਸ ਲੈ ਕੇ ਸੱਖਰ ਵਿਚਾਰੀ 9 ਘੰਟੇ ਬਾਅਦ ਉਹਦੇ ਲਈ ਬਿਸਕਟ ਲੈ ਕੇ ਗਈ। ਮਤਲਬ ਉਹ ਮੈਂ ਲਾਈਨ ਇੱਕ ਬਸ ਦੱਸ ਕੇ ਇਹਨੂੰ ਖਤਮ ਕਰੂੰ 1 ਸੈਕਿੰਡ। ਤੇ ਉਹ ਕਹਿੰਦੇ ਨਾਲ, ਕਿਉਂਕਿ ਹਬੀਬ ਜਾਲਬ ਇਨਕਲਾਬੀ ਸ਼ਾਇਰ ਸੀ, ਤੇ ਉਹ CID ਦਾ ਬੰਦਾ ਨਾਲ ਬਾਤਾ ਮੁਲਾਕਾਤ ਵੇਲੇ, ਤੇ ਉਹ ਵਿਚਾਰੀ ਮਾਤਾ ਮਸਾਂ ਉਹਦੀ ਧਰਮ ਪਤਨੀ ਪਹੁੰਚੀ। ਤੇ ਉਹ ਮਤਲਬ ਉਹ ਗੱਲ ਕੀ ਹੋਵੇ, ਉਹ ਨਾਲ ਬੈਠਾ ਬੰਦਾ ਉਹ ਦੱਸਣਾ ਚਾਹਵੇ ਵੀ ਆਟਾ ਵੀ ਮੁੱਕ ਗਿਆ ਘਰੇ ਤੇ ਭਾਂਡੇ ਵੀ ਵਿਕ ਗਏ ਸਾਰੇ, ਤੇ ਵੀ ਉਹ ਪਰ ਉਹ ਦੱਸ ਨਾ ਸਕੇ। ਉਹਨੇ ਫਿਰ ਜਾ ਕੇ ਅੰਦਰ ਉਹ ਜਿਹੜਾ ਕਾਗਜ਼ ਬਿਸਕਟ ਲਿਆਈ ਸੀ ਉਹ ਵਲੇਟਿਆ ਸੀ, ਉਹਦੇ ਤੇ 2 ਲਾਈਨਾਂ ਲਿਖੀਆਂ। ਉਹ ਲਾਈਨਾਂ ਬੜੀਆਂ ਮਤਲਬ ਮੈਨੂੰ ਪ੍ਰੇਰਿਤ ਕਰਦੀਆਂ, ਚੰਗੀਆਂ ਲੱਗਦੀਆਂ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹਨਾਂ ਕਿਹਾ ਉੱਥੇ ਕਿ बड़ा वो उन्होंने दा भावपूरत है। हाँ, जो बात हो न सकी, जो बात हो न सकी वो चेहरों पे नुमा थी। जो बात हो न सकी वो चेहरों पे नुमा थी। हालात का मातम था, मुलाकात न थी। हालात का मातम था। सो पंजाब ये कोई ये नहीं कि एक आप कोई ओवर एग्जैजरेशन कर रहे हैं, लेकिन असी हुण सिविलाइजेशन दी समाप्ति ते खड़े हैं। ते तुहाडी गल नूं मैं सहमति व्यक्त करदा कि आपां पंजाब दे इन्हां मुद्दिआं ते आपदा जिहड़ा आ जिंदगी दा समा है हुण ताण ला दईए। ਇਹ ताण ला दईए। बहुत शुक्रिया, बहुत बहुत मेहरबानी बादशाह, बहुत धन्यवाद तुहाडा। ਸਰਦਾਰ ਜਗਮੀਤ ਸਿੰਘ ਬਰਾੜ ਸਾਹਿਬ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਸੀ।
ਲੰਬੀ ਗੱਲਬਾਤ ਹੋਈ ਹੈ, ਬਹੁਤ ਸਾਰੇ ਸਵਾਲ ਅਜੇ ਹੋ ਸਕਦਾ ਤੁਹਾਡੇ ਮਨ ਦੇ ਵਿੱਚ, ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਣ, ਤੇ ਤੁਸੀਂ ਟਿੱਪਣੀਆਂ ਦੇ ਰੂਪ 'ਚ ਲਿਖਦੇ ਹੋ। ਭਾਸ਼ਾ ਆਪਾਂ ਸ਼ੁੱਧ ਰੱਖਣੀ ਹੈ, ਪੰਜਾਬੀ ਭਾਸ਼ਾ ਦਾ ਵੀ ਮਾਣ ਵਧਾਉਣਾ। ਟਿੱਪਣੀਆਂ ਜਿੰਨੀਆਂ ਮਰਜ਼ੀ ਲਿਖੋ, ਸਵਾਲ ਕਰੋ, ਪਰ ਤੁਹਾਡੀ ਭਾਸ਼ਾ ਜਿਹੜੀ ਹੈ ਚੰਗੀ ਹੋਣੀ ਚਾਹੀਦੀ ਹੈ। ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਜੋ ਮੰਨਣਾ ਹੁੰਦਾ ਕਿ ਭਾਈ ਪੰਜਾਬ ਦੇ ਲਈ ਆਪਾਂ ਅੱਗੇ ਕੀ ਕਰ ਸਕਦੇ ਹਾਂ, ਕਿੱਥੇ ਤੱਕ ਕੱਪੜ ਸਕਦੇ ਹਾਂ, ਕੁਝ ਪੋਜ਼ਿਟਿਵਿਟੀ ਜਿਹੜੀ ਉਹ ਅਗਲੇ ਪਾਸੇ ਨੂੰ ਜਾਵੇ। ਸੋ ਟਿੱਪਣੀਆਂ ਲਿਖ ਦੇਣਾ, ਪ੍ਰੋਗਰਾਮ ਠੀਕ ਲੱਗੇ ਲਾਈਕ ਸ਼ੇਅਰ ਕਰ ਦੇਣਾ। ਇੱਥੇ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।